पर सिविया साहब ये बहुत बड़ा एलीगेशन है चमकीले ते कि उन्हें लच्चरता परोसी है ते उन्हें जेडे पवित्र रिश्ते हैं उन्होंने गलत ढंग नाल पेश की। पर जीजा सालियां तो कोई गीत नहीं गलत होया। जीजे सालियां तो जीजा सालियां ਇਹੋ ਜਿਹੇ मजाक कर ਦਿੰਦੀਆਂ ਨੇ ਜਦੋਂ ਆਪਾਂ ਵੀ ਘਰਾਂ ਜਾਂਦੇ ਹਾਂ। ਚਮਕੀਲੇ ਨੇ ਤਾਂ ਇਹੋ ਜਿਹੇ गीत भी नहीं गाए ਹੈਗੇ। ਤੁਹਾਨੂੰ वैसे ਉਦੋਂ ਤੱਕ ਇਹ ਨਹੀਂ ਸੀ ਪਤਾ ਵੀ ਮੇਰੇ ਕੋਲ ਨੂੰ ਆ ਰਿਹਾ ਹੋ। ਅੱਛਾ, ਇਹ ਵੀ ਨਹੀਂ ਸੀ ਪਤਾ ਵੀ ਚਮਕੀਲਾ। ਇਹ ਵੀ ਨਹੀਂ ਸੀ ਪਤਾ ਵੀ ਚਮਕੀਲਾ ਆ ਕੇ ਉਹਨੇ ਵੀ ਮੇਰੇ ਪੈਰੀਂ ਹੱਥ ਲਾਉਣ ਦੀ ਕੋਸ਼ਿਸ਼ ਕੀਤੀ। ਬਈ ਮੈਨੂੰ ਨਾ ਤਿੰਨ ਥ੍ਰੈਟ ਲੈਟਰਸ ਆਈਆਂ ਹੋਈਆਂ ਨੇ, ਧਮਕੀ ਪੱਤਰ ਵੀ ਮੈਂ ਤੁਸੀਂ ਪੜ੍ਹੇ ਲਿਖੇ ਹੋ, ਗੁਰਸਿੱਖ ਬੰਦੇ ਲੱਗ ਰਹੇ ਹੋ ਮੈਨੂੰ ਦੇਖਣ ਨੂੰ, ਵੀ ਮੈਂ ਦੇਖਣਾ ਚਾਹੁੰਦਾ ਵੀ ਵਾਕਿਆ ਹੀ ਮੈਨੂੰ ਉਹ ਖਾੜਕੂ ਜਥੇਬੰਦੀਆਂ ਨੇ ਲੈਟਰਸ ਪਾਏ ਹੋਏ ਨੇ ਜਾਂ ਮੇਰੇ ਜਿਹੜੇ ਕੰਪੀਟੀਟਰਸ ਨੇ ਇਹਨਾਂ ਨੇ ਮੇਰੇ ਨਾਲ ਫਰਾਡ ਕੀਤਾ। जब सुनिया भी रफाक सिंह संधवाड़ा ਇਹਦਾ हैंडल डोलन लग गया, बहुत घबरा गया। ऐसी भी गड्डी हुणे किसी कागज च मार सकदा। ਉਹ मैं कहा भरा तू घबरा ना, छंदड़ा ਦਾ ਪਿੰਡ ਹੀ ਇਹ ਹੈ, ਉਹ ਤਾਂ ਪਤਾ ਨਹੀਂ ਇਸ ਟਾਈਮ ਕਿੱਥੇ ਹੋ। ਇੰਨੇ ਲੈਟਰਸ ਕੱਢ ਕੇ ਜਦੋਂ ਮੈਂ ਦੇਖੀ ਭਿੰਡਰਾਂ ਵਾਲਾ ਟਾਈਗਰ ਫੋਰਸ ਦੀ ਲੈਟਰ, ਅਜੇ ਮੈਂ ਦਿਖਾਈ ਨਹੀਂ ਸੀ ਉਹਨੂੰ, ਉਹਨਾਂ ਦੇਖ ਕੇ ਛੱਡ ਦਿੱਤੀ। ਮੈਂ ਕਿਹਾ ਵੀ ਇਹ ਭਿੰਡਰਾਂ ਵਾਲਾ ਟਾਈਗਰ ਫੋਰਸ ਦੀ ਤਾਂ ਹੈਗੀ ਅਸਲੀ ਲੈਟਰ। ਤੁਸੀਂ ਮੰਨਦੇ ਨਹੀਂ ਹੈਗੇ ਕਿ ਖਾੜਕੂਆਂ ਨੇ ਮਾਰਿਆ ਚਮਕੀਲਾ? ਨਾ ਮੈਂ ਨਹੀਂ ਮੰਨਦਾ ਖਾੜਕੂਆਂ ਨੇ ਮਾਰਿਆ। ਪਰ ਕਿੰਨੀਆਂ ਹੀ ਜਥੇਬੰਦੀਆਂ ਨੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਸੋਧਿਆ ਚਮਕੀਲਾ, ਜ਼ਿੰਮੇਵਾਰੀ ਲਈ ਹੈ। ਉਸ ਟਾਈਮ 14 ਬੰਦਿਆਂ ਨੇ ਜ਼ਿੰਮੇਵਾਰੀ ਲੈ ਲਈ ਸੀ, ਮਾਰਨ ਵਾਲੇ ਤਾਂ 4 ਸੀਗੇ। ਚਲੋ ਉਹ ਦੌਰ 'ਚ ਹੋਰ ਵੀ ਗਾਇਕਾਂ ਨੇ ਇਸ ਤਰ੍ਹਾਂ ਦੇ ਗੀਤ ਗਾਏ, ਬਹੁਤ ਜ਼ਿਆਦਾ ਗਾਏ ਨੇ ਜੀ, ਪਰ ਮਾਰਿਆ ਚਮਕੀਲਾ ਗਿਆ ਸਿਰਫ। ਹਾਂ ਉਹ ਤਾਂ ਮਾਰਿਆ ਗਿਆ ਚਮਕੀਲਾ ਕਿਉਂਕਿ ਬਾਕੀ ਸਾਰਿਆਂ ਦੇ ਭਾਂਡੇ ਮੁੱਦੇ ਵੱਜ ਚੁੱਕੇ ਸੀ। ਖਾੜਕੂ ਸਿੰਘ ਜਿਹੜੇ ਨੇ ਉਹ ਕਦੇ ਵੀ ਔਰਤ ਤੇ ਨਹੀਂ ਵਾਰ ਕਰਦੇ, ਖਾੜਕੂ ਸਿੰਘ ਕਦੇ ਵੀ ਨਿਹੱਥੇ ਤੇ ਨਹੀਂ ਵਾਰ ਕਰਦੇ। ਜਦੋਂ ਅਮਰ ਸਿੰਘ ਚਮਕੀਲੇ ਉਹਨਾਂ ਤੇ ਵਾਰ ਹੋਇਆ, ਇਹ ਤਾਂ ਕਾਰ ਚੋਂ ਬਾਹਰ ਹੀ ਨਿਕਲਦੀ ਲਾਈਨ ਜਦੋਂ ਇਹਦੀ ਗੋਲੀ ਵੱਜੀ ਆ ਦੂਸਰੀ ਦੇ ਅਮਰਜੋਤ ਦੇ, ਉਹੀ ਤਾਂ ਲੱਤ ਜੇ ਕਾਰ ਦੇ ਵਿੱਚ ਹੀ ਸੀਗੀ। ਤਾਂ ਦੂਸਰੇ ਦਿਨ ਜਦੋਂ ਅਸੀਂ ਮਤਲਬ ਫੁੱਲ ਚੁਗਣ ਜਾਣਾ ਸੀਗਾ ਤਾਂ ਮੈਨੂੰ ਪਿੰਡ ਵਾਲਿਆਂ ਨੇ ਤੇ ਉਹਨਾਂ ਦੇ ਘਰਦਿਆਂ ਨੇ ਦੱਸਿਆ ਵੀ ਇੱਥੇ ਸਿੰਘ ਆਏ ਸੀਗੇ। ਉਹ ਉੱਥੇ ਦੁਗਰੀ ਜਿੱਥੇ ਦਾ ਸੰਸਕਾਰ ਹੋਇਆ, ਉਹ ਕਹਿੰਦੇ ਸੀ ਵੀ ਸਾਨੂੰ ਤੁਸੀਂ ਦੱਸੋ ਵੀ ਇਹ ਕਿਹਨਾਂ ਨੇ ਕਾਰਾ ਕੀਤਾ, ਵੀ ਅਸੀਂ ਉਸ ਫੈਮਿਲੀ ਰੋੜ ਦਾਂਗੇ ਉਹਨਾਂ ਦੀ। ਠੀਕ ਹੈ, ਚਲੋ ਉੱਥੇ ਮੈਂ ਚਮਕੀਲੇ ਨੂੰ ਬਿਠਾਤਾ ਤੇ ਮੈਂ 42 ਨੰਬਰ ਕਮਰੇ ਵਿੱਚ ਦੇਖਣ ਵਾਸਤੇ। ਤੁਸੀਂ ਇਕੱਲੇ ਚਲੇ ਗਏ ਪਹਿਲਾਂ? ਹਾਂਜੀ ਇਕੱਲਾ ਗਿਆ। ਕੀ ਮਾਹੌਲ ਸੀ ਕਮਰੇ ਦਾ? ਪਾਠ ਕਰ ਰਹੇ ਸੀ, ਬਾਬੇ ਬੈਠੇ, ਸਮਾਧੀਆਂ ਲੱਗੀਆਂ ਹੋਈਆਂ ਸੀ। ਅੱਛਾ, ਪਾਠ ਕਰ ਰਹੇ ਸੀ। ਜਾੜੇ ਪ੍ਰਕਾਸ਼ ਹੈ ਪੂਰੇ? ਹਾਂਜੀ। ਇਹ ਹਥਿਆਰ ਵੀ ਸੀ? ਹਥਿਆਰ ਸੀਗੇ ਹਾਂ, AK-47 AK-56 ਸਭ ਕੁਝ ਸੀਗਾ ਇਹਨਾਂ ਦੇ ਕੋਲ। ਮੈਂ ਕਿਹਾ ਵੀ ਆਪਾਂ ਬੰਦਾ ਮਾਰਨਾ ਨਹੀਂ ਹੈਗਾ, ਵੀ ਬੰਦਾ ਬਹੁਤ ਵਧੀਆ, ਠੀਕ ਆ, ਵੀ ਉਹਨੂੰ ਗਾਂ ਤੋਂ ਨਹੀਂ ਅਜੇ ਗਾਊਗਾ। ਉੱਥੇ ਜਦੋਂ ਇਹਨੇ ਪੈਰ ਧੋਤੇ, ਇਹਨੇ ਮੇਰੇ ਮੋਢੇ 'ਤੇ ਹੱਥ ਰੱਖਿਆ ਤਾਂ ਰੋਂਦਾ ਸੀਗਾ, ਕੰਬਦਾ ਨਹੀਂ ਸੀਗਾ। ਮੈਂ ਵੀ ਤੂੰ ਚਮਕੀਲੇ ਕੀ ਗੱਲ, ਤੈਨੂੰ ਮੇਰੇ 'ਤੇ ਭੁੱਸਣ ਨੂੰ? ਇੱਕ ਆਪਾਂ ਉਹਦੇ ਸਿੱਖਾਂ ਦਾ ਮੱਕਾ ਜਿੱਥੇ ਆਏ ਨੇ, ਤਾਂ ਬਾਕੀ ਸਾਰੇ ਬਾਬੇ ਬੈਠੇ ਸੀ। ਬਾਬਾ ਬਸਨ ਸਿੰਘ ਜਫਰਵਾਲ ਖੜੇ ਸੀਗੇ। ਅੱਛਾ, ਬਾਬਾ ਬਸਨ ਸਿੰਘ ਜਫਰਵਾਲ ਵੀ 6 ਫੁੱਟ 2 ਇੰਚ ਲੰਬੇ ਨੇ, ਹੈਗੇ ਨੇ ਅਜੇ ਉਹ। ਤੇ ਉਹਨੂੰ ਚਮਕੀਲੇ ਨੂੰ ਜੱਫੀ 'ਚ ਲੈ ਲਿਆ। ਮੈਂ ਕਿਹਾ ਜੀ ਤਾਂ ਚਲੋ ਮੈਂ ਦੱਸਿਆ ਵੀ ਆਹ ਜੀ ਅਮਰ ਸਿੰਘ ਜੀ ਜੱਫੀ। ਉਹ ਕਹਿੰਦਾ ਪੰਜਾਬ ਦੇ ਬੱਬਰ ਸ਼ੇਰ ਗਾਇਕਾ, ਉਹਦੇ ਬੱਬਰ ਸ਼ੇਰ ਕਹਿਣ ਵਾਸਤੇ ਅੱਜ ਕੱਲ੍ਹ ਹੁਣ ਮੈਂ ਵੀ ਬੱਬਰ ਸ਼ੇਰ ਕਹਿਣਾ, ਸਿਰਫ ਉਹਨੇ ਪਹਿਲੀ ਵਾਰ ਕਿਹਾ। ਕਹਿੰਦਾ ਇਹ ਆਪਦੀ ਆਵਾਜ਼ ਨੂੰ ਕਹਿੰਦਾ ਵਧੀਆ ਪਾਸੇ ਵਰਤ, ਐਡੀ ਆਵਾਜ਼ ਦਿੱਤੀ ਆ ਤੈਨੂੰ, ਐਡੀ ਕਲਮ ਦਿੱਤੀ ਆ, ਇਹਨੂੰ ਚੰਗੇ ਪਾਸੇ ਲਾ। ਇਹ ਸੱਚ ਹੈ ਬਿਲਕੁਲ ਕਿ ਇਹੀ ਸ਼ਬਦ ਸੀ? ਇਹੀ ਸ਼ਬਦ ਸੀ ਜੋ ਮੈਂ ਕਿਹਾ। ਮੈਂ ਕਿਹਾ ਬਾਬਾ ਜੀ ਇੱਕ ਬੇਨਤੀ ਹੈ ਵੀ ਦੇਖੋ ਤੁਸੀਂ ਇਸ ਟਾਈਮ ਸਿੱਖ ਪੰਥ ਦੀ ਸਿਰਮੌਰ ਸ਼ਕਤੀ ਹੋ, ਤੁਹਾਡੇ ਇੱਕ ਇਸ਼ਾਰੇ 'ਤੇ ਜਿਹੜਾ ਪੰਥ ਕੁਛ ਵੀ ਕਰ ਸਕਦਾ ਹੈ ਜੀ। ਅਤੇ ਵੀ ਮੇਰੀ ਇੱਕ ਬੇਨਤੀ ਹੈ ਵੀ ਮੈਂ ਤੁਹਾਨੂੰ ਇਹ ਗਰੰਟੀ ਦਿੰਦਾ ਵੀ ਅੱਜ ਤੋਂ ਬਾਅਦ ਕੋਈ ਇਹੋ ਜਿਹਾ ਉਹ ਗੀਤ ਨਹੀਂ ਗਾਊਗਾ, ਪਰ ਉਹਨੂੰ ਕੋਈ ਜ਼ਿਆਦਾ ਨਾ ਘੂਰ ਦਿਓ ਵੀ ਉਹਦਾ ਦਿਲ ਬੜਾ ਛੋਟਾ। 5 ਮਿੰਟ ਬਾਅਦ ਫਿਰ ਉਹਨਾਂ ਨੇ ਆਪਣੀਆਂ ਅੱਖਾਂ ਖੋਲ੍ਹੀਆਂ, ਬਾਬਾ ਰੂਪ ਸਿੰਘ ਨੇ। ਉਹਨਾਂ ਨੇ ਕਹਿੰਦਾ ਅੱਛਾ ਇਹ ਅਮਰ ਸਿੰਘ ਚਮਕੀਲਾ। ਬਸ ਉਹਨਾਂ ਦੇ ਨਹੀਂ ਕਹਿਣ ਦੀ ਦੇਰ ਸੀ ਜੀ, ਮੁਸ਼ਕਿਲ ਖਾਂਦਾ ਉਹ ਤੈਨੂੰ ਕੁਛ ਨਹੀਂ ਕਹਿੰਦੇ, ਅਸੀਂ ਕੁਛ ਨਹੀਂ ਕਹਿੰਦੇ, ਸ਼ੇਰ ਆ ਤੂੰ, ਬੱਬਰ ਸ਼ੇਰ ਆ, ਤੈਨੂੰ ਬਸਨ ਸਿੰਘ ਜਫਰਵਾਲ ਨੇ ਬੱਬਰ ਸ਼ੇਰ ਆ, ਤੂੰ ਬੱਬਰ ਸ਼ੇਰ ਬਣ ਕੇ ਬੈਠ, ਕੋਈ ਗੱਲ ਨਹੀਂ, ਅਸੀਂ ਤੈਨੂੰ ਕੁਛ ਨਹੀਂ ਕਹਿੰਦੇ ਨਹੀਂ। ਕਹਿੰਦਾ ਜੇ ਤੇਰੇ ਕਰਮ ਨੇ ਜਿਹੜੇ ਤੂੰ ਕਰ, ਪਰ ਗੰਦਾ ਨਹੀਂ ਹੋਣਾ। ਉਹ ਕਹਿੰਦਾ ਨਹੀਂ ਬਾਬਾ ਜੀ ਤੇ ਮੈਂ ਗੰਦਾ ਤੌਬਾ ਕਰ ਲਈ ਉਹਨੇ? ਤੌਬਾ ਕਰ ਲਈ ਜੀ। ਕਹਿੰਦਾ ਪਰ ਇੱਕ ਹੁਣ ਤੂੰ ਆਇਆ ਵੀ ਆ ਇੱਥੇ, ਗੁਰੂ ਦੇ ਦੁਆਰੇ ਆਇਆ ਵੀ, ਹੁਣ ਤੂੰ ਇੱਕ ਆਪਣਾ ਜਿਹੜਾ ਰਿਕਾਰਡ ਆ ਉਹ ਧਾਰਮਿਕ ਗੀਤਾਂ ਦਾ ਕਰ ਵੀ, ਦੂਜੇ ਜਿਹੜੇ ਕਮਰਸ਼ੀਅਲ ਗੀਤ ਹੈ ਉਹਨਾਂ ਨਾਲੋਂ ਵੀ ਵੱਧ ਧਾਰਮਿਕ ਵੀ ਵਿਕੇ, ਕਿਉਂਕਿ ਧਾਰਮਿਕ ਗੁਰਦੁਆਰਿਆਂ ਵਾਲਿਆਂ ਨੇ ਵੀ ਖਰੀਦ ਲਏ।
ਸਾਰੇ ਲੋਕਾਂ ਨੇ। ਹਾਂ, ਉਹਨਾਂ ਲੋਕਾਂ ਨੇ ਵੀ ਖਰੀਦ ਲਏ ਜਿਹੜੇ ਲੋਕ ਚਮਕੀਲੇ ਨੂੰ ਨਹੀਂ ਸੁਣਨਾ ਚਾਹੁੰਦੇ ਸੀ। ਕਿਉਂ? ਤੇ ਕੱਲੇ ਕੱਲੇ ਗੁਰਦੁਆਰੇ 'ਚ ਵੱਜਣ ਲੱਗ ਗਿਆ। ਬਾਬਾ ਤੇਰਾ ਨਨਕਾਣਾ, ਜਿਹਦੇ ਵਿੱਚ ਮੇਰਾ ਗੀਤ ਸੀ ਸਾਤੋਂ ਬਾਬਾ ਖੋਲਿਆ ਤੇਰਾ ਨਨਕਾਣਾ। ਇਹ ਤਾਂ ਬਹੁਤ ਜ਼ਿਆਦਾ ਬਾਅਦ ਚੋਂ ਰੀਮਿਕਸ ਹੋ ਕੇ ਵੀ ਹੁਣ ਤੱਕ ਇਹ ਜਿਹੜੇ ਇਹ ਗੀਤ ਨੇ ਜਿਉਂਦੇ ਜੀ ਮੈਨੂੰ ਤੇ ਅਮਰ ਸਿੰਘ ਚਮਕੀਲੇ ਨੂੰ ਅਮਰ ਕੀਤਾ। ਤੇ ਲੋਕ ਕਹਿੰਦੇ ਨੇ ਅਮਰਜੋਤ ਪ੍ਰੈਗਨੈਂਟ ਦੀ ਐਟ ਦੀ ਟਾਈਮ ਆਫ ਡੈਥ, ਗਲਤ ਗੱਲ ਆ। 15 ਦਿਨ ਦਾ ਬੱਚਾ ਸੀ, ਹੋ ਚੁੱਕਿਆ ਸੀਗਾ ਬੱਚਾ, ਜਿੱਪੂ ਜੈਮ ਚਮਕੀਲੇ ਤੋਂ ਛੋਟਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ ਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਲੁਧਿਆਣਾ ਦੇ ਪਿੰਡ ਉਪਲਾ ਦੇ ਵਿੱਚ ਅਤੇ ਤੁਹਾਡੀ ਮੁਲਾਕਾਤ ਕਰਵਾਵਾਂਗੇ ਸਵਰਨ ਸਿਵਿਆ ਹੋਰਾਂ ਦੇ ਨਾਲ। ਸਵਰਨ ਸਿਵਿਆ ਗੀਤਕਾਰ ਨੇ ਅਤੇ ਖਾਸ ਕਰ ਅਮਰ ਸਿੰਘ ਚਮਕੀਲਾ ਹੋਰਾਂ ਦੇ ਬੇਹੱਦ ਕਰੀਬੀਆਂ ਦੇ ਵਿੱਚੋਂ ਇੱਕ ਨੇ ਤੇ ਬਹੁਤ ਸਾਰੇ ਪੰਜਾਬੀ ਦੇ ਗਾਇਕ ਅਜਿਹੇ ਨੇ ਜਿਹੜੇ ਸਵਰਨ ਸਿਵਿਆ ਹੋਰਾਂ ਦੀ ਲਿਖੇ ਗੀਤ ਗਾ ਕੇ ਹਿੱਟ ਹੋਏ। ਅਤੇ ਅੱਜ ਸਾਡੇ ਨਾਲ ਨੇ ਸਵਰਨ ਸਿਵਿਆ ਜੀ। ਸਵਾਗਤ ਹੈ ਤੁਹਾਡਾ ਡੇਲੀ ਪੋਸਟ ਤੇ। ਡੇਲੀ ਪੋਸਟ ਨੂੰ ਮੇਰੇ ਵੱਲੋਂ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਤਿ ਸ੍ਰੀ ਅਕਾਲ, ਸ਼ਬ ਖੈਰ, ਅਸਲਾਮ ਅਲੈਕਮ, ਗੁੱਡ ਮਾਰਨਿੰਗ। ਸਿਵਿਆ ਸਾਹਿਬ, ਜਦੋਂ ਵੀ ਸਵਰਨ ਸਿਵਿਆ ਦਾ ਨਾਮ ਆਉਂਦਾ ਹੈ ਤਾਂ ਨਾਲ ਹੀ ਅਮਰ ਸਿੰਘ ਚਮਕੀਲੇ ਦਾ ਨਾਮ ਵੀ ਨਾਲ ਹੀ ਜੁੜ ਜਾਂਦਾ ਹੈ। ਜੀ ਜੀ ਜੀ। ਕਿਉਂਕਿ ਜਿਹੜੀ ਤੁਹਾਡੀ ਬੌਂਡਿੰਗ ਸੀਗੀ ਆਪਸ ਦੇ ਵਿੱਚ, ਭਾਵੇਂ ਉਹ ਥੋੜੇ ਸਮਾਂ ਰਹੀ, ਹਾਂਜੀ, ਪਰ ਬਹੁਤ ਜ਼ਿਆਦਾ ਨੇੜਤਾ ਸੀਗੀ। ਹਾਂਜੀ ਹਾਂਜੀ। ਨੇੜਤਾ ਦਾ ਸਭ ਤੋਂ ਪਹਿਲਾਂ ਤਾਂ ਕਾਰਨ ਕੀ ਸੀਗਾ ਕਿ ਇੰਨੀ ਗੂੜੀ ਸਾਂਝ ਪੈ ਕਿਵੇਂ ਗਈ? ਦਰਅਸਲ ਅਮਰ ਸਿੰਘ ਚਮਕੀਲੇ ਨੂੰ ਮਿਲਣ ਦਾ ਇੱਕ ਸਬੱਬ ਸੀ ਜੀ। ਉਹ ਇੱਕ ਮੇਰੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਸੀ ਜੋ ਅਕਾਲ ਪੁਰਖ ਨੇ ਲਿਖਿਆ ਹੋਇਆ ਸੀ। ਇਹਦੇ ਵਿੱਚ ਨਾ ਕੋਈ ਮੇਰੀ ਆਪਣੀ ਸਟਰਗਲ ਸੀ, ਨਾ ਹੀ ਚਮਕੀਲੇ ਦੀ ਮੇਰੇ ਵੱਲ ਆਉਣ ਦੀ ਕੋਈ ਚਾਹਨਾ ਸੀਗੀ। ਮਤਲਬ ਤੁਸੀਂ ਮਿੱਥ ਕੇ ਨਹੀਂ? ਨਾ ਜੀ, ਨਾ। ਦਰਅਸਲ ਗੱਲ ਇਹ ਸੀ ਵੀ ਮੈਂ 1986 ਦੇ ਵਿੱਚ ਜੀ 1985-86 ਦੇ ਵਿੱਚ ਮੈਂ ਬਤੌਰ ਸਟੈਨੋਗ੍ਰਾਫਰ ਇਨਕਮ ਟੈਕਸ ਆਫਿਸ ਸੰਗਰੂਰ ਦੇ ਵਿੱਚ ਜੌਬ ਕਰਦਾ ਸੀ ਜੀ। ਉੱਥੇ ਦੇ ਇੱਕ ਮਿਊਜ਼ਿਕ ਟੀਚਰ ਸੀ ਸ਼੍ਰੀ ਅਸ਼ੋਕ ਕੁਮਾਰ। ਜਿੱਥੇ ਮੈਂ ਰਹਿੰਦਾ ਸੀ, ਪ੍ਰੇਮ ਬਸਤੀ ਦੇ ਵਿੱਚ ਮੈਂ ਰਹਿੰਦਾ ਸੀ, ਉੱਥੇ ਉਹ ਮੈਨੂੰ ਗੁਰਦੁਆਰਾ ਸਾਹਿਬ ਜਾਂਦੇ ਆਉਂਦੇ ਰਸਤੇ 'ਚ ਮਿਲਦੇ ਸੀ। ਉਹਨਾਂ ਨੂੰ ਪਤਾ ਸੀ ਵੀ ਮੁੰਡਾ ਡੇਲੀ ਅਪ ਡਾਊਨ ਕਰਦਾ ਹੈ ਲੁਧਿਆਣੇ। ਅੱਛਾ ਜੀ। ਉਹਨਾਂ ਨੇ ਮੈਨੂੰ ਇੱਕ ਲੈਟਰ ਦਿੱਤੀ। ਉਹ ਕਹਿੰਦੇ ਵੀ ਤੁਸੀਂ ਇਹ ਲੈਟਰ ਸੁਰਿੰਦਰ ਸ਼ਿੰਦਾ ਜੀ ਦੇ ਆਫਿਸ ਦੇ ਵਿੱਚ ਦੇ ਦਿਓ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਕਿਉਂਕਿ ਸੁਰਿੰਦਰ ਸ਼ਿੰਦਾ ਜੀ ਦਾ ਦਫ਼ਤਰ ਜਨਰਲ ਬੱਸ ਸਟੈਂਡ ਲੁਧਿਆਣਾ ਦੇ ਬਿਲਕੁਲ ਸਾਹਮਣੇ ਸੀ। ਠੀਕ ਹੈ। ਮੈਂ ਉੱਥੋਂ ਬੱਸ ਚੜ੍ਹਦੇ ਸੀ? ਹਾਂ, ਮੈਂ ਉੱਥੋਂ ਬੱਸ ਚੜ੍ਹਦਾ ਹੁੰਦਾ ਸੀ ਪਿੰਡ ਵਾਸਤੇ। ਮੈਂ ਜੀ ਉਹ ਲੈਟਰ ਲੈ ਕੇ ਸੁਰਿੰਦਰ ਸ਼ਿੰਦਾ ਜੀ ਦੇ ਉੱਪਰ ਚਵਾਰੇ ਦੇ ਵਿੱਚ ਉਹਨਾਂ ਦੇ ਜਿਹੜੇ ਸੀਗੇ ਉਦੋਂ ਬੁਕਿੰਗ ਕਲਰਕ ਸੇਵਾ ਸਿੰਘ ਨੌਰਥ, ਜਿਹੜੇ ਇੱਕ ਵਧੀਆ ਗੀਤਕਾਰ ਨੇ, ਉਹਨਾਂ ਨੂੰ ਮੈਂ ਲੈਟਰ ਫੜਾ ਕੇ ਥੱਲੇ ਉਤਰ ਰਿਹਾ ਸੀ। ਜਦੋਂ ਥੱਲੇ ਉਤਰ ਕੇ ਪੌੜੀਆਂ ਉਤਰ ਕੇ ਮੈਂ ਅਮਰ ਸਿੰਘ ਚਮਕੀਲਾ ਜੀ ਦੇ ਦਫ਼ਤਰ ਦੇ ਸਾਹਮਣੇ ਲੰਘਿਆ ਤਾਂ ਅਮਰ ਸਿੰਘ ਚਮਕੀਲਾ ਜੀ ਦੀ ਮੇਰੇ ਉੱਤੇ ਨਜ਼ਰ ਪੈ ਗਈ, ਕਿਉਂਕਿ ਮੇਰੇ ਖੁੱਲ੍ਹਾ ਦਾੜਾ ਹੁੰਦਾ ਸੀਗਾ ਉਦੋਂ ਜੀ। ਤੇ ਉਹਨਾਂ ਦੇ ਪਤਾ ਨਹੀਂ ਕੀ ਮਨ ਦੇ ਵਿੱਚ ਖਿਆਲ ਆਇਆ, ਉਹਨਾਂ ਨੇ ਉਹਨਾਂ ਦਾ ਜਿਹੜਾ ਸ਼ਾਗਿਰਦ ਸੀ ਕਿੱਕਰ ਡਾਲੇ ਵਾਲਾ ਜੀ, ਉਹਨੂੰ ਮੇਰੇ ਮਗਰ ਭੇਜਤਾ ਵੀ ਉਹ ਗਿਆਨੀ ਜੀ ਉਹਨਾਂ ਨੂੰ ਬੁਲਾ ਕੇ ਲੈ ਕੇ ਆਓ। ਮੈਂ ਜਦ ਨੂੰ ਜਿਹੜੀ ਬੱਸ ਸਟੈਂਡ ਦੀ ਅੱਡਾ ਕਾਊਂਟਰ ਫੀਸ ਦੀ ਆਊਟਰ ਸੀ ਜਿਹੜਾ, ਉੱਥੇ ਮੈਂ ਜਾ ਕੇ ਖੜਾ ਸੀਗਾ। ਉਹ ਬੰਦੇ ਨੇ ਕਿੱਕਰ ਡਾਲੇ ਵਾਲੇ ਨੇ ਆ ਕੇ ਮੇਰੇ ਪੈਰੀਂ ਹੱਥ ਲਾਇਆ। ਮੇਰੇ ਪੈਰੀਂ ਹੱਥ ਲਾ ਕੇ ਮੈਨੂੰ ਚੰਬਾ ਜਿਹਾ ਲੱਗਿਆ। ਮੈਂ ਕਿਹਾ ਬੰਦਾ ਇਸ ਤਰ੍ਹਾਂ ਕਿਉਂ ਹਰਕਤਾਂ ਕਰ ਰਿਹਾ? ਤੁਸੀਂ ਜਾਣਦੇ ਨਹੀਂ ਸੀ। ਕਹਿੰਦਾ ਵੀ ਤੁਹਾਨੂੰ ਭਾਜੀ ਅਮਰ ਸਿੰਘ ਚਮਕੀਲਾ ਬੁਲਾ ਰਹੇ ਨੇ। ਮੈਂ ਕਿਹਾ ਯਾਰ ਅਮਰ ਸਿੰਘ ਚਮਕੀਲਾ ਤਾਂ ਸੁਣਿਆ, ਪਰ ਭਾਜੀ ਕਿਦੋਂ ਤੋਂ ਹੋ ਗਿਆ ਉਹ? ਮੈਂ ਕਿਹਾ ਉਹ ਇੰਨੀ ਮੇਰੀ ਗੱਲ ਕਹਿਣ ਦੀ ਸੀ, ਉਹ ਬੰਦਾ ਡਰ ਗਿਆ। ਉਹਨੇ ਕੋਈ ਗੱਲ ਨਹੀਂ ਦੀ, ਉਹ ਮੈਨੂੰ ਹੱਥ ਜੋੜ ਕੇ ਉਹ ਵਾਪਸ ਅਮਰ ਸਿੰਘ ਚਮਕੀਲੇ ਦੇ ਦਫ਼ਤਰ ਚਲੇ ਗਿਆ। ਕੋਈ ਹਾਰਡਲੀ 50 ਕਦਮ ਦਾ ਡਿਸਟੈਂਸ ਸੀ ਉੱਥੋਂ, ਨੇੜੇ ਸੀ। ਹਾਂਜੀ। ਫਿਰ ਅਮਰ ਸਿੰਘ ਚਮਕੀਲਾ ਆਪ ਬਾਹਰ ਆ ਗਿਆ। ਉਹਨੇ ਦੇਖਿਆ ਵੀ ਜਿਹੜਾ ਬੰਦਾ ਇੰਨੀ ਗਰਮੀ ਨਾਲ ਬੋਲ ਰਿਹਾ ਤਾਂ ਕੋਈ ਨਾ ਕੋਈ ਗੱਲ ਜ਼ਰੂਰ ਆ। ਅੱਛਾ ਜੀ। ਉਹ ਜਦੋਂ ਆਇਆ ਅਮਰ ਸਿੰਘ ਚਮਕੀਲਾ ਮੈਨੂੰ ਮਿਲਣ ਵਾਸਤੇ, ਮੈਂ ਸਾਹਮਣੇ ਤੋਂ ਦੇਖ ਰਿਹਾ ਕਿਉਂਕਿ ਮੈਂ ਅਮਰ ਸਿੰਘ ਚਮਕੀਲੇ ਨੂੰ ਪਹਿਚਾਣਦਾ ਤਾਂ ਹੈ ਨਹੀਂ ਸੀ। ਅੱਛਾ, ਤੁਸੀਂ ਪਹਿਲਾਂ ਨਹੀਂ ਸੀ ਜਾਣਦੇ? ਬਹੁਤ ਪਹਿਚਾਣਦਾ ਨਹੀਂ ਸੀ। ਨਾਮ ਪਤਾ ਸੀਗਾ? ਨਾਮ ਪਤਾ ਸੀ, ਪਰ ਉੱਦਾਂ ਪਤਾ ਸੀ ਵੀ ਜਿਹੜੀਆਂ ਰਿਕਾਰਡਾਂ ਦੀ ਫੋਟੋਆਂ ਦੇਖੀਆਂ ਸੀ ਵੀ ਤੁਰਲੇ ਵਾਲਾ ਪੱਗ ਛੱਡ ਮੇਰਾ ਚੌਕੜ ਤੇ ਚੱਲਦੇ ਜਿੱਦਾਂ ਦੇਖਿਆ ਸੀ। ਪਰ ਉਦੋਂ ਜਦੋਂ ਅਮਰ ਸਿੰਘ ਚਮਕੀਲਾ ਮੈਨੂੰ ਮਿਲਣ ਵਾਸਤੇ ਆਇਆ ਸੀ ਤਾਂ ਉਹਦੇ ਜਿਹੜੀ ਮੂੰਗੀਆ ਕਲਰ ਦੀ ਕਟਰਾਈ ਦੀ ਪੈਂਟ ਪਹਿਨੀ ਹੋਈ ਸੀ ਤੇ ਲਾਈਟ ਗ੍ਰੀਨ ਕਲਰ ਦੀ ਉਹਨੇ ਸ਼ਰਟ ਪਾਈ ਸੀ, ਕਾਲੀਆਂ ਰੇਵਨ ਦੀਆਂ ਐਨਕਾਂ ਲੱਗੀਆਂ ਸੀ। ਹੁਣ 6 ਫੁੱਟ ਲੰਬਾ ਸੀ, ਅਮਿਤਾਭ ਬੱਚਨ ਵਰਗਾ ਲੱਗਦਾ ਸੀ ਆਉਂਦਾ ਦੇਖਣ ਨੂੰ। ਮੈਨੂੰ ਐ ਸੀ, ਮੈਂ ਕਿਹਾ ਵੀ ਐਕਟਰ ਜਿਹਾ ਇੱਧਰ ਬੱਸ ਚੜ੍ਹਨ ਵਾਸਤੇ ਆ ਰਿਹਾ, ਐਡਾ ਜਿਹਾ ਹਾਈ ਫਾਈ ਬੰਦਾ। ਵੈਸੇ ਹੀ
ਉਦੋਂ ਤੱਕ ਇਹ ਨਹੀਂ ਸੀ ਪਤਾ ਵੀ ਮੇਰੇ ਕੋਲ ਨੂੰ ਆ ਰਿਹਾ ਹੋ। ਅੱਛਾ, ਇਹ ਵੀ ਨਹੀਂ ਸੀ ਪਤਾ ਵੀ ਚਮਕੀਲਾ, ਇਹ ਵੀ ਨਹੀਂ ਸੀ ਪਤਾ ਵੀ ਚਮਕੀਲਾ ਆ ਕੇ ਉਹਨੇ ਵੀ ਮੇਰੇ ਪੈਰੀਂ ਹੱਥ ਲਾਉਣ ਦੀ ਕੋਸ਼ਿਸ਼ ਕੀਤੀ। ਅੱਛਾ, ਮੈਂ ਕਿਹਾ ਭਾਈ ਸਾਹਿਬ, ਮੈਂ ਕਿਹਾ ਤੁਹਾਨੂੰ ਕੋਈ ਗਲਤ ਫਹਿਮੀ ਹੋਈ ਹੈ, ਮੇਰੇ ਬਾਰੇ ਵੀ ਪਹਿਲਾਂ ਵੀ ਇੱਕ ਬੰਦਾ ਆ ਕੇ ਗਿਆ, ਕਹਿੰਦਾ ਵੀ ਦਾਸ ਨੂੰ ਅਮਰ ਸਿੰਘ ਚਮਕੀਲਾ ਕਹਿੰਦੇ ਨੇ, ਬਈ ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਮੈਂ ਉਸੇ ਟਾਈਮ ਮੈਂ ਕਿਹਾ ਵੀ ਤੂੰ ਬੰਦਾ ਕਿਹੜੀ ਗੁਰੂਰ ਦਾ ਬਣਿਆ ਹੈ, ਐਡਾ ਸਟਾਰ ਬੰਦਾ ਤੇਰੇ ਪੈਰੀਂ ਹੱਥ ਲਾਉਣ ਲੱਗਿਆ, ਵੀ ਤੂੰ ਕਿਹੜੀ ਗੁਰੂਰ 'ਚ ਬੋਲ ਰਿਹਾ। ਮੇਰਾ ਜਿਹੜਾ ਉਦੋਂ ਜਿਹੜੀ ਈਗੋ ਸੀ, ਸਮਝ ਲਓ ਇੱਕ ਤਰ੍ਹਾਂ ਹੰਕਾਰ ਹੀ, ਸਮਝ ਲਓ ਜਿਹੜਾ ਫੋਕਾ ਹੰਕਾਰ ਸੀ, ਉਸੇ ਟਾਈਮ ਢਹਿ ਹੋ ਗਿਆ ਉਹਦੀ ਨਿਮਰਤਾ ਦੇਖ ਕੇ। ਉਦੋਂ ਤੱਕ ਛਵੀ ਹੋਰ ਸੀਗੀ ਤੁਹਾਡੇ ਮਨ 'ਚ, ਉਸੇ ਟਾਈਮ ਰਿਵਰਸ ਹੋ ਗਈ। ਠੀਕ ਹੈ, ਮੇਰੇ ਸਾਹਮਣੇ ਕੋਈ ਹੀਰੋ ਵਾਲਾ ਇੱਕ ਪਵਿੱਤਰ ਆਤਮਾ ਬਣ ਗਈ ਉਸੇ ਟਾਈਮ। ਉਹ ਫਿਰ ਮੈਨੂੰ ਆਪਣੇ ਆਫਿਸ ਦੇ ਵਿੱਚ ਲੈ ਗਿਆ। ਜਦੋਂ ਆਫਿਸ ਦੇ ਵਿੱਚ ਲੈ ਕੇ ਗਿਆ ਤਾਂ ਆਫਿਸ ਦੇ ਵਿੱਚ ਕੋਈ 15-16 ਦੇ ਕਰੀਬ ਬੰਦੇ ਬੈਠੇ ਸੀ। ਅੱਛਾ ਜੀ। ਉਹ ਸਾਰਿਆਂ ਨੂੰ ਕਹਿੰਦਾ ਵੀ ਤੁਸੀਂ ਪਲੀਜ਼ ਬਾਹਰ ਜਾਓ। ਉਦੋਂ ਜਦ ਗਿਆ ਵੀ, ਜਦੋਂ ਤੋਂ ਨਾਲ ਲੈ ਗਿਆ ਨਾ, ਉਹਨੇ ਮੇਰੀ ਐਂਟਰੀ ਵੀ ਬੜੀ ਨਿਮਰਤਾ ਨਾਲ ਅੰਦਰ ਕਰਾਈ, ਐਂ ਕਰਕੇ ਹੱਥ ਬੜੀ ਨਿਮਰਤਾ ਨਾਲ ਝੁੱਕ ਕੇ, ਤੇ ਉਹ ਬੰਦੇ ਉਹਨੇ ਬਾਹਰ ਕੱਢਤੇ। ਕਹਿੰਦਾ ਜੀ ਵੀ ਮੈਂ ਤਾਂ ਤੁਹਾਡੇ ਨਾਲ ਸਿਰਫ ਇੰਨੀ ਕੁ ਹੀ ਗੱਲ ਕਰਨੀ ਆ ਬਈ ਮੈਨੂੰ ਨਾ ਤਿੰਨ ਥ੍ਰੈਟ ਲੈਟਰਸ ਆਈਆਂ ਹੋਈਆਂ ਨੇ, ਧਮਕੀ ਪੱਤਰ। ਵੀ ਮੈਂ, ਤੁਸੀਂ ਪੜ੍ਹੇ ਲਿਖੇ ਹੋ, ਗੁਰਸਿੱਖ ਬੰਦੇ ਲੱਗ ਰਹੇ ਹੋ ਮੈਨੂੰ ਦੇਖਣ ਨੂੰ, ਵੀ ਮੈਂ ਦੇਖਣਾ ਚਾਹੁੰਦਾ ਵੀ ਵਾਕਿਆ ਹੀ ਮੈਨੂੰ ਉਹ ਖਾੜਕੂ ਜਥੇਬੰਦੀਆਂ ਨੇ ਲੈਟਰਸ ਪਾਏ ਹੋਏ ਨੇ ਜਾਂ ਮੇਰੇ ਜਿਹੜੇ ਕੰਪੀਟੀਟਰਸ ਨੇ ਇਹਨਾਂ ਨੇ ਮੇਰੇ ਨਾਲ ਫਰਾਡ ਕੀਤਾ, ਸਿਰਫ ਇੰਨੀ ਗੱਲ ਆ। ਕੰਪੀਟੀਟਰ ਨਾਲ ਵਾਲੇ ਗਾਇਕ? ਹਾਂ, ਨਾਲ ਵਾਲੇ ਗਾਇਕ ਜਿਹੜੇ ਦੂਸਰੇ ਸਿੰਗਰ ਸੀਗੇ। ਤੇ ਉਹ ਮੈਂ ਕਿਹਾ ਵੀ ਕੋਈ ਨਾ ਦਿਖਾਓ ਤੁਸੀਂ ਮੈਨੂੰ ਵੀ ਲੈਟਰ। ਜਦੋਂ ਮੈਂ ਕਿਹਾ ਦਿਖਾਓ ਲੈਟਰ, ਉਹ ਹੋਰ ਡਰ ਗਿਆ ਵੀ ਜਿਹੜਾ ਬੰਦਾ ਇਸੇ ਟਾਈਮ ਕਹਿ ਰਿਹਾ ਵੀ ਉਹ ਲੈਟਰ, ਇਹਦਾ ਮਤਲਬ ਕੋਈ ਨਾ ਕੋਈ ਸ਼ੈ ਆ ਇਹ। ਤੇ ਮੈਨੂੰ ਪਤਾ ਲੱਗਾ ਵੀ ਹੁਣ ਚਮਕੀਲਾ ਡਰ ਗਿਆ। ਮੈਂ ਕਿਹਾ ਤੁਸੀਂ ਘਬਰਾਓ ਨਾ, ਤੁਸੀਂ ਦਿਖਾਓ, ਜੇ ਲੈਟਰ ਨੇ ਹੋਣਗੇ, ਜੇ ਖਾੜਕੂਆਂ ਦੇ ਵੀ ਹੋਣਗੇ, ਆਪਾਂ ਉਹਨਾਂ ਦਾ ਵੀ ਕੋਈ ਸੋਲੂਸ਼ਨ ਲੱਭ ਲਾਂਗੇ, ਪਰ ਤੂੰ ਡਰਨਾ ਭਰਾਵਾ, ਤੂੰ ਡਰ ਗਿਆ। ਅੱਛਾ। ਕਹਿੰਦਾ ਹਾਂਜੀ ਮੈਨੂੰ ਡਰ ਬਹੁਤ ਲੱਗਦਾ। ਕਹਿੰਦਾ ਜੀ ਉਹ ਲੈਟਰ ਇੱਥੇ ਨਹੀਂ ਪਏ ਹੈਗੇ, ਉਹ ਮੇਰੀ ਰੈਜ਼ੀਡੈਂਸ ਤੇ ਜਮਾਲਪੁਰ ਪਏ ਨੇ। ਜੰਮਪਲ ਅਮਰ ਸਿੰਘ ਚਮਕੀਲਾ ਦੁਗਰੀ ਦਾ ਹੈ, ਪਰ ਲੇਕਿਨ ਜਦੋਂ ਐਸਟੈਬਲਿਸ਼ ਸਿੰਗਰ ਬਣ ਗਿਆ ਸੀ, ਇਹਨੇ ਆਪਣੀ ਰਿਹਾਇਸ਼ ਜਮਾਲਪੁਰ ਕੋਠੀ ਪਾ ਲਈ ਸੀ, ਵਧੀਆ ਕੋਠੀ। ਠੀਕ ਹੈ ਜੀ। ਮੈਂ ਕਿਹਾ ਭਰਾਵਾ ਗੱਲ ਹੈਗੀ ਇਹ ਵੀ 5:10 ਤੇ ਮੇਰੀ ਲਾਸਟ ਬੱਸ ਜਾਣੀ ਹੈ ਇੱਥੋਂ, ਵੀ ਤੂੰ ਇਦਾਂ ਕਰੀ ਆਪਣੇ ਲੈਟਰਸ ਕੱਲ੍ਹ ਨੂੰ ਆਪਣੇ ਆਫਿਸ ਦੇ ਵਿੱਚ ਲਿਆਈ, ਜੇ ਤੇਰਾ ਹਾਂ ਵੀ ਜੇ ਤੇਰਾ ਪ੍ਰੋਗਰਾਮ ਵੀ ਹੋਇਆ, ਤੂੰ ਆਪਣੇ ਬੁਕਿੰਗ ਕਲਰਕ ਨੂੰ ਫੜਾ ਜੀ ਲੈਟਰਸ, ਮੈਂ ਉਹਨੂੰ ਦੇਖ ਕੇ ਲਿਖ ਕੇ ਕਾਗਜ਼ ਬੰਦ ਕਰਕੇ ਲੱਗ ਦੂੰਗਾ, ਉਹਨੂੰ ਵੀ ਨਹੀਂ ਪਤਾ ਲੱਗੂ ਵੀ ਮੈਂ ਕੀ ਲਿਖ ਕੇ ਰਿਹਾ। ਤੁਹਾਨੂੰ ਕਿਉਂ ਲੱਗਦਾ ਸੀਗਾ ਕਿ ਤੁਸੀਂ ਪਛਾਣ ਲਓਗੇ ਵੀ ਵਾਕਈ ਸਹੀ ਨੇ ਜਾਂ ਗਲਤ ਨੇ ਲੈਟਰ? ਮੈਨੂੰ ਐ ਸੀ ਵੀ ਜਿਹੜਾ ਰਛਪਾਲ ਸਿੰਘ ਛੰਦਣਾ ਸੀਗਾ, ਸਾਡੇ ਜਿੱਥੇ ਮੈਂ ਪੜ੍ਹਿਆ ਸਰਦਾਰ ਬਹਾਦਰ ਸਰਦਾਰ ਕਰਤਾਰ ਸਿੰਘ ਹਾਈ ਸਕੂਲ ਕਟਾਣੀ ਕਲਾਂ, ਜਿੱਥੇ ਮੈਂ ਪੜ੍ਹਿਆ ਉੱਥੇ ਵੀ ਉਹ ਪੜ੍ਹਦੇ ਰਹੇ ਸੀ, ਉਹ ਮੈਨੂੰ ਜਾਣਦੇ ਸੀਗੇ। ਠੀਕ ਹੈ। ਤਕਰੀਬਨ ਆਉਣੀ ਜਾਣੀ ਸੀਗੀ, ਰਾਤ ਨੂੰ ਮੇਲ ਹੋ ਜਾਂਦੇ ਸੀ, ਰਸਤੇ ਵਿੱਚ ਸਕੂਟਰ ਤੇ ਮੇਲ ਹੋ ਜਾਂਦੇ ਸੀ ਕਈ ਵਾਰ। ਮੈਂ ਕਹਿੰਦੀ ਮੈਂ ਉਹ ਤੋਂ ਕਨਫਰਮ ਕਰਵਾ ਲੂੰਗਾ। ਠੀਕ ਹੈ, ਡੇਲੀ ਮੇਲ ਦੇਖ ਲਵਾਂ ਮੈਂ। ਹੈ ਇੱਕ ਵਾਰ ਦੇਖ ਲਵਾਂ ਲੈਟਰ? ਹਾਂ, ਮੈਂ ਕਿਹਾ ਇੱਕ ਵਾਰ ਦੇਖ ਲਵਾਂ ਵੀ ਉਹਨੂੰ ਦਿਖਾਊਂਗਾ ਮੈਂ, ਉਹ ਤੇ ਹੋਰ ਮੈਨੂੰ ਕੀ ਪਤਾ ਸੀਗਾ। ਠੀਕ ਹੈ। ਮੈਂ ਤਾਂ ਉਹਨਾਂ ਰਛਪਾਲ ਸਿੰਘ ਛੰਦਣਾ ਉਹਨਾਂ ਨੂੰ ਦਿਖਾਉਣੇ ਸੀ। ਤੇ ਉਹ ਕਹਿੰਦਾ ਜੀ ਨਹੀਂ ਵੀ ਤੁਸੀਂ, ਮੈਂ ਤੁਹਾਨੂੰ ਆਪਣੀ ਗੱਡੀ ਦੇ ਵਿੱਚ ਤੁਹਾਡੇ ਪਿੰਡ ਛੱਡ ਆਊਂਗਾ, ਵੀ ਤੁਸੀਂ ਹੁਣੇ ਪਲੀਜ਼ ਲੈਟਰਸ ਦੇਖ ਲਓ, ਵੀ ਅੱਜੇ ਪਾਰ ਨਤਾਰਾ ਕਰ ਦਿਓ ਵੀ ਲੈਟਰ ਨਾ। ਹਾਂ, ਉਹਨੂੰ ਰਾਤ ਨੂੰ ਔਖੀ ਜਾਣੀ ਸੀ, ਮਨ ਟੈਨਸ਼ਨ ਸੀ। ਚਲੋ ਜੀ, ਮੈਂ ਕਹਿੰਦਾ ਤੁਹਾਨੂੰ ਮੈਂ ਆਪਣੀ ਗੱਡੀ ਦੇ ਵਿੱਚ ਪਿੰਡ ਛੱਡਿਆ। ਮੈਂ ਕਿਹਾ ਭਰਾਵਾ ਮੇਰਾ ਪਿੰਡ ਬਹੁਤ ਦੂਰ ਆ। ਕਿੱਥੇ ਹੈਗਾ? ਕਹਿੰਦਾ ਜੀ, ਮੈਂ ਕਿਹਾ ਵੀ ਮਾਛੀਵਾੜੇ ਕੋਲੇ ਮੇਰਾ ਪਿੰਡ ਉਪਲਾ ਹੈਗਾ। ਕਹਿੰਦਾ ਕੋਈ ਗੱਲ ਨਹੀਂ ਜੀ, 20-25 ਕਿਲੋਮੀਟਰ, ਕੋਈ ਜ਼ਿਆਦਾ ਨਹੀਂ ਹੈਗਾ, ਮੈਂ ਤੁਹਾਨੂੰ ਆਪ ਗੱਡੀ ਛੱਡਿਆਂਗਾ। ਠੀਕ ਹੈ। ਚਲੋ ਜੀ, ਉਹਨੇ ਅੰਬੈਸਡਰ ਗੱਡੀ ਉਹਦੀ ਖੜੀ ਸੀ, HRA 1785 1786, ਤੇ ਉਹ ਲੈਟਰ ਕੱਢ ਲਏ ਫਿਰ? ਲੈਟਰ ਕਿੱਥੇ? ਨਾ ਮੈਨੂੰ ਆਪਣੀ ਰੈਜ਼ੀਡੈਂਸ ਤੇ ਲੈ ਕੇ ਗਿਆ, ਘਰੇ ਜਮਾਲਪੁਰ ਆ ਗਏ। ਜਮਾਲਪੁਰ ਦੇ ਵਿੱਚੋਂ ਉਹਨੇ ਫਿਰ ਆਪਣੀ ਗੋਦਰੇਜ ਦੀ ਅਲਮੀਰਾ ਦੀ ਸੇਫ ਦੇ ਵਿੱਚੋਂ ਉਹਨੇ 3 ਲੈਟਰਸ ਕੱਢ ਲਈਆਂ। 3 ਲੈਟਰਸ ਕੱਢ ਕੇ ਜਦੋਂ ਮੈਂ ਦੇਖੀ ਭਿੰਡਰਾਂ ਵਾਲਾ ਟਾਈਗਰ ਫੋਰਸ ਦੀ ਲੈਟਰ, ਅਜੇ ਮੈਂ ਦਿਖਾਈ ਨਹੀਂ ਸੀ ਉਹਨੂੰ, ਜਦੋਂ ਉਹਨਾਂ ਦੇਖ ਕੇ ਛੱਡ ਦਿੱਤੀ। ਮੈਂ ਕਿਹਾ ਵੀ ਇਹ ਭਿੰਡਰਾਂ ਵਾਲਾ ਟਾਈਗਰ ਫੋਰਸ ਦੀ ਤਾਂ ਹੈਗੀ ਅਸਲੀ ਲੈਟਰ। ਕਿਹਦੇ ਸਾਈਨ ਸੀ? ਰਛਪਾਲ ਸਿੰਘ ਛੰਦਣਾ ਦੇ ਸਾਈਨ ਸੀ। ਅੱਛਾ। ਹਾਂ, ਮੈਂ ਕਿਹਾ ਵੀ ਜਿਹੜੇ ਸੀਗੇ ਵੀ ਇਹ ਤਾਂ ਹੈਗੀ ਅਸਲੀ। ਮੈਂ ਕਿਹਾ ਜਿਹੜੀ ਆ ਤੁਸੀਂ ਖਾਲਿਸਤਾਨ ਕਮਾਂਡੋ ਫੋਰਸ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ, ਇਹ ਲੈਟਰਾਂ ਦੀਆਂ ਤੁਸੀਂ ਮੈਨੂੰ ਫੋਟੋਸਟੇਟ ਕਾਪੀਆਂ ਕਰਾ ਕੇ ਦੇ ਦਿਓ, ਵੀ ਮੈਂ ਉਹ ਤੋਂ ਰਛਪਾਲ ਸਿੰਘ ਛੰਦਣਾ ਤੋਂ ਪੁੱਛ ਕੇ ਦੱਸ ਦੂੰਗਾ ਵੀ ਇਹ ਅਸਲੀ ਲੈਟਰ ਨੇ। ਉਹ ਕਹਿੰਦਾ ਜਦ ਇੱਕ ਅਸਲੀ ਆ ਫਿਰ ਇਹ ਵੀ ਅਸਲੀ ਹੋਈ ਨੇ। ਕਹਿੰਦਾ ਵੀ ਫਿਰ ਛੰਦਣਾ ਵਾਲੀ ਲੈਟਰ ਤੁਹਾਨੂੰ ਕਿਉਂ ਲੱਗਿਆ ਵੀ ਅਸਲੀ ਸੀਗੀ? ਉਹ ਛੰਦਣਾ ਵਾਲੀ ਜਿਹੜੀ ਲੈਟਰ ਸੀਗਾ, ਕਿਉਂਕਿ ਮੈਂ ਉਹਨੂੰ ਸਟੂਡੈਂਟ ਲਾਈਫ ਤੇ ਜਾਣਦਾ ਸੀਗਾ। ਅੱਛਾ ਜੀ। ਉਹ ਤੇ ਰਛਪਾਲ ਸਿੰਘ ਛੰਦਣਾ ਲਿਖਿਆ ਸੀ, ਕੋਈ ਗਲਤ ਬੰਦਾ ਹੋਰ ਤਾਂ ਰਛਪਾਲ ਸਿੰਘ ਛੰਦਣਾ ਲਿਖਿਆ ਨਾਲ ਪ੍ਰਿੰਟਡ ਸੀ। ਉਹ ਪ੍ਰਿੰਟ ਤੋਂ ਜਿਹੜੇ ਲੈਟਰ ਹੈਡ ਤੋਂ ਪਤਾ ਲੱਗਦਾ ਸੀਗਾ ਵੀ ਮਤਲਬ ਇਹ ਕੱਲਾ ਲੈਟਰ ਹੈਡ ਨਹੀਂ ਛਪਾਇਆ ਸਕਦਾ, ਇਹ ਹਜ਼ਾਰਾਂ 'ਚ ਛਪੇ ਹੋਏ ਨੇ। ਠੀਕ ਹੈ। ਫਿਰ ਉਹ ਥ੍ਰੈਟ ਲੈਟਰਸ ਸਹੀ ਸੀਗੀਆਂ? ਫਿਰ ਮੈਂ ਅੱਗੇ ਜਾ ਕੇ ਤੁਹਾਨੂੰ ਦੱਸਦਾ ਨਾ, ਫਿਰ ਤੁਹਾਨੂੰ ਸਾਰੀ ਗੱਲ ਕਲੀਅਰ ਅੱਗੇ ਜਾ ਕੇ ਹੋ ਜਾਣੀ ਹੈ। ਫਿਰ ਮੈਨੂੰ ਛੱਡਣ ਆ ਗਿਆ। ਅੱਛਾ ਜੀ। ਗੱਡੀ ਦੇ ਵਿੱਚ ਦਿਲ ਟੁੱਟ ਗਿਆ ਤਾਂ ਬਹੁਤ ਜ਼ਿਆਦਾ, ਘਬਰਾ ਗਿਆ ਬਹੁਤ ਜ਼ਿਆਦਾ। ਫਿਰ ਜਦੋਂ ਅਸੀਂ ਆਏ, ਇੱਕ ਘੁਆੜਾ ਟੱਪੇ,
ਕੁਹਾੜਾ ਟੱਪ ਕੇ ਹੁਣ ਰਸਤੇ 'ਚ ਛੰਦਣਾ ਪਿੰਡ ਆਉਂਦਾ ਜੀ। ਉੱਥੇ ਬੋਰਡ ਵੀ ਲਿਖਿਆ ਸੀ ਛੰਦਣਾ। ਮੈਂ ਉਹਨੂੰ ਦੱਸਤਾ ਵੀ ਆਹ ਰਸਪਾਲ ਸਿੰਘ ਛੰਦਣਾ ਦਾ ਪਿੰਡ ਹੈ। ਜਦ ਇਹ ਸੁਣਿਆ ਵੀ ਰਸਪਾਲ ਸਿੰਘ ਛੰਦਣਾ, ਇਹਦਾ ਹੈਂਡਲ ਡੋਲਣ ਲੱਗ ਗਿਆ, ਬਹੁਤ ਘਬਰਾ ਗਿਆ। ਐਂ ਸੀ ਵੀ ਗੱਡੀ ਹੁਣ ਕਿਸੇ ਕਾਸੇ 'ਚ ਮਾਰ ਸਕਦਾ। ਉਹ ਮੈਂ ਕਿਹਾ ਭਰਾ ਤੂੰ ਘਬਰਾ ਨਾ, ਛੰਦਣਾ ਦਾ ਪਿੰਡ ਹੀ ਇਹ ਹੈ, ਉਹ ਤਾਂ ਪਤਾ ਨਹੀਂ ਇਸ ਟਾਈਮ ਕਿੱਥੇ ਹੋਊ, ਅੰਮ੍ਰਿਤਸਰ ਹੋਊ ਜਾਂ ਕਿੱਥੇ ਹੋਊ ਜਾਂ ਇੱਧਰ ਤਾਂ ਮੈਂ ਕਿਹਾ ਬਹੁਤ ਘੱਟ ਆਉਂਦਾ ਹੈਗਾ, ਕਦੇ ਕਦੇ ਗੇੜਾ ਮਾਰਦਾ। ਜਦੋਂ ਕਿ ਅਮਰ ਸਿੰਘ ਜਿਹੜਾ ਰਸਪਾਲ ਸਿੰਘ ਛੰਦਣਾ ਰਹਿੰਦਾ ਇਸੇ ਇਲਾਕੇ ਸੀ। ਹਾਂ, ਉਹਨੂੰ ਮੈਂ ਤਸੱਲੀ ਦੇਣ ਲਈ ਜਾਣੀ ਇਹ ਗੱਲ ਕਹਿਤੀ ਵੀ ਤੂੰ ਘਬਰਾ ਨਾ। ਚਲੋ ਜੀ, ਆ ਕੇ ਫਿਰ ਕਟਾਣੀ ਕਲਾਂ ਤੋਂ ਸਾਡੇ ਪਿੰਡ ਇੱਥੇ ਉੱਪਲਾਂ ਜਿੱਥੇ ਹੁਣ ਆਪਾਂ ਬੈਠੇ ਹਾਂ ਇੱਥੇ ਆ ਗਏ। ਠੀਕ ਹੈ। ਆਏ ਹੋਏ ਮੈਨੂੰ ਕਹਿੰਦਾ ਵੀ ਤੁਸੀਂ ਹੁਣ ਉਹ ਰਸਤਾ ਦੱਸੋ ਵੀ ਜਿਹੜਾ ਹੁਣ ਛੰਦਣਾ ਦੇ ਕੋਲ ਚੀਨਾ ਮੈਨੂੰ ਲੰਘਣਾ ਪਵੇ, ਉੱਧਰ ਨੂੰ ਨਾ ਜਾਣਾ ਪਵੇ, ਮੈਨੂੰ ਕੋਈ ਹੋਰ ਰਸਤਾ। ਮੈਂ ਕਿਹਾ ਵੀ ਚਾਹ ਪਾਣੀ ਪੀ ਪਹਿਲਾਂ ਆਪਾਂ ਪੀਣਾ ਹੀ। ਕਹਿੰਦਾ ਚਾਹ ਪਾਣੀ ਵੀ ਮੈਂ ਮਨ ਬਹੁਤ ਮੇਰਾ ਉਚਾਟ। ਮੈਂ ਤੂੰ ਮਨ ਉਚਾਟ ਨਾ ਕਰ, ਆਪਾਂ ਇਹਦਾ ਸੋਲੂਸ਼ਨ ਲੱਭਾਂਗੇ। ਮੈਂ ਕਿਹਾ ਜਦੋਂ ਹੁਣ ਤੂੰ ਮੈਨੂੰ ਮਸੀਹਾ ਮੰਨ ਕੇ ਹੀ ਆ ਗਿਆ ਤਾਂ ਇਹਦਾ ਸੋਲੂਸ਼ਨ ਲੱਭਾਂਗੇ ਵੀ ਮੈਂ ਉਹਨੂੰ ਮਿਲਦਾ, ਮਿਲ ਕੇ ਤੇਰਾ ਕੋਈ ਨਾ ਕੁਛ ਮੈਂ ਉਹ ਕਰਦਾ। ਹੌਸਲਾ ਦਿੱਤਾ, ਹੌਸਲਾ ਦਿੱਤਾ ਜੀ। ਹਾਂ, ਤੇ ਜਦੋਂ ਹੌਸਲਾ ਦਿੱਤਾ ਤੇ ਫਿਰ ਕਿਹੜੇ ਰਸਤੇ ਨੂੰ ਗਏ ਚਮਕੀਲਾ ਸਾਹਿਬ? ਫਿਰ ਮੈਂ ਉਹਨਾਂ ਨੂੰ ਆਹ ਇੱਧਰ ਮੱਛੀਵਾੜਾ ਰੋਡ ਭੇਜਤਾ ਸੀਗਾ। ਛੰਦੜਾ ਨੂੰ ਵਾਪਸ ਨਹੀਂ ਗਿਆ? ਨਾ, ਵਾਪਸ ਨਹੀਂ ਗਿਆ। ਪਿਰਤੀਪੁਰ ਪੰਜੇਟਾ ਇਹ ਰਸਤੇ ਨੂੰ ਉਹ ਚਲੇ ਗਿਆ। ਠੀਕ ਹੈ। ਤੇ ਫਿਰ ਜਦੋਂ ਮੈਂ ਦੂਸਰੇ ਦਿਨ ਮੈਂ ਕਿਹਾ ਵੀ ਮੈਂ ਤੈਨੂੰ ਦੂਸਰੇ ਦਿਨ ਮਿਲਦਾ ਜੀ। ਦੂਸਰੇ ਦਿਨ ਇਹ ਮੇਰਾ ਇੰਤਜ਼ਾਰ ਕਰ ਰਿਹਾ ਸੀਗਾ ਉੱਥੇ ਆਪਣੇ ਦਫ਼ਤਰ ਦੇ ਮੂਹਰੇ। ਤੇ ਮੈਂ ਕਿਹਾ ਵੀ ਗੱਲ ਹੈਗੀ ਇਹ ਵੀ ਮੈਂ ਰੈਫਰੈਂਸ ਲੈਟਰ ਲੈ ਕੇ ਆਇਆ ਰਸਪਾਲ ਸਿੰਘ ਛੰਦਣਾ, ਕਿਉਂਕਿ ਉਸ ਰਾਤ ਮੈਨੂੰ ਰਸਪਾਲ ਸਿੰਘ ਛੰਦਣਾ ਮਿਲ ਗਿਆ ਸੀ। ਮਿਲ ਗਏ ਸੀ ਤੁਸੀਂ? ਡੇਲੀ ਮਿਲਦੇ ਸੀ ਜੀ, ਮੈਂ ਤੁਹਾਨੂੰ ਸਹੀ ਗੱਲ ਦੱਸਾਂ। ਅੱਛਾ। ਉਹਨੂੰ ਨਹੀਂ ਮੈਂ ਗੱਲ ਦੱਸ ਸਕਦਾ ਸੀਗਾ। ਤੇ ਮੈਂ ਕਿਹਾ ਵੀ ਆਹ ਗੱਲ ਹੈਗੀ ਆ ਵੀ ਬੰਦਾ ਆਪਣਾ, ਕਿਉਂਕਿ ਇਹ ਜਿਹੜਾ ਅਮਰ ਸਿੰਘ ਚਮਕੀਲਾ ਦਰਅਸਲ ਦੁੱਗਰੀ ਮੇਰੀਆਂ ਦੋ ਭੂਆ ਵਿਆਹੀਆਂ ਹੋਈਆਂ ਨੇ। ਅੱਛਾ ਜੀ। ਮੇਰੀਆਂ ਆਪਣੇ ਤੋਂ ਬਚਪਨ ਦੇ ਵਿੱਚ ਇਹਨੂੰ ਅਮਰ ਸਿੰਘ ਚਮਕੀਲੇ ਨੂੰ ਮੈਂ ਜਾਣੀ ਬਚਪਨ 'ਚ ਵੀ ਜਾਣਦਾ ਸੀ, ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਇਹ ਅਮਰ ਸਿੰਘ ਚਮਕੀਲਾ ਬਣੂ ਜਾਂ ਜਿਹੜਾ ਉਹ ਮੁੰਡਾ ਸੀ ਇਹਦਾ ਨਾਂ ਹੈਗਾ ਧਨੀ ਰਾਮ, ਪਿੰਡ ਦਾ ਨਾਂ ਧਨੀ ਰਾਮ ਸੀ। ਜਦੋਂ ਇਹ ਪਿੰਡ ਦੇ ਵਿੱਚ ਡਰਾਮੇ ਵਗੈਰਾ ਕਰਦਾ ਹੁੰਦਾ ਸੀ ਤੇ ਡਰਾਮੇ ਦੇ ਵਿੱਚ ਇਹ ਬੜੇ ਵਧੀਆ ਗੀਤ ਵੀ ਗਾਉਂਦਾ ਸੀ। ਤੂੰਬੀ ਦੀ ਪੂਰੀ ਮਹਾਰਤ ਹਾਸਲ ਸੀ ਇਹਨੂੰ ਉੱਥੇ। ਉਸ ਟਾਈਮ ਹਾਰਮੋਨੀਅਮ ਦੀ ਵੀ ਪੂਰੀ ਮਹਾਰਤ ਹਾਸਲ ਸੀ। ਇਹ ਸਾਡੀ ਭੂਆ ਜੀ ਦੀ ਮੋਟਰ ਤੇ ਵੀ ਆ ਕੇ ਹਾਰਮੋਨੀਅਮ ਵਗੈਰਾ ਵਜਾ ਕੇ ਗੀਤ ਵਗੈਰਾ ਗਾਉਂਦਾ ਸੀ। ਮਾਣਕਰ ਗੀਤ ਗਾਉਂਦਾ ਹੁੰਦਾ ਉਹਨਾਂ ਦਿਨਾਂ 'ਚ। ਠੀਕ ਹੈ। ਅਸੀਂ ਵੀ ਗਾਇਆ ਕਰਨੇ ਗੀਤ, ਇਹਨੇ ਖੁਸ਼ ਹੋਇਆ ਕਰਨਾ ਬੜਾ। ਅਸੀਂ ਕਦੇ ਸਦੀਕ ਸਾਹਿਬ ਦੇ, ਕਦੇ ਨਰਿੰਦਰ ਬੀਬਾ ਦੇ ਇਦਾਂ ਗੀਤ। ਪਰ ਉਹਨੂੰ ਜਦੋਂ ਤੁਸੀਂ ਦੁਬਾਰਾ ਮਿਲੇ ਉਦੋਂ ਨਹੀਂ ਸੀ ਪਤਾ? ਨਹੀਂ, ਉਦੋਂ ਨਹੀਂ ਸੀ ਮੈਨੂੰ ਪਤਾ ਵੀ ਇਹ ਧਨੀ ਰਾਮ ਆ ਜਿਹੜਾ ਅਮਰ ਸਿੰਘ ਚਮਕੀਲਾ। ਸਾਨੂੰ ਕੀ ਪਤਾ ਸੀ ਵੀ ਇਹ ਮਤਲਬ ਉਹ ਆ ਮੁੰਡਾ। ਇਉਂ ਤਾਂ ਪਤਾ ਸੀਗਾ ਵੀ ਦੁੱਗਰੀ ਦਾ ਇਹ। ਛੰਦੜਾ ਸਾਹਿਬ ਕੀ ਕਹਿੰਦੇ ਫਿਰ? ਛੰਦੜਾ ਸਾਹਿਬ ਕੀ ਕਹਿੰਦੇ ਫਿਰ? ਉਹ ਛੰਦੜਾ ਸਾਹਿਬ ਕਹਿੰਦੇ ਵੀ ਗੱਲ ਹੈਗੀ ਇਹ ਵੀ ਸਾਡੀ ਕਿਸੇ ਨਾਲ ਐਡੀ ਦੁਸ਼ਮਣੀ ਨਹੀਂ, ਵੀ ਅਸੀਂ ਇਹਨੂੰ ਮਾਰਦੇ ਵੀ ਹੈ ਨਹੀਂ। ਇਹਨੂੰ ਤਾਂ ਧਮਕੀ ਪੱਤਰ ਤੇ ਇਹੀ ਲਿਖਿਆ ਵੀ ਚਮਕੀਲੇ ਵੀ ਤੂੰ ਬੰਦਾ ਬਣ ਜਾ, ਵੀ ਸੱਭਿਆਚਾਰਕ ਗੀਤ ਗਾ, ਵੀ ਗੰਤਾਂ ਗੰਦ ਬਹੁਤ ਪਾਇਆ ਹੈ, ਵੀ ਤੂੰ ਬੰਦਾ ਬਣ ਜਾ, ਵੀ ਜੇ ਤੂੰ ਇਹਨਾਂ ਤੋਂ ਨਾ ਹਟਿਆ ਤਾਂ ਅਸੀਂ ਤੈਨੂੰ ਸੋਧ ਦਿਆਂਗੇ। ਠੀਕ ਹੈ। ਇਹਨੂੰ ਇਹ ਤਾਂ ਨਹੀਂ ਕਹਿੰਦੀ ਹੁਣ ਤੈਨੂੰ ਮਾਰ ਦਾਂਗੇ। ਉਹਨਾਂ ਨੇ ਨਾ ਇਹਨੂੰ ਵਾਰਨਿੰਗ ਦਿੱਤੀ ਸੀ, ਸਮਾਂ ਦਿੱਤਾ ਵੀ ਠੀਕ ਹੋ ਜਾ। ਹਾਂ। ਮੈਂ ਕਿਹਾ ਵੀ ਆਪਾਂ ਬੰਦਾ ਮਾਰਨਾ ਨਹੀਂ ਹੈਗਾ, ਵੀ ਬੰਦਾ ਬਹੁਤ ਵਧੀਆ ਠੀਕ ਆ, ਵੀ ਉਹਨੂੰ ਗਾਂ ਤੋਂ ਨਹੀਂ ਅਜੇ ਗਾਊਗਾ। ਇਹ ਜਿਹੜੀ ਗੱਲ ਹੈ ਥੋੜਾ ਜਿਹਾ ਡੇਟ ਜਾਂ ਕਿਹੜਾ ਮਹੀਨਿਆਂ ਦੀ ਗੱਲ ਹੈਗੀ ਹੈ? ਜਦੋਂ ਅਪ੍ਰੈਲ ਦੀ ਹੈ ਜੀ ਇਹ 2 ਅਪ੍ਰੈਲ ਦੀ ਗੱਲ ਆ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ। 2 ਅਪ੍ਰੈਲ ਦੀ ਰਾਤ ਦੀ ਗੱਲ ਹੈ। 1986 ਠੀਕ ਹੈ। 2 ਅਪ੍ਰੈਲ 1986 ਦੀ ਗੱਲ ਹੈ ਜੀ। ਇਹ 2 ਅਪ੍ਰੈਲ 1986 ਦੀ ਰਾਤ ਦੀ ਗੱਲ ਆ ਜਿਹੜੀ ਮੇਰੀ ਰਸਪਾਲ ਸਿੰਘ ਛੰਦੜਾ ਨਾਲ ਹੋ ਰਹੀ ਆ। ਠੀਕ ਹੈ। ਤੇ ਫਿਰ ਉਹ ਕਹਿੰਦਾ ਵੀ ਐਂ ਕਰੋ ਵੀ ਮੈਂ ਤੁਹਾਨੂੰ ਲੈਟਰ ਲਿਖ ਕੇ ਦੇ ਦਿੰਦਾ ਵੀ ਸਾਡੀ ਇੱਕ 5 ਮੈਂਬਰੀ ਕਮੇਟੀ ਆ, ਉਹ 42 ਨੰਬਰ ਕਮਰੇ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਬਹਿੰਦੇ ਨੇ, ਅੰਮ੍ਰਿਤਸਰ ਜੀ। ਹਾਂ, ਵੀ ਉਹਨਾਂ ਦੇ ਨਾਂ ਹੈਗੇ ਬਾਬਾ ਰੂੜ ਸਿੰਘ, ਬਾਬਾ ਗੁਰਬਚਨ ਸਿੰਘ ਮਾਨੋਚਾਲ, ਬਾਬਾ ਪਰਮਜੀਤ ਸਿੰਘ ਪੰਜਵੜ, ਬਾਬਾ ਬਸਨ ਸਿੰਘ ਜਫਰਵਾਲ ਅਤੇ ਬਾਬਾ ਧੰਨਾ ਸਿੰਘ, ਜਿਹੜੇ ਉਸ ਵੇਲੇ ਚੋਟੀ ਤੇ ਸੀਗੇ। ਹਾਂਜੀ। ਇਹ ਪੰਜੇ ਉੱਥੇ ਮਿਲਣਗੇ। ਇਹ ਪਰਚੀ ਦਿਖਾਇਓ ਤੁਹਾਨੂੰ ਤੇ ਤੁਹਾਡੀ ਗੱਲ ਨੂੰ ਸੁਣਨਗੇ ਉਹ। ਠੀਕ ਹੈ। ਉਹ ਛੰਦੜਾ ਸਾਹਿਬ ਤੋਂ ਲੈਟਰ ਲੈ ਕੇ ਤੁਸੀਂ ਫਿਰ ਚਮਕੀਲੇ ਕੋਲ ਲੈਟਰ ਮੈਨੂੰ ਸੀ ਕਿ ਕਾਪੀ ਤੇ ਲਿਖ, ਸਾਡੀ ਕਾਪੀ ਤੇ ਪੜ੍ਹ ਕੇ ਉਹਨੇ ਥੇਟਾਂ ਰਸਪਾਲ ਸਿੰਘ ਛੰਦੜਾ ਲਿਖਿਆ ਸੀ। ਜਦੋਂ ਮੈਂ ਪਰਚੀ ਵੀ ਜਾ ਕੇ ਦਿਖਾਈ, ਫਿਰ ਉਹਨੂੰ ਦਿਖਾਏ ਰਸਪਾਲ ਸਿੰਘ ਛੰਦੜਾ ਦੇ ਸਾਈਨ, ਉਦੋਂ ਵੀ ਡਰ ਗਿਆ। ਉਹਨੇ ਦੇਖਿਆ ਵੀ ਹੁਣ ਬੰਦਾ ਸਭ ਕੁਝ ਕਰ ਲਿਆ ਹੈ। ਮੈਂ ਕਿਹਾ ਵੀ ਇਦਾਂ ਕਰਦੇ ਹਾਂ ਅਮਰ ਸਿੰਘ ਚਮਕੀਲੇ ਨੂੰ, ਮੈਂ ਕਿਹਾ ਵੀ ਅੱਜ ਮੈਂ ਜਾਣਾ ਹੈਗਾ ਡਿਊਟੀ ਤੇ। ਅੱਛਾ ਜੀ। ਮੈਂ ਕਿਹਾ ਕੱਲ੍ਹ ਨੂੰ ਹੈਗੀ ਸਾਨੂੰ ਸ਼ਨੀਵਾਰ ਦੀ ਛੁੱਟੀ, ਵੀ ਆਪਾਂ ਕੱਲ੍ਹ ਨੂੰ ਚੱਲਾਂਗੇ। ਠੀਕ ਹੈ। ਉਹ ਕਹਿੰਦਾ ਜੀ ਨਹੀਂ, ਮੈਂ ਅੱਜ ਦੇ ਪ੍ਰੋਗਰਾਮ ਕੈਂਸਲ ਕਰਤੇ, ਵੀ ਆਪਾਂ ਅੱਜ ਹੀ ਚੱਲਦੇ ਹਾਂ। ਮੈਂ ਕਿਹਾ ਯਾਰ ਮੈਂ ਹੁਣ ਉੱਥੇ ਛੁੱਟੀ ਦੇਣੀ ਆ। ਕਹਿੰਦਾ ਮੇਰਾ ਬੰਦਾ ਗੱਡੀ 'ਚ ਛੁੱਟੀ ਦੇ ਆਉਂਦਾ ਤੁਹਾਡੀ ਉੱਥੇ। ਮੈਂ ਕਿਹਾ ਚੱਲ ਛੁੱਟੀ ਨਹੀਂ ਦਿੰਦੇ, ਮੈਂ ਫ਼ੋਨ 'ਤੇ ਗੱਲ ਕਰ ਦਿੰਦਾ। ਉੱਥੇ ਜਿੱਥੇ ਅਮਰ ਸਿੰਘ ਚਮਕੀਲੇ ਦਾ ਦਫ਼ਤਰ ਸੀ, ਉੱਥੇ ਕੇ ਪ੍ਰੀਤ ਹੋਟਲ ਸੀਗਾ, ਉਹਦੇ ਵਿੱਚ ਟੈਲੀਫੋਨ ਹੁੰਦਾ ਸੀਗਾ ਜੀ। ਕੇਰ ਸਿੰਘ ਸਪੇਰਾ ਜਿਹੜਾ ਕਲਾਕਾਰ, ਉਹ ਵੀ ਕਲਾਕਾਰ ਸੀ, ਉਹਨੇ ਹੋਟਲ ਵੀ ਖੋਲ੍ਹਿਆ ਕੇ ਪ੍ਰੀਤ। ਉੱਥੋਂ ਫਿਰ ਇਹਨੇ ਮੇਰੇ ਤੋਂ ਫੋਨ ਕਰਵਾਇਆ, ਕਹਿੰਦਾ ਫੋਨ ਕਰ ਦਿਓ ਤੁਸੀਂ, ਵੀ ਐਡੇ ਬੜੇ ਵੀ ਤੁਸੀਂ ਸਟੈਨੋਗ੍ਰਾਫਰ ਹੋ, ITO ਦੇ ਸਟੈਨੋਗ੍ਰਾਫਰ, ਅਕਸਰ ਤੁਹਾਡਾ ਫੋਨ ਤਾਂ ਸੁਣੇ ਲੈਣਗੇ। ਮੈਂ ਕਿਹਾ ਜੀ ਕੋਈ ਨਾ, ਮੈਂ ਕਰ ਲੈਣਾ। ਚਲੋ ਮੈਂ ਫੋਨ ਕੀਤਾ, ਮੈਨੂੰ ਅਰਜੈਂਸੀ ਹੋ ਗਈ, ਵੀ ਤੁਸੀਂ ਮੈਨੂੰ ਪਹਿਲੀ ਛੁੱਟੀ ਦੇ ਦਿਓ। ITO ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਵੀ ਤੂੰ
ਸੋਮਵਾਰ ਆ ਜੀ ਕੋਈ ਗੱਲ ਨਹੀਂ। ਠੀਕ ਤੇ ਹੈ ਜਦੋਂ ਅਸੀਂ ਮੈਂ ਅਮਰ ਸਿੰਘ ਚਮਕੀਲਾ ਤੇ ਇਹਨਾਂ ਦਾ ਪੇਟੀ ਮਾਸਟਰ ਹਰਜੀਤ ਸਿੰਘ ਗਿੱਲ ਜਿਹੜਾ ਬਾਅਦ ਦੇ ਵਿੱਚ ਇਹਨਾਂ ਨਾਲ ਮਾਰਿਆ ਗਿਆ ਸੀਗਾ, ਅਸੀਂ ਚੱਲ ਪਏ ਅੰਮ੍ਰਿਤਸਰ ਲਈ। ਠੀਕ ਹੈ ਰਸਤੇ ਦੇ ਵਿੱਚੋਂ ਫਿਰ ਅਸੀਂ ਫਗਵਾੜੇ ਤੋਂ ਕੰਪਨੀ ਸੀਗੀ, ਰਿਕਾਰਡਿੰਗ ਕੰਪਨੀ ਸੀ, ਉਹਦਾ ਨਾਮ ਭੁੱਲ ਗਿਆ ਮੈਂ, ਠੁਕਰਾਲ ਮਿਊਜ਼ਿਕ ਕੰਪਨੀ TMC, ਅੱਛਾ ਠੁਕਰਾਲ ਮਿਊਜ਼ਿਕ ਕੰਪਨੀ, ਉਹਨਾਂ ਦੇ ਮਾਲਕ, ਉਹਨਾਂ ਨੂੰ ਵੀ ਲਿਆ ਸੀ ਰਸਤੇ ਦੇ ਵਿੱਚ। ਅਸੀਂ ਜਾ ਕੇ ਜੀ ਫਿਰ ਜਦੋਂ ਅੰਮ੍ਰਿਤਸਰ ਪਹੁੰਚੇ ਤਾਂ ਅੰਮ੍ਰਿਤਸਰ ਦੇ ਸਾਹਮਣੇ ਹੀ ਹੈਗੀ ਭਾਈ ਚਤਰ ਸਿੰਘ ਜੀਵਨ ਸਿੰਘ ਪੁਸਤਕਾਂ ਵਾਲੇ, ਬਾਜ਼ਾਰ ਮਾਈ ਸੇਵਾ ਦੀ ਉਹਨਾਂ ਦੀ ਪ੍ਰਿੰਟਿੰਗ ਵਾਲੇ ਜਿਹੜੇ ਕਿਤਾਬਾਂ ਛਾਪਦੇ ਨੇ, ਉਹਨਾਂ ਦੀ ਦੁਕਾਨ ਸੀ। ਬਿਲਕੁਲ ਉਹਨਾਂ ਦੀ ਪ੍ਰਿੰਟਿੰਗ ਪ੍ਰੈਸ ਤੋਂ ਹੀ ਅਮਰ ਸਿੰਘ ਚਮਕੀਲੇ ਦੀਆਂ ਕਿਤਾਬਾਂ ਛਪਦੀਆਂ ਸੀ। ਚਮਕੀਲਾ ਮੈਨੂੰ ਉਸ ਦੁਕਾਨ ਤੇ ਲੈ ਗਿਆ, ਕਹਿੰਦਾ ਵੀ ਆਪਾਂ ਇੱਥੇ ਬਹਿੰਦੇ ਆ, ਵੀ ਤੁਸੀਂ ਉੱਥੇ ਜਾਇਜ਼ਾ ਲਿਆਓ ਵੀ ਕੀ ਗੱਲਬਾਤ ਆ। ਠੀਕ ਹੈ ਚਲੋ ਉੱਥੇ ਮੈਂ ਚਮਕੀਲੇ ਨੂੰ ਬਿਠਾਤਾ ਤੇ ਮੈਂ 42 ਨੰਬਰ ਕਮਰੇ ਦੇ ਵਿੱਚ ਦੇਖਣ ਵਾਸਤੇ ਤੁਸੀਂ ਇਕੱਲੇ ਚਲੇ ਗਏ ਪਹਿਲਾਂ। ਹਾਂਜੀ ਇਕੱਲਾ ਗਿਆ। ਤੇ ਜਦੋਂ ਮੈਂ ਉੱਥੇ ਗਿਆ ਤਾਂ ਉੱਥੇ ਮੈਨੂੰ ਪੰਜੇ ਇਹ ਕੀ ਮਾਹੌਲ ਸੀ ਕਮਰੇ ਦਾ? ਪਾਠ ਕਰ ਰਹੇ ਸੀ, ਬਾਬੇ ਬੈਠੇ, ਸਮਾਧੀਆਂ ਲੱਗੀਆਂ ਹੋਈਆਂ ਸੀ, ਅੱਛਾ ਪਾਠ ਕਰ ਰਹੇ ਸੀ। ਜਿਹੜੇ ਪ੍ਰਕਾਸ਼ ਹੈ ਪੂਰੇ, ਹਾਂਜੀ, ਇਹ ਹਥਿਆਰ ਵੀ ਸੀ? ਹਥਿਆਰ ਸੀਗੇ, ਹਾਂਜੀ, AK-47 AK-56 ਸਭ ਕੁਝ ਸੀਗਾ ਇਹਨਾਂ ਦੇ ਕੋਲ। ਬਹੁਤ ਹਥਿਆਰ ਪਏ ਸੀ ਉੱਥੇ, ਜਿਹੜੇ ਇਹਨਾਂ ਦੇ ਪਾਏ ਸੀ ਉਹ ਤਾਂ ਪਾਏ ਹੋਏ ਸੀ, ਉੱਦਾਂ ਵੀ ਪਏ ਸੀ ਹਥਿਆਰ ਉੱਥੇ। ਤੇ ਮੈਂ ਜਾ ਕੇ ਫਤਿਹ ਬੁਲਾਈ, ਮੈਂ ਕਿਹਾ ਜੀ ਆ ਜਸਪਾਲ ਸਿੰਘ ਛੱਤਣਾ ਦੀ ਜਥੇਦਾਰ ਸਾਹਿਬ ਦਾ ਲੈਟਰ ਆ ਵੀ ਮੈਂ ਅਮਰ ਸਿੰਘ ਚਮਕੀਲੇ ਨੂੰ ਲੈ ਕੇ ਆਇਆ ਵੀ ਉਹ ਮਾਫੀ ਮੰਗਣ ਵਾਸਤੇ ਆਏ ਇੱਥੇ। ਬਾਬਾ ਰੂਟ ਸਿੰਘ ਨਾਲ ਮੇਰੀ ਗੱਲ ਹੋਈ, ਬਾਬਾ ਰੂਟ ਸਿੰਘ ਕਹਿੰਦੇ ਵੀ ਲਿਆਓ ਤੁਸੀਂ। ਮੈਂ ਕਿਹਾ ਬਾਬਾ ਜੀ ਇੱਕ ਬੇਨਤੀ ਹੈ ਵੀ ਦੇਖੋ ਤੁਸੀਂ ਇਸ ਟਾਈਮ ਸਿੱਖ ਪੰਥ ਦੀ ਸਿਰਮੌਰ ਸ਼ਕਤੀ ਹੋ, ਤੁਹਾਡੇ ਇੱਕ ਇਸ਼ਾਰੇ ਤੇ ਜਿਹੜਾ ਪੰਥ ਕੁਝ ਵੀ ਕਰ ਸਕਦਾ। ਹਾਂਜੀ, ਤੇ ਵੀ ਮੇਰੀ ਇੱਕ ਬੇਨਤੀ ਹੈ ਵੀ ਮੈਂ ਤੁਹਾਨੂੰ ਇਹ ਗਾਰੰਟੀ ਦਿੰਦਾ ਵੀ ਅੱਜ ਤੋਂ ਬਾਅਦ ਕੋਈ ਇਹੋ ਜਿਹਾ ਗੀਤ ਨਹੀਂ ਗਾਊਗਾ, ਪਰ ਉਹਨੂੰ ਕੋਈ ਜ਼ਿਆਦਾ ਨਾ ਘੂਰ ਦਿਓ ਵੀ ਉਹਦਾ ਦਿਲ ਬੜਾ ਛੋਟਾ। ਅੱਛਾ ਜੀ। ਵਿੱਚ ਉਹ ਕਹਿੰਦੇ ਵੀ ਤੂੰ ਜਦ ਆਏ ਗਿਆ ਆ ਦਰਬਾਰ ਸਾਹਿਬ 'ਚ ਆ ਗਏ, ਮਾਫੀ ਮੰਗਣ ਦਾ ਆ ਗਿਆ, ਸ਼ਾਂਤੀ ਸੰਦੇਸ਼ ਲੈ ਕੇ ਆ ਗਿਆ, ਵੀ ਅਸੀਂ ਉਹਨੂੰ ਕੁਝ ਨਹੀਂ ਕਹਿੰਦੇ, ਵੀ ਤੂੰ ਲੈ ਆ। ਭਰੋਸਾ ਲੈ ਲਿਆ? ਹਾਂ, ਭਰੋਸਾ ਮੈਨੂੰ ਉਹਨਾਂ 'ਤੇ ਵੀ ਭਰੋਸਾ ਸੀ, ਕਿਉਂਕਿ ਸਿਮਰਨ ਕਰ ਰਹੇ ਸੀ, ਉਹਨਾਂ ਦੇ ਬੁੱਲਾਂ ਤੋਂ ਪਤਾ ਲੱਗਦਾ ਸੀ ਇਹ ਸਿਮਰਨ ਕਰ ਰਹੇ ਨੇ, ਤੇ ਉਹਨਾਂ ਦੇ ਮਸਤਕ ਦੱਸ ਰਹੇ ਸੀਗੇ ਵੀ ਇਹ ਪਹੁੰਚੀ ਹੋਈ ਹਸਤੀ ਨੇ ਮਾਂ ਦਾ ਨਾਮ ਸਿਮਰਨ ਦੇ ਵਿੱਚ, ਚਿਹਰੇ ਦਗ ਦਗ ਕਰਦੇ ਸੀ ਪੂਰੇ। ਲਓ ਜੀ, ਮੈਂ ਬੜੀ ਖੁਸ਼ੀ ਦੇ ਨਾਲ ਵੀ ਚਲੋ ਗੱਲ ਬਣ ਗਈ। ਜਿੱਥੇ ਚਮਕੀਲੇ ਉਹਨੇ ਬੈਠੇ ਸੀ ਉੱਥੇ ਆ ਉਦੋਂ ਆ ਗਿਆ ਮੈਂ ਕਿਹਾ ਵੀ ਆ ਜਾ, ਗੱਲਬਾਤ ਹੋ ਗਈ। ਜਦੋਂ ਗੱਲਬਾਤ ਹੋ ਗਈ, ਥੜਕ ਗਿਆ ਹੈ, ਫਿਰ ਤੁਰਨ ਲੱਗਿਆ ਵੀ। ਤੇ ਉਦੋਂ ਤੱਕ ਯਕੀਨ ਹੋ ਗਿਆ ਸੀਗਾ ਜਾਂ ਉਦੋਂ ਵੀ ਡਰ ਸੀ ਚਮਕੀਲੇ ਦੇ ਮਨ 'ਚ ਵੀ ਪਤਾ ਨਹੀਂ? ਮੈਨੂੰ ਯਕੀਨ ਹੋ ਗਿਆ ਸੀ, ਪਰ ਇਹਨੂੰ ਡਰ ਸੀਗਾ। ਉਹਨੂੰ ਡਰ ਸੀ? ਮੈਨੂੰ ਪੂਰਾ ਯਕੀਨ ਹੋ ਗਿਆ ਸੀ, ਕਿਉਂਕਿ ਮੈਂ ਬਾਬਿਆਂ ਦੇ ਦਰਸ਼ਨ ਕਰ ਚੁੱਕਿਆ ਸੀ ਪਹਿਲਾਂ। ਜਦੋਂ ਅਸੀਂ ਦਿਮਾਗ 'ਚ ਜਾਣ ਲੱਗੇ ਸੀ, ਜਾਣੀ ਜਦੋਂ ਨਹੀਂ ਬਾਬਿਆਂ ਦੇ ਦਰਸ਼ਨ ਕੀਤੇ, ਉਦੋਂ ਅਕਸ ਹੋਰ ਤਰ੍ਹਾਂ ਦਾ ਬਣਿਆ ਸੀ ਵੀ ਐਂ ਹੋਊਗਾ, ਬਣਾ ਹੋਊਗਾ। ਪਰ ਜਦ ਦੇਖਿਆ ਉਦੋਂ ਸ਼ਾਂਤੀ ਸਰੂਪ ਬੰਦੇ ਸੀਗੇ ਸਾਰੇ। ਤੇ ਫਿਰ ਜਦੋਂ ਮੈਨੂੰ ਕਿਹਾ, ਮੈਂ ਕਿਹਾ ਆ ਜਾ ਵੀ ਮੇਰੀ ਗੱਲਬਾਤ ਹੋ ਗਈ, ਤੇਰੇ ਬਾਰੇ ਦੱਸਤਾ। ਉਹ ਕਹਿੰਦੇ ਬੁਲਾ ਲਿਓ। ਮੈਂ ਕਿਹਾ ਮੈਂ ਉਹਨਾਂ ਨੂੰ ਇਹ ਵੀ ਕਹਿਤਾ ਵੀ ਕੋਈ ਘੂਰ ਘਪਟ ਨਹੀਂ ਕਰਨੀ ਹੈਗੀ। ਉਹ ਕਹਿੰਦੇ ਵੀ ਨਹੀਂ, ਅਸੀਂ ਕੁਛ ਨਹੀਂ ਕਹਿੰਦੇ। ਅਸੀਂ ਗਏ, ਫਿਰ ਉਹ ਜਿੱਥੇ ਬੌਲੀ ਬਣੀ ਹੁੰਦੀ ਹੈ ਦਰਬਾਰ ਸਾਹਿਬ ਦੇ, ਜਦੋਂ ਆਪਾਂ ਐਂਟਰ ਕਰਦੇ ਹਾਂ, ਪੈਰ ਧੋਨੇ ਨਾ ਜਿੱਥੇ, ਜੀ ਜੀ, ਉੱਥੇ ਜਦੋਂ ਇਹਨੇ ਪੈਰ ਧੋਤੇ, ਇਹਨੇ ਮੇਰੇ ਮੋਢੇ 'ਤੇ ਹੱਥ ਰੱਖਿਆ ਤਾਂ ਰੋਂਦਾ ਸੀਗਾ, ਕੰਬਦਾ ਵੀ ਸੀਗਾ। ਮੈਂ ਵੀ ਤੂੰ ਚਮਕੀਲੇ ਕੀ ਗੱਲ, ਤੈਨੂੰ ਮੇਰੇ 'ਤੇ ਭਰੋਸਾ ਨਹੀਂ ਹੋਇਆ? ਇੱਕ ਆਪਾਂ ਉਹਦੇ ਵਿੱਚ ਗੁਰੂ ਸਿੱਖਾਂ ਦਾ ਮੱਕਾ ਜਿੱਥੇ ਆਏ ਹੋਏ ਹਾਂ, ਤੇਰੇ ਨਾਲ ਇੱਥੇ ਮੈਂ ਫਰਾਡ ਕਰ ਦੂੰ? ਮੈਂ ਗੌਰਮੈਂਟ ਮੁਲਾਜ਼ਮ ਹਾਂ, ਤੇਰੇ ਕਹਿਣ 'ਤੇ ਮੈਂ ਇਹ ਕੰਮ ਕੀਤਾ ਹੈਗਾ, ਮੈਂ ਆਪ ਤਾਂ ਅੱਗੇ ਨਹੀਂ ਵਧਿਆ ਸੀਗਾ, ਤੂੰ ਹੁਣ ਯਕੀਨ ਤਾਂ ਰੱਖ। ਕਹਿੰਦਾ ਮੈਨੂੰ ਲੱਗਦਾ ਨਹੀਂ ਮੈਂ ਜਿਉਂਦਾ ਵਾਪਸ ਆ ਜਾਊਂ। ਮੈਂ ਕਿਹਾ ਤੈਨੂੰ ਕੀ ਲੱਗਦਾ ਵੀ ਉਹ ਦਰਬਾਰ ਸਾਹਿਬ 'ਚ ਤੇਰੇ ਗੋਲੀ ਮਾਰ ਦੇਣਗੇ? ਮੈਂ ਕਿਹਾ ਅਕਸਰ ਹੋ ਯਾਰ, ਪੰਥ ਦੀ ਸਿਰਮੌਰ ਹਸਤੀ ਨੇ, ਤੈਨੂੰ ਅੱਖਾਂ ਤੱਕ ਨਹੀਂ ਘੂਰਨਗੇ। ਮੈਂ ਕਿਹਾ ਮੇਰੀ ਇਹ ਗਰੰਟੀ ਆ। ਕਹਿੰਦਾ ਤੈਨੂੰ ਪੂਰੀ ਗਰੰਟੀ ਆ? ਮੈਂ ਕਿਹਾ ਵਿਸ਼ਵਾਸ ਦਵਾਇਆ ਫਿਰ ਤੁਸੀਂ? ਪੂਰਾ ਵਿਸ਼ਵਾਸ, ਹੌਸਲਾ ਵੀ ਦੇਣਾ ਸੀਗਾ, ਕਿਉਂਕਿ ਬਹੁਤ ਕੰਮ ਦਿਲਾ ਸੀਗਾ ਅਮਰ ਸਿੰਘ ਚਮਕੀਲਾ। ਗਾਉਣ ਦੇ ਵਿੱਚ ਬੱਬਰ ਸ਼ੇਰ ਸੀ, ਸੁਭਾਅ 'ਚ ਕੁੜੀਆਂ ਨੂੰ ਵੀ ਮਤਲਬ ਉਹ ਸੀਗਾ। ਤੇ ਫਿਰ ਇਹ ਚਲੋ ਅਸੀਂ ਅੰਦਰ ਗਏ। ਜਦ ਅਸੀਂ ਗਏ ਤਾਂ ਬਾਕੀ ਸਾਰੇ ਬਾਬੇ ਬੈਠੇ ਸੀ, ਬਾਬਾ ਬਸਨ ਸਿੰਘ ਜਫਰਵਾਲ ਖੜੇ ਸੀ ਇਕੱਲੇ। ਅੱਛਾ ਜੀ। ਬਾਬਾ ਬਸਨ ਸਿੰਘ ਜਫਰਵਾਲ ਵੀ 6 ਫੁੱਟ 2 ਇੰਚ ਲੰਬੇ ਨੇ, ਹੈਗੇ ਨੇ ਅਜੇ ਉਹ। ਤੇ ਇਹਨੂੰ ਨੇ ਚਮਕੀਲੇ ਨੂੰ ਜੱਫੀ 'ਚ ਲੈ ਲਿਆ। ਮੈਂ ਕਿਹਾ ਦੱਸ, ਜਦੋਂ ਮੈਂ ਦੱਸਿਆ ਵੀ ਆਹ ਜੀ ਅਮਰ ਸਿੰਘ ਚਮਕੀਲਾ ਜੱਫੀ ਆ, ਉਹ ਕਹਿੰਦਾ ਪੰਜਾਬ ਦੇ ਸ਼ੇਰ ਗਾਇਕਾ, ਉਹਦੇ ਬੱਬਰ ਸ਼ੇਰ ਕਹਿਣ ਵਾਸਤੇ ਅੱਜ ਕੱਲ੍ਹ ਹੁਣ ਮੈਂ ਵੀ ਬੱਬਰ ਸ਼ੇਰ ਕਹਿਣਾ, ਸਿਰਫ ਉਹਨੇ ਪਹਿਲੀ ਵਾਰ ਕਿਹਾ ਸੀ। ਕਹਿੰਦਾ ਇਹ ਆਪਦੀ ਆਵਾਜ਼ ਨੂੰ, ਕਹਿੰਦਾ ਵਧੀਆ ਪਾਸੇ ਵਰਤ, ਐਡੀ ਆਵਾਜ਼ ਦਿੱਤੀ ਆ ਤੈਨੂੰ, ਐਡੀ ਕਲਮ ਦਿੱਤੀ ਆ, ਇਹਨੂੰ ਚੰਗੇ ਪਾਸੇ ਲਾ। ਇਹ ਸੱਚ ਹੈ ਬਿਲਕੁਲ ਕਿ ਇਹੀ ਸ਼ਬਦ ਸੀ? ਇਹੀ ਸ਼ਬਦ ਸੀ ਜੋ ਮੈਂ ਕਹਿ ਰਿਹਾ। ਕਹਿਣ 'ਚ ਥੋੜੀ ਬਹੁਤੀ ਹੇਰੀ ਫੇਰ ਹੋ ਸਕਦੀ, ਕਿਉਂਕਿ ਮੇਰੇ ਕਿਹੜਾ ਇਹੀ ਜੀ ਫਲੋਪੀ ਲੱਗੀ ਆ। ਬੱਬਰ ਸ਼ੇਰ ਕਿਹਾ ਜ਼ਰੂਰ ਉਹਨਾਂ ਨੇ। ਹਾਂ, ਅਜੇ ਤੱਕ ਕਾਇਮ ਦਾ ਨੇ ਬਾਬਾ ਬਸਨ ਸਿੰਘ ਜਫਰਵਾਲ। ਹਾਂ, ਕਲਾ ਵਿੱਚ ਲਿਆ। ਆਓ ਕਹਿੰਦਾ ਪੰਜਾਬ ਦੇ ਬੱਬਰ ਸ਼ੇਰ ਗਾਇਕਾ, ਕਹਿੰਦਾ ਤੈਨੂੰ ਰੱਬ ਨੇ ਬੱਬਰ ਸ਼ੇਰ ਵਰਗੀ ਆਵਾਜ਼ ਦਿੱਤੀ ਹੈ, ਤੂੰ ਮੈਨੂੰ ਚੰਗੇ ਢੰਗ ਵਾਸਤੇ ਵਰਤ, ਇੰਨੀ ਸੋਹਣੀ ਕਲਮ ਦਿੱਤੀ ਹੈ, ਇਹ ਤੋਂ ਵਧੀਆ ਲਿਖ।
ਸਾਰਾ ਪੰਜਾਬ ਤੇਰੇ ਮਗਰ ਲੱਗਿਆ ਹੋਇਆ। ਹੂੰ। ਇਹ ਕਹਿੰਦਾ ਬਾਬਾ ਜੀ ਮੈਂ ਇਹੀ ਮਾਫੀ ਮੰਗਣਾ ਆ। ਬੈਠੋ ਜੀ ਵੀ ਕਹਿੰਦੇ ਬਹਿ ਗਏ। ਫਿਰ ਇਹ ਨੀਵੀਂ ਪਾ ਕੇ ਬਹਿ ਗਿਆ। ਉਹ ਬਾਬੇ ਮੇਰਾ ਖਿਆਲ ਜਿਹੜਾ ਬਾਬਾ ਅਰੂਰ ਸਿੰਘ ਦੀ ਉਸ ਟਾਈਮ ਕੋਈ ਉਹਨਾਂ ਦਾ ਪਾਠ ਹੈ ਚੱਲ ਸਕਦੇ ਜਿਹੜਾ ਵਿੱਚ ਨਹੀਂ ਬੋਲ ਸਕਦੇ ਸੀ। 5 ਮਿੰਟ ਬਾਅਦ ਫਿਰ ਉਹਨਾਂ ਨੇ ਆਪਣੀਆਂ ਅੱਖਾਂ ਖੋਲੀਆਂ ਬਾਬਾ ਅਰੂਰ ਸਿੰਘ ਨੇ। ਉਹਨਾਂ ਨੇ ਕਹਿੰਦਾ ਅੱਛਾ ਇਹ ਅਮਰ ਸਿੰਘ ਚਮਕੀਲਾ। ਬਸ ਉਹਨਾਂ ਦੇ ਨਹੀਂ ਕਹਿਣ ਦੀ ਦੇਰ ਸੀ ਜੀ ਅਮਰ ਸਿੰਘ ਦਾ ਕੰਬਣ ਲੱਗ ਗਿਆ। ਉਹ ਤੈਨੂੰ ਕੁਛ ਨਹੀਂ ਕਹਿੰਦੇ ਅਸੀਂ ਕੁਛ ਨਹੀਂ ਕਹਿੰਦੇ ਸ਼ੇਰ ਆ ਤੂੰ ਬੱਬਰ ਸ਼ੇਰ ਆ ਤੈਨੂੰ ਬਸਨ ਸਿੰਘ ਜੱਬਰਪਾਲ ਨੇ ਬੱਬਰ ਸ਼ੇਰ ਆ ਵੀ ਬੱਬਰ ਸ਼ੇਰ ਬਣ ਕੇ ਬੈਠ ਕੋਈ ਗੱਲ ਨਹੀਂ ਅਸੀਂ ਤੈਨੂੰ ਕੁਛ ਨਹੀਂ ਕਹਿੰਦੇ ਹੈਗੇ। ਕਹਿੰਦਾ ਬਾਬਾ ਜੀ ਮੈਨੂੰ ਮਾਫ ਕਰ ਦਿਓ ਵੀ ਜੋ ਹੋ ਗਿਆ ਸੋ ਹੋ ਗਿਆ। ਅੱਜ ਤੋਂ ਬਾਅਦ ਵੀ ਤੁਹਾਨੂੰ ਕੋਈ ਵੀ ਮੇਰੇ ਵੱਲੋਂ ਇੱਦਾਂ ਦੀ ਗੁਸਤਾਖੀ ਨਹੀਂ ਮਿਲੂਗੀ ਵੀ ਮੈਂ ਵਧੀਆ ਗਾਊਂਗਾ ਧੀਆਂ ਭੈਣਾਂ 'ਚ ਬਹਿ ਕੇ ਸੁਣਨ ਵਾਲਾ ਮੈਂ ਗਾਊਂਗਾ ਵੀ ਮੈਨੂੰ ਮਾਫ ਕਰ ਦਿਓ। ਤੇ ਬਾਬਾ ਰੂੜ ਸਿੰਘ ਕਹਿੰਦੇ ਕਦੇ ਦੇਖ ਵੀ ਮਾਫ ਕਰਨ ਵਾਲੇ ਅਸੀਂ ਨਹੀਂ ਹੈਗੇ। ਮਾਫ ਕਰਨ ਵਾਲਾ ਹੈਗਾ ਉਹ ਬਾਪੂ। ਉਹਨਾਂ ਦਾ ਇਸ਼ਾਰਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਸੀ ਤੇ ਹਰਿਮੰਦਰ ਸਾਹਿਬ ਵੱਲ ਉਹਨਾਂ ਨੇ ਇਸ਼ਾਰਾ ਕੀਤਾ ਤੂੰ ਉੱਥੇ ਜਾ ਉੱਥੋਂ ਮਾਫੀ ਮੰਗ ਕੇ ਆ। ਮਾਫੀ ਮੰਗ ਕੇ ਫਿਰ ਇੱਥੇ ਸਾਡੇ ਕੋਲ ਆਈ ਤੇ ਫਿਰ ਆਪਾਂ ਕੋਈ ਗੱਲਬਾਤ ਕਰਦੇ ਹਾਂ ਤੇ ਫਿਰ ਤੂੰ ਆਪਦਾ ਚਲੇ ਜਾਈਂ ਵਾਪਸ। ਅਸੀਂ ਗਏ। ਇਹ ਫਿਰ ਖੁਸ਼ ਸੀ ਪੂਰਾ। ਅੱਛਾ। ਅਮਰ ਸਿੰਘ ਚਮਕੀਲਾ ਬਈ ਹਾਂ ਮੈਨੂੰ ਵੀ ਅਸੀਸਾਂ ਦੇਵੇ। ਕਹਿੰਦਾ ਭਰਾਵਾ ਤੇਰਾ ਬਹੁਤ ਬਹੁਤ ਤੂੰ ਬਚਾ ਲਿਆ ਮੈਨੂੰ ਬਚਾ ਲਿਆ ਤੂੰ ਮੈਨੂੰ ਮੌਤ ਦੇ ਮੂੰਹ 'ਚੋਂ ਬਚਾ ਲਿਆ। ਮੈਂ ਕਿਹਾ ਮੌਤ ਦੇ ਮੂੰਹ 'ਚੋਂ ਉਹ ਬਾਪੂ ਹੀ ਆ ਬਚਾਉਣ ਵਾਲਾ ਮੈਂ ਕੌਣ ਆ ਪਤਾ ਨਹੀਂ ਆਪਣੇ ਕਿੱਦਾਂ ਦੇ ਮੇਲ ਹੋਣੇ ਸੀ। ਮੈਂ ਹੁਣ ਤੂੰ ਇਹ ਗੱਲਾਂ ਛੱਡ ਹੁਣ ਆਪਾਂ ਗੁਰੂ ਦੀ ਗੋਦ ਦੇ ਵਿੱਚ ਆਏ ਆ ਵੀ ਤੂੰ ਵਾਹਿਗੁਰੂ ਵਾਹਿਗੁਰੂ ਕਰਦਾ ਜਾ। ਬਸ ਜਦ ਇਹ ਵਾਹਿਗੁਰੂ ਵਾਹਿਗੁਰੂ ਕਰਨ ਲੱਗਿਆ ਜੀ ਜਾ ਕੇ ਇਹਨੇ 5100 ਰੁਪਏ ਦੀ ਪਹਿਲਾਂ ਦੇਖ ਕਰਾਈ ਜੀ। ਜਦ ਦੇਖ ਕਰਾਈ 5100 ਰੁਪਏ ਦੀ ਦੇਖ ਦੀ ਪਰਚੀ ਕੱਟਣ ਵਾਲਾ ਵੀ ਦੇਖਦਾ ਸੀ ਬੰਦਾ ਕੌਣ ਆ। ਉਹ ਉਹਨਾਂ ਸਮਿਆਂ 'ਚ 86 ਦੀ ਗੱਲ 86 'ਚ 5100 ਰੁਪਿਆ ਅੱਧਾ ਕਿੱਲਾ ਜ਼ਮੀਨ ਦਾ ਆ ਜਾਂਦਾ ਸੀ ਆਪਣੇ ਇੱਧਰਲੇ ਇਲਾਕੇ 'ਚ। ਚਲੋ ਉਧਰ ਤਾਂ ਜ਼ਮੀਨਾਂ ਮਹਿੰਗੀਆਂ ਨੇ। ਕਰਾਈ ਫਿਰ ਮੱਥਾ ਟੇਕਿਆ ਜੀ ਬਕਾਇਦਾ ਇਹਨੇ। ਉਦੋਂ ਤਾਂ ਇੰਨੀ ਹੋਣੀ ਸੀ ਹੁਣ ਤਾਂ ਭੀੜ ਬਹੁਤ ਲੰਗੀ ਹੁੰਦੀ ਹੈ ਨਾ। ਉਦੋਂ ਤਾਂ ਆਮ ਹੀ ਜਾ ਹੋ ਜਾਂਦਾ ਸੀ ਹਰਿਮੰਦਰ ਸਾਹਿਬ 'ਚ। ਇਹਨੇ ਖੜ ਕੇ 5-7 ਮਿੰਟ ਪੂਰੀ ਅਰਦਾਸ ਕੀਤੀ ਬੈਨ ਬਈ ਬਾਬਾ ਮੈਨੂੰ ਬਖਸ਼ੋ ਮੈਨੂੰ ਸਮੱਤ ਬਖਸ਼ੋ ਜਾਨੀ ਮਤਲਬ ਜੋ ਕਿ ਇਹਨੇ ਕੀਤਾ ਮੈਂ ਆਪਣੇ ਹਿਸਾਬ 'ਚ ਲੱਗਿਆ ਸੀ ਆਪਣੇ ਹਿਸਾਬ 'ਚ ਲੱਗਿਆ ਸੀਗਾ ਕਿ ਮੱਥਾ ਟੇਕ ਕੇ ਅਸੀਂ ਪੂਰੀ ਪਰਿਕਰਮਾ ਕਰਕੇ ਜੀ ਉੱਪਰ ਵੀ ਜਾ ਕੇ ਆ ਕੇ ਅਸੀਂ ਦੁਬਾਰਾ ਵਾਪਸ ਫਿਰ 42 ਨੰਬਰ ਕਮਰੇ ਦੇ ਵਿੱਚ ਆ ਗਏ। ਠੀਕ ਹੈ। ਬਾਬੇ ਬੈਠੇ ਸੀ ਉੱਥੇ? ਹਾਂ ਬੈਠੇ ਸੀ ਉੱਥੇ। ਬਾਬੇ ਤਾਂ ਬਾਹਰ ਜਾਂਦੇ ਹੀ ਨਹੀਂ ਸੀ ਜੀ। ਅੱਛਾ। ਬਾਬੇ ਤਾਂ ਬਾਹਰ ਜਾਂਦੇ ਨਹੀਂ ਕਿਉਂਕਿ ਬਾਬੇ ਨੂੰ ਟੌਪ ਮੋਸਟ ਹਾਈ ਲਿਸਟਡ ਜਿਹੜੇ ਹੈਗੇ ਖੜਕੂਆਂ ਦੇ ਵਿੱਚ ਸੀਗੇ ਇੰਨੀ ਛੇਤੀ ਬਾਹਰ ਪਾਉਂਦੇ ਨਹੀਂ ਸੀਗੇ ਉਹ। ਕਾਫੀ ਵੱਡਾ ਕਮਰਾ ਸੀਗਾ। ਲਿਆਓ ਵੀ ਕਹਿੰਦੇ ਅਮਰ ਸਿੰਘ ਚਮਕੀਲੇ ਨੂੰ ਚਾਹ ਛਕਾਓ ਚਾਹ। ਗੱਲਾਂ ਬਾਤਾਂ ਕਰਦੇ ਰਹੇ। ਮੇਰੀ ਵੀ ਡਾਇਰੀ ਦੇਖੀ ਬਾਬਿਆਂ ਨੇ ਕਹਿੰਦੇ ਆ ਤੇਰੀ ਡਾਇਰੀ 'ਚ ਕੀ ਲਿਖਿਆ ਦੇਖਿਆ ਕੁਛ ਨਹੀਂ ਮੈਨੂੰ ਕਿਹਾ ਵੀ ਕੀ ਆ ਉਹਦੇ 'ਚ ਮੇਰੇ ਧਰਮ ਗੀਤ ਲਿਖੇ ਹੋਏ ਸੀਗੇ। ਚਾਹ ਪੀਤੀ ਜਦੋਂ ਅਸੀਂ ਚਾਹ ਪੀ ਕੇ ਪਤਾ ਨਹੀਂ ਬਾਬਿਆਂ ਨੇ ਚਾਹ 'ਚ ਇਹੋ ਜਿਹਾ ਕੀ ਪਾਇਆ ਸੀ ਜਾਣੀ ਸਾਨੂੰ ਗਰਮੀ ਆ ਗਈ ਜੋਸ਼ ਜਿਹਾ ਆ ਗਿਆ। ਅਮਰ ਸਿੰਘ ਚਮਕੀਲਾ ਮੈਨੂੰ ਕੰਨ 'ਚ ਫਸਦਾ ਕਹਿੰਦਾ ਚਾਹ ਪੀਣ ਤੋਂ ਬਾਅਦ ਕੁਛ ਮਹਿਸੂਸ ਹੋ ਰਿਹਾ ਤੁਹਾਨੂੰ? ਮੈਂ ਕਿਹਾ ਹਾਂ ਯਾਰ ਵੀ ਜੋਸ਼ ਆ ਰਿਹਾ ਮਤਲਬ। ਕਹਿੰਦਾ ਵੀ ਯਾਰ ਮੈਨੂੰ ਵੀ ਐਂ ਲੱਗਦਾ ਵੀ ਮੈਂ ਕਿਹੜਾ ਥੰਮਣਾ ਤੋੜ ਦੂੰਗਾ। ਕਹਿੰਦਾ ਇੰਨਾ ਮੈਂ ਜੋਸ਼ ਆਇਆ। ਤੇ ਮੈਂ ਕਿਹਾ ਉਹ ਵੀ ਨੋਟ ਕਰ ਕਹਿੰਦਾ ਚਮਕੀਲਿਆ ਕੀ ਗੱਲ ਹੋ ਗਈ? ਬਾਬਾ ਰੂਟ ਸਿੰਘ ਕਹਿੰਦਾ ਬਾਬਾ ਜੀ ਮੈਂ ਜੋਸ਼ ਜਿਹਾ ਆ ਗਿਆ ਮੈਨੂੰ ਪਤਾ ਨਹੀਂ ਕਾਹਤੇ। ਕਹਿੰਦਾ ਤਾਂ ਜੇ ਚਾਹ ਪੀ ਕੇ ਤੈਨੂੰ ਜੋਸ਼ ਆਇਆ ਜੇ ਤੂੰ ਅੰਮ੍ਰਿਤ ਛਕ ਲਵੇਂ ਕਹਿੰਦਾ ਤੂੰ ਤਾਂ ਸਾਰੀ ਦੁਨੀਆ ਸਾਰ ਕਰ ਲਵੇਂ। ਕਹਿੰਦਾ ਬਾਬਾ ਜੀ ਜਦੋਂ ਉਹ ਦਿਨ ਆਉਣਗੇ ਤੁਹਾਡੀ ਕਿਰਪਾ ਹੋਊਗੀ ਮੈਂ ਅੰਮ੍ਰਿਤ ਵੀ ਛਕ ਲੂੰਗਾ। ਉਹ ਕਹਿੰਦਾ ਐਸੇ ਨਹੀਂ ਕਹਿੰਦਾ ਜੇ ਤੇਰੇ ਕਰਮ ਨੇ ਜਿਹੜੇ ਤੂੰ ਕਰ ਪਰ ਗੰਦਾ ਨਹੀਂ ਹੋਣਾ। ਉਹ ਕਹਿੰਦਾ ਨਹੀਂ ਬਾਬਾ ਜੀ ਵੀ ਮੈਂ ਗੰਦਾ ਨਹੀਂ ਤੋਬਾ ਕਰ ਲਈ ਉਹਨੇ ਤੋਬਾ ਕਰ ਲਈ ਜੀ। ਕਹਿੰਦਾ ਪਰ ਇੱਕ ਹੁਣ ਤੂੰ ਆਇਆ ਵੀ ਆ ਇੱਥੇ ਗੁਰੂ ਦੇ ਦੁਆਰੇ ਆਇਆ ਬਈ ਹੁਣ ਤੂੰ ਇੱਕ ਆਪਣਾ ਜਿਹੜਾ ਰਿਕਾਰਡ ਆ ਉਹ ਧਾਰਮਿਕ ਗੀਤਾਂ ਦਾ ਕੱਢ ਦੇ। ਉਦੋਂ ਤੱਕ ਕੋਈ ਧਾਰਮਿਕ ਗੀਤਾਂ ਦਾ ਨਹੀਂ ਸੀ ਕੀਤਾ? ਹਾਂਜੀ ਹਾਂਜੀ ਉਦੋਂ ਤੱਕ ਨਹੀਂ ਸੀ ਕੀਤਾ? ਨਹੀਂ ਸੀ। ਹਾਂਜੀ ਠੀਕ ਹੈ। ਤੇ ਉਹ ਕਹਿੰਦਾ ਠੀਕ ਆ ਬਾਬਾ ਜੀ ਹੁਣ ਮੈਂ ਧਾਰਮਿਕ ਗੀਤ ਰਿਕਾਰਡ ਕਰਾਉਂਗਾ ਇੱਕ LP ਧਾਰਮਿਕ ਗੀਤਾਂ ਰਿਕਾਰਡ ਕਰਾਉਂਗਾ। LP ਵੱਡਾ ਜੀ 10 ਤੋਂ 12 ਤੱਕ ਗੀਤ ਹੁੰਦੇ ਆ। ਲਓ ਜੀ ਅਸੀਂ ਬਾਅਦ 'ਚ ਆ ਕੇ ਬਾਹਰ ਆਦੇ ਇਹਨੇ ਮੈਨੂੰ ਜੱਫੀ 'ਚ ਲੈ ਲਿਆ ਕਹਿੰਦਾ ਵੀ ਤੂੰ ਤਾਂ ਮੇਰਾ ਗੁਰੂ ਆ ਤੂੰ ਮੇਰਾ ਰੱਬ ਹੈ ਨਹੀਂ ਮਤਲਬ ਪੂਰਾ ਖੁਸ਼ ਹੈ ਨਾ। ਆ ਕੇ ਫਿਰ ਅਸੀਂ ਫਿਰ ਵਾਪਸ ਉੱਥੇ ਆ ਗਏ ਚਤਰ ਸਿੰਘ ਜੀਵਨ ਸਿੰਘ ਦੀ ਦੁਕਾਨ 'ਤੇ ਜੀ ਆ ਕੇ ਕਹਿੰਦਾ ਬਖਸ਼ੇ ਗਏ ਖੁਸ਼ੀ 'ਚ ਪੂਰਾ ਐਨ ਕਹਿੰਦਾ ਮੌਤ ਦੇ ਮੂੰਹ 'ਚੋਂ ਨਿਕਲ ਪਰਮਾਤਮਾ ਨੇ ਕੱਢ ਲਿਆ ਜਿਹੜੀ ਬੜੀਆਂ ਸਲਾਮਾਂ ਕਰਿਆ ਆਪਣੇ ਨੂੰ ਯਕੀਨ ਹੋ ਗਿਆ ਕਿ ਹੁਣ ਠੀਕ ਹੈ। ਫਿਰ ਉਹਨਾਂ ਨੇ ਸਾਨੂੰ ਉੱਥੇ ਭਾਈ ਚਤਰ ਸਿੰਘ ਜੀਵਨ ਸਿੰਘ ਉਹਨਾਂ ਨੇ ਸਾਨੂੰ ਠੰਡੇ ਰਸਗੁੱਲੇ ਖਿਲਾਏ। ਅੱਛਾ ਜੀ। ਨਾ ਸਾਨੂੰ ਉਹ ਚਾਹ ਭੁੱਲਣੀ ਆ ਤੇ ਨਾ ਸਾਨੂੰ ਚਤਰ ਸਿੰਘ ਜੀਵਨ ਸਿੰਘ ਉਹਨਾਂ ਦੇ ਠੰਡੇ ਰਸਗੁੱਲੇ ਭੁੱਲਣੇ ਪਤਾ ਨਹੀਂ ਕਿੱਥੋਂ ਲੈ ਕੇ ਆਏ ਇੰਨੇ ਵਧੀਆ ਜ਼ਿੰਦਗੀ ਭਰ ਦਾ ਯਾਦ। ਉਹ ਕਹਿੰਦਾ ਵੀ ਤੁਸੀਂ ਦੋ ਖਾਓ ਦੋ ਖਾਂਦੇ ਨੇ ਅਸੀਂ 4 ਰਸਗੁੱਲੇ ਖਾਦੇ। ਅੱਛਾ ਜੀ। ਇੰਨੇ ਟੇਸਟੀ ਸੀਗੇ। ਚਲੋ ਜੀ ਉਹਨਾਂ ਤੋਂ ਫਿਰ ਅਸੀਂ ਛੁੱਟੀ ਲਈ। ਛੁੱਟੀ ਲੈ ਕੇ ਫਿਰ ਅਸੀਂ ਜਦੋਂ ਅੰਮ੍ਰਿਤਸਰ ਦੇ ਸ਼ਹਿਰ ਤੋਂ ਬਾਹਰ ਆ ਗਏ ਤੇ
ਅਮਰ ਸਿੰਘ ਚੰਗੀਲੇ ਨੂੰ ਕਿਹਾ, ਮੈਂ ਕਿਹਾ ਵੀ ਮੈਨੂੰ ਬਾਥਰੂਮ ਜਾਣਾ, ਮੈਂ ਵੀ ਕਿਤੇ ਗੱਡੀ ਦੇਖ ਕੇ ਵਧੀਆ ਜਗ੍ਹਾ ਤੇ ਲਾ ਲਓ। ਉਹ ਕਹਿੰਦਾ ਜਾਣਾ ਤਾਂ ਮੈਂ ਵੀ ਹੈ, ਵੀ ਪਹਿਲਾਂ ਐਂ ਕਰੋ ਵੀ ਪਹਿਲਾਂ ਤੁਸੀਂ ਜਾਇਓ, ਬਾਅਦ 'ਚ ਮੈਂ ਜਾਣਾ। ਮੈਂ ਉੱਥੇ ਆਪਣੀ ਡਾਇਰੀ ਰੱਖ ਕੇ ਮੈਂ ਦੂਰ ਬਾਥਰੂਮ ਚਲ ਗਿਆ। ਸੜਕ ਦੇ ਕੰਢੇ 'ਤੇ ਤੇਜ਼ਾਬ ਨਹੀਂ ਹੁੰਦਾ, ਦੂਰ ਚਲ ਗਿਆ। ਮੈਨੂੰ 5 ਮਿੰਟ ਆਉਣ ਜਾਣ ਦੇ ਵਿੱਚ ਜਣੀ ਲੱਗ ਗਏ। ਇਹਨੇ ਫਿਰ ਮੇਰੀ ਜਦੋਂ ਮੇਰੀ ਡਾਇਰੀ ਦੇਖੀ, ਕਹਿੰਦਾ ਭਾਈ ਸਾਹਿਬ ਇਹ ਡਾਇਰੀ ਦੇ ਵਿੱਚ ਗੀਤ ਤੁਹਾਡੇ ਲਿਖੇ ਨੇ? ਮੈਂ ਕਿਹਾ ਹਾਂਜੀ। ਕਹਿੰਦਾ ਵੀ ਸਾਰੀ ਧਾਰਮਿਕ ਗੀਤ ਨੇ, ਧਾਰਮਿਕ ਹੀ ਲਿਖਦੇ ਹੋ ਤੁਸੀਂ? ਮੈਂ ਕਿਹਾ ਹਾਂਜੀ ਮੈਂ ਧਾਰਮਿਕ ਹੀ ਲਿਖਦਾ। ਕਹਿੰਦਾ ਜਿਹੜਾ ਮੈਨੂੰ ਤਾਂ ਦੋ ਚੀਜ਼ਾਂ ਮਿਲ ਗਈਆਂ, ਵੀ ਇੱਕ ਤਾਂ ਅੱਜ ਮੇਰਾ ਛੁਟਕਾਰਾ ਹੋ ਗਿਆ, ਵੀ ਚੱਲ ਮੈਨੂੰ ਇੱਕ ਰਾਈਟਰ ਵੀ ਮਿਲ ਗਿਆ ਧਾਰਮਿਕ ਗੀਤਾਂ ਵਾਲਾ। ਦੋ ਤਾਂ ਇਹਨੇ ਉਸੇ ਟਾਈਮ ਟਿਕ ਕਰਤੇ ਸੀ, ਤਾਈਓ ਅੱਜ ਖਾਲਸੇ ਦੇ ਸਿਰ ਸੌਂਦੀਆਂ ਨੇ ਦਸਤਾਰਾਂ ਕੇਸਰੀ, ਇੱਕ ਇਹ ਤੇ ਇੱਕ ਪੀਰਾਂ ਦਾ ਪੀਰ ਕੋਟੇ ਸੁੱਤਾ ਜੰਡ ਦੇ ਥੱਲੇ। ਇਹ ਇਹਨੇ ਮੌਕੇ 'ਤੇ ਟਿਕ ਲਾ ਤਾਂ ਕਹਿੰਦਾ ਆਪਾਂ ਨੇ ਰਿਕਾਰਡ ਕਰਾਉਣੀ ਜਿਹੜਾ ਸੀਗਾ ਨੀਤੂ ਨਰਕਾਂ ਜਿਵੇਂ ਸਰਾਂਦੀ ਹੋਵੇ। ਫਿਰ ਬਾਅਦ 'ਚ ਮੈਂ ਡਿਊਟ ਲਿਖਿਆ ਸੀਗਾ, ਬਾਕੀ ਗੀਤ ਬਾਅਦ 'ਚ। ਇਹ ਕਹਿੰਦਾ ਫਿਰ ਤੂੰ ਐਂ ਕਰੋ ਵੀ ਤੁਸੀਂ ਸਾਰਾ ਮੈਟਰ ਤੁਸੀਂ ਕੁਛ ਮੇਰੇ ਕੋਲ ਵੀ ਪਿਆ, ਤੁਸੀਂ ਵੀ ਲਿਖੋ ਵੀ ਫਾਈਨਲ ਤੁਸੀਂ ਕਰਨਾ ਕਿਹੜੇ ਕਿਹੜੇ ਆਪਾਂ ਗੀਤ ਰਿਕਾਰਡ ਕਰਾਉਣੇ ਹੈ। ਠੀਕ ਹੈ। ਫਿਰ ਨਾਮ ਜਪ ਲੈ ਦੇ ਵਿੱਚ, ਜਿਹਦੇ ਵਿੱਚ ਮੇਰੇ 7 ਗੀਤ ਸੀਗੇ, ਫਿਰ ਉਹ ਨਾਮ ਜਪ ਲੈ ਜਿਹੜਾ ਗੀਤ ਸੀ ਸੋਨੋਟੋਨ ਦੇ ਵਿੱਚ ਰਿਕਾਰਡ ਹੋਇਆ ਜੀ। ਰਿਕਾਰਡ ਥੋੜਾ ਜਿਹਾ 2 ਲਾਈਨਾਂ ਕਿਵੇਂ ਸੀ? ਬਹੁਤ ਵੈਸੇ ਤਾਂ ਮਕਬੂਲ ਵੀ ਹੋਇਆ, ਮੈਨੂੰ ਲੱਗਦਾ ਰਾਤੋਂ ਰਾਤ ਫਿਰ ਉਹ ਧਾਰਮਿਕ ਗੀਤਾਂ ਦੇ ਵਿੱਚ ਵੀ ਚਮਕੀਲਾ ਹੋ ਗਈ। ਚਮਕੀਲਾ ਹੋ ਗਈ। ਉਸੇ ਗੀਤਾਂ ਨੇ ਮੈਨੂੰ ਰਾਤੋਂ ਰਾਤ ਮਤਲਬ ਐਸਟੈਬਲਿਸ਼ਡ ਰਾਈਟਰ ਬਣਾਤਾ ਜੀ। ਸਵਰਨ ਸਿਵੀਆ ਵੀ ਐਜ਼ ਏ ਰਾਈਟਰ ਰਾਤੋਂ ਰਾਤ। ਦੂਜੇ ਦਿਨ ਇੱਥੇ ਘਰ ਦੇ ਵਿੱਚ ਇਕੱਠ ਹੋਣ ਲੱਗਾ ਵੀ ਯਾਰ ਉੱਪਲਾਂ ਦਾ ਕਿਹੜਾ ਬੰਦਾ ਜਿਹਦੇ ਗੀਤ ਚਮਕੀਲਾ ਗਾ ਗਿਆ। ਨਾਲੇ ਚਮਕੀਲੇ ਦੇ ਗੀਤ ਉਦੋਂ ਫਿਰ ਗੁਰਦੁਆਰਿਆਂ 'ਚ ਵੱਜਣ ਲੱਗੇ। ਮੈਂ ਤੁਹਾਨੂੰ ਦੱਸਿਆ ਵੀ ਜਿੱਦਣ ਗੀਤ ਰਿਲੀਜ਼ ਹੁੰਦਾ, ਜਿਹਦਾ ਮਤਲਬ ਜਿਹੜੇ ਦਿਨ ਰਿਲੀਜ਼ ਹੁੰਦਾ, ਦੂਜੇ ਦਿਨ ਦੁਨੀਆ ਇੱਥੇ ਕੀੜੀਆਂ ਮੂੰਹ ਇਕੱਠੀ ਹੋ ਗਈ ਘਰੇ ਵੀ ਮੈਂ ਬੰਦਾ ਦੇਖਣਾ ਕਿਹੜਾ ਜਿਹੜਾ ਹੈਗਾ। ਧਾਰਮਿਕ ਗੀਤ ਇੰਨਾ ਹਿੱਟ ਹੋਇਆ। ਇਹ ਗੀਤ ਹੋ ਗਿਆ ਸੀ ਸੋਨੋਟੋਨ ਦੇ ਵਿੱਚ। ਨਹੀਂ, ਅਮਰ ਸਿੰਘ ਚਮਕੀਲਾ HMB ਕੰਪਨੀ ਦਾ ਅਪਰੂਵਡ ਕਲਾਕਾਰ ਸੀ, A ਕਲਾਸ ਦਾ ਕਲਾਕਾਰ ਸੀ ਅਮਰ ਸਿੰਘ ਚਮਕੀਲਾ। ਜਿੰਨੀ ਜਾਨੀ ਮਤਲਬ ਵਿਕਰੀ ਅਮਰ ਸਿੰਘ ਚਮਕੀਲੇ ਦੀ ਹੁੰਦੀ ਸੀ, ਅਮਰ ਸਿੰਘ ਚਮਕੀਲੇ ਦੀ ਇਕੱਲੇ ਦੀ, ਉਨੀ ਵਿਕਰੀ ਬਾਕੀ ਸਾਰੇ ਕਲਾਕਾਰਾਂ ਦੇ ਗੀਤਾਂ ਦੀ ਸਾਲ ਦੇ ਵਿੱਚ ਹੁੰਦੀ ਸੀ। ਜਾਨੀ ਇੱਕ ਪਾਸੇ ਸੀਗਾ, ਬਾਕੀ ਸਾਰੇ ਕਲਾਕਾਰ, ਬਾਕੀ ਸਾਰਿਆਂ ਦੀ ਇਕੱਲੇ ਅਮਰ ਸਿੰਘ ਚਮਕੀਲੇ ਦੀ ਇੰਨੀ ਵਿਕਰੀ ਸੀ ਇਹਦੇ ਗੀਤਾਂ ਦੀ। ਹਾਂ, ਤੇ 10 ਉਹਨਾਂ ਦਿਨਾਂ ਦੇ ਵਿੱਚ ਦੇਖੋ 10 ਲੱਖ ਕੈਸਟ ਵਿਕਣਾ ਕੋਈ ਛੋਟੀ ਜਿਹੜੀ ਨਾਮ ਜਪ ਲੈ ਦੀ 10 ਲੱਖ ਕੈਸਟ ਵਿਕ ਚੁੱਕੀ ਸੀਗੀ। ਦੇਖੋ ਇਹ ਜਾ ਕੇ ਹੋਇਆ ਸੀਗਾ ਸਤੰਬਰ ਦੇ ਵਿੱਚ ਰਿਕਾਰਡ, ਸਤੰਬਰ 1986 ਦੇ ਵਿੱਚ। ਠੀਕ ਹੈ। ਤੇ ਇਹ ਦਸੰਬਰ ਤੱਕ ਮਤਲਬ 3-4 ਮਹੀਨਿਆਂ ਦੇ ਵਿੱਚ 10 ਲੱਖ ਨੂੰ ਕ੍ਰਾਸ ਕਰ ਗਈ ਸੀ ਕੈਸਟ। ਫਿਰ HMB ਕੰਪਨੀ ਨੇ ਕਿਹਾ ਵੀ ਦੂਸਰਾ ਗੀਤ ਵੀ ਇਹਦਾ ਅਮਰ ਸਿੰਘ ਚਮਕੀਲੇ ਦਾ ਧਾਰਮਿਕ ਹੀ ਕਰੋ। ਅੱਛਾ। ਕਿਉਂਕਿ ਸਾਰੇ ਰਿਕਾਰਡ ਤੋੜਤੇ ਸੀ ਨਾਮ ਜਪ ਲੈਣੇ ਵੀ ਦੂਜੇ ਜਿਹੜੇ ਕਮਰਸ਼ੀਅਲ ਗੀਤ ਹੈ ਉਹਨਾਂ ਨਾਲੋਂ ਵੀ ਵੱਧ ਧਾਰਮਿਕ ਵੀ ਵਿਕੇ, ਕਿਉਂਕਿ ਧਾਰਮਿਕ ਗੁਰਦੁਆਰਿਆਂ ਵਾਲਿਆਂ ਨੇ ਵੀ ਖਰੀਦ ਲਏ, ਸਾਰੇ ਲੋਕਾਂ ਨੇ। ਹਾਂ, ਉਹਨਾਂ ਲੋਕਾਂ ਨੇ ਵੀ ਖਰੀਦ ਲਏ ਜਿਹੜੇ ਲੋਕ ਚਮਕੀਲੇ ਨੂੰ ਨਹੀਂ ਸੁਣਨਾ ਚਾਹੁੰਦੇ ਸੀ, ਕਿਉਂ ਤੇ ਕੱਲੇ ਗੁਰਦੁਆਰੇ 'ਚ ਵੱਜਣ ਲੱਗ ਗਿਆ। ਤੇ ਫਿਰ ਦੂਸਰਾ ਜਿਹੜਾ ਗੀਤ ਸੀਗਾ ਉਹ ਕੈਸਟ ਆਈ ਸੀ, ਤਵਾ ਨਹੀਂ ਸੀ ਆਇਆ, ਬਾਬਾ ਤੇਰਾ ਨਨਕਾਣਾ, ਜਿਹਦੇ ਵਿੱਚ ਮੇਰਾ ਗੀਤ ਸੀ ਸਾਤੋਂ ਬਾਬਾ ਖੋਲਿਆ ਤੇਰਾ ਨਨਕਾਣਾ। ਇਹ ਤਾਂ ਬਹੁਤ ਜ਼ਿਆਦਾ ਬਾਅਦ ਚੋਂ ਰੀਮਿਕਸ ਹੋ ਕੇ ਵੀ ਹੁਣ ਤੱਕ ਜਿਹੜੇ ਗੀਤ ਨੇ ਜਿਉਂਦੇ ਜੀ ਮੈਨੂੰ ਤੇ ਅਮਰ ਸਿੰਘ ਚਮਕੀਲੇ ਨੂੰ ਅਮਰ ਕੀਤਾ। ਇਹਦੇ ਵਿੱਚ ਮੇਰੇ 6 ਗੀਤ ਸੀਗੇ ਜੀ। ਇਹਨੇ ਵੀ ਤਹਿਲਕਾ ਮਚਾਤਾ ਫਿਰ ਇਸ ਮਤਲਬ ਕੈਸਟ ਨੇ। ਪਰ ਫਿਰ ਤਾਂ ਜਣੀ ਉੱਥੇ ਦੁਨੀਆ ਦੇ ਵਿੱਚ ਜਾਂ ਗੱਲਾਂ ਹੁੰਦੀਆਂ ਸੀ ਅਮਰ ਸਿੰਘ ਚਮਕੀਲੇ ਦੀਆਂ ਜਾਂ ਸਵਰਨ ਸਿੰਘ ਸਿਵੀਏ ਦੀਆਂ। ਸੱਚ ਚਮਕੀਲੇ ਆਖਦਾ ਸਿਵੀਆ ਮਰ ਜਾਣਾ, ਸਾਤੋਂ ਬਾਬਾ ਖੋਲਿਆ ਤੇਰਾ ਨਨਕਾਣਾ। ਬਹੁਤ ਸੁਣਿਆ ਜੀ ਅਸੀਂ, ਸਾਰਿਆਂ ਨੇ ਸੁਣਿਆ। ਵੈਸੇ ਤਾਂ ਹੁਣ ਇੱਕ ਹੋਰ ਗੱਲ ਦੱਸਦਾ ਲਓ ਇਹ ਗੀਤ ਦੀ ਤੁਹਾਨੂੰ ਨਵੀਂ। ਇਹ ਗੀਤ ਤੁਸੀਂ ਜਿੰਨੇ ਵੀ ਮੇਰੇ ਧਾਰਮਿਕ ਗੀਤ ਨੇ ਉਹ ਸਟੋਰੀਆਂ ਦੇ ਤੌਰ ਤੇ ਬਹੁਤ ਘੱਟ ਸੁਣੋਗੇ। ਹਿੱਟ ਹੋਣ ਦਾ ਕਾਰਨ ਜਾਂ ਲੋਕਾਂ ਦੇ ਵਿੱਚ ਲੋਕਪ੍ਰਿਯਤਾ ਦਾ ਕਾਰਨ ਇਹ ਸੀ ਵੀ ਜਿਵੇਂ ਨੀਤੂ ਨਰਕਾਂ ਜਾਵੇਂ ਸਰਹੰਦ ਦੀ ਦੀਵਾਰੇ, ਇੱਕ ਦੀਵਾਰ ਦੀਆਂ ਗੁਰਸਿੱਖ ਦੇ ਨਾਲ ਜਾਂ ਇੱਕ ਜਾਗਰੂਕ ਸਿੱਖ ਨਾਲ ਗੱਲਾਂ ਕਰਾਉਣੀਆਂ, ਇੱਕ ਆਪਣਾ ਇਮੈਜਨਰੀ ਥਾਟ ਸੀਗਾ ਜੀ। ਤੇ ਜਿਹੜਾ ਇਹ ਥਾਟ ਸੀ ਸਾਤੋਂ ਬਾਬਾ ਖੋਲਿਆ ਤੇਰਾ ਨਨਕਾਣਾ, ਇਹ ਮੇਰੇ ਦਿਮਾਗ ਦੇ ਵਿੱਚ ਕਿੱਦਾਂ ਆਇਆ ਜਦੋਂ ਆਪਾਂ ਕਿਸੇ ਵੀ ਧਾਰਮਿਕ ਸਮਾਗਮ ਦੇ ਵਿੱਚ ਅਰਦਾਸ ਕਰਦੇ ਹਾਂ ਜੀ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਤਿੰਨਾਂ ਗੁਰਦੁਆਰਿਆਂ ਦੇ ਜਿਨ੍ਹਾਂ ਨੂੰ ਪੰਥ ਤੋਂ ਕੁਛੋੜ ਹੈਗਾ, ਖੁੱਲੇ ਦਰਸ਼ਨ ਦਾ ਤੇ ਸੇਵਾ ਸੰਭਾਲ ਦਾ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਉੱਥੋਂ ਚੱਕਿਆ ਗਿਆ ਵੀ ਕਿੱਡੀ ਵੱਡੀ ਅਰਦਾਸ ਕੀਤੀ ਜਾ ਰਹੀ ਆ ਤੇ ਕਿੱਡਾ ਬੜਾ ਵਿਛੋੜਾ ਪੈ ਰਿਹਾ। ਇਹ ਮੈਂ ਸੋਚਿਆ ਵੀ ਇਸ ਗੱਲ ਦੇ ਉੱਤੇ, ਇਸ ਲਾਈਨ ਦੇ ਉੱਤੇ ਗੀਤ ਲਿਖਿਆ ਜਾਵੇ। ਮੈਂ ਉਦੋਂ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਲੁਧਿਆਣਾ ਦੇ ਨਾਲ ਸਟੈਨੋਗ੍ਰਾਫਰ ਲੱਗਿਆ ਸੀਗਾ ਜੀ। ਕੋਈ ਦਿੱਲੀ ਦਾ ਵਕੀਲ ਆਇਆ ਸੀਗਾ, ਉਦੋਂ ਟਾਈਪਰਾਈਟਰ ਹੁੰਦੀਆਂ ਸੀ, ਟਾਈਪਰਾਈਟਰ ਬਾਰ-ਬਾਰ ਠਾਠਾ ਬਹੁਤ ਕਰਦੀ ਸੀ। ਉਹ ਕਹਿੰਦਾ ਵੀ ਕਾਕਾ ਵੀ ਤੂੰ ਟਾਈਪਰਾਈਟਰ ਨਾ ਜੇ ਚਲਾ, ਅੱਧਾ ਘੰਟਾ ਪਲੀਜ਼, ਤੂੰ ਹੋਰ ਕੰਮ ਕਰਨਾ ਕੋਈ ਕਰ ਲਾ। ਜੱਜ ਸਾਹਿਬ ਵੀ ਕਹਿੰਦੇ ਸਵਰਨ ਸਿੰਘ ਰੁਕ ਜਾ, ਤੂੰ ਹੋਰ ਕਰਨਾ, ਡਿਸਟਰਬੈਂਸ ਹੋ ਰਹੀ। ਹਾਂ,
ਹੁਣ ਉਹ ਬਹਿਸ ਕਰਨ ਲੱਗੇ। ਹੁਣ ਸਾਡਾ ਤਾਂ ਰੋਜ਼ ਦਾ ਕੰਮ ਦੀ ਵਕੀਲ ਬਹਿਸ ਕਰਦਾ ਸੀ, ਇਸ ਉਹਨਾਂ ਸੁਣਦੇ ਨਹੀਂ ਸੀ ਕੀ ਹੁੰਦਾ ਕੀ ਨਹੀਂ। ਮੈਂ ਦਿਮਾਗ 'ਚ ਥਾਟ ਕਰਨ ਲੱਗਾ ਵੀ ਇਹ ਥਾਟ ਬਣਾਈਏ ਵੀ ਉਹ ਗੀਤ ਬਣਾਉਣਾ। ਉਹ ਥਾਟ ਬਣਾ ਲਿਆ ਵੀ ਇਹਦੇ ਵਿੱਚ ਕੀ ਕੀ ਚੀਜ਼ਾਂ ਪਾਈਏ, ਹਿੰਦੂ ਸਿੱਖ ਦਾ ਪਿਆਰ ਦਿਖਾਈਏ, ਗੁਰੂ ਨਾਨਕ ਸਾਹਿਬ ਨੂੰ ਹਿੰਦੂਆਂ ਦਾ ਗੁਰੂ ਸਿੱਖਾਂ ਦਾ ਗੁਰੂ ਤੇ ਮੁਸਲਮਾਨਾਂ ਦਾ ਪੀਰ ਬਣ ਕੇ ਦਿਖਾਈਏ ਹੈ ਜੀ। ਤੇ ਫਿਰ ਜਿਹੜੀ ਪਾਰਟੀਸ਼ਨ ਹੋਈ, ਬਟਵਾਰਾ ਹੋਇਆ, ਇਹਦਾ ਵਿੱਚ ਜ਼ਿਕਰ ਕਰੀਏ ਤੇ ਮੇਨ ਹੁੱਕ ਲਾਈਨ ਜਿਹੜੀ ਨਨਕਾਣਾ ਸਾਹਿਬ ਦੀ ਲਈ ਜਾਵੇ। ਸਾਰਾ ਪਲਾਟ ਬਣ ਗਿਆ, ਵਿੱਚ ਬਹਿਣਾ ਕੀ ਆ। ਫਿਰ ਜੀ ਛੁੱਟੀ ਹੋ ਗਈ, 5 ਵਜੇ ਮੈਂ ਰਿਕਸ਼ਾ ਤੇ ਬਹਿ ਗਿਆ। ਰਿਕਸ਼ਾ ਤੇ ਬੈਠਿਆ, ਉਦੋਂ ਵੱਡੇ ਵੱਡੇ ਟਿਕਟ ਹੁੰਦੇ ਸੀਗੇ ਬੱਸਾਂ ਦੇ। ਮੈਂ ਟਿਕਟ ਦੇ ਪੁੱਠੇ ਪਾਸੇ ਲਿਖਣਾ ਸ਼ੁਰੂ ਕੀਤਾ। ਮੈਂ 2 ਰੁਪਏ ਲੱਗਦੇ ਹੁੰਦੇ ਸੀ ਪੁਰਾਣੀ ਕਚਹਿਰੀ ਲੁਧਿਆਣੇ ਤੋਂ ਬੱਸ ਸਟੈਂਡ ਤੱਕ ਦੇ ਰਿਕਸ਼ੇ ਹੁੰਦੇ ਸੀ, ਉਦੋਂ ਆਟੋ ਵਗੈਰਾ ਨਹੀਂ ਸੀ ਹੁੰਦੇ। ਬੈਠ ਗਿਆ ਮੈਂ, ਨਾਲ ਕੋਈ ਬਜ਼ੁਰਗ ਬੈਠਾ, ਨਾਲ ਪਤਾ ਨਹੀਂ ਕੌਣ ਸੀ। ਚਲੋ ਮੈਂ ਲਿਖਣਾ ਸ਼ੁਰੂ ਕਰਤਾ ਜੀ। ਅਮਰ ਸਿੰਘ ਦੇ ਚਮਕੀਲੇ ਦੇ ਦਫ਼ਤਰ ਦੇ ਆਉਣ ਤੱਕ ਮੈਂ ਗੀਤ ਪੂਰਾ ਕਰ ਲਿਆ ਸੀ। ਵਾਹ ਜੀ ਵਾਹ, ਕੀ ਬਾਤ ਹੈ। ਮਤਲਬ ਉਦੋਂ ਹੀ ਦੇਖੋ ਤੁਸੀਂ 22-23 ਸਾਲ ਦੀ ਉਮਰ ਸੀ, ਐਡਾ ਥਾਟ ਤਾਂ ਪਰਮਾਤਮਾ ਬਾਬਾ ਨਾਨਕ ਆਪੇ ਲਿਆ ਸਕਦਾ। ਜੇ ਕਹਾਂ ਵੀ ਮੇਰਾ ਥਾਟ ਸੀ, ਇਹ ਵੀ ਮੇਰੇ ਲਈ ਬਹੁਤ ਵੱਡੀ ਹੰਕਾਰ ਵਾਲੀ ਗੱਲ ਹੋਊਗੀ। ਚਲੋ ਮੈਂ ਲਿਖ ਲਿਆ। ਲਿਖ ਕੇ ਕੁਦਰਤਨ ਗੱਲ ਇਹ ਸੀ ਵੀ ਅਮਰ ਸਿੰਘ ਚਮਕੀਲਾ ਆਪਣੇ ਦਫ਼ਤਰ ਦੇ ਮੂਹਰੇ ਖੜਾ ਸੀਗਾ। ਸ਼ਾਮ ਸੀ, ਪ੍ਰੋਗਰਾਮ ਲਾ ਕੇ ਆਇਆ ਸੀਗਾ। ਮੈਂ ਉੱਠਿਆ, ਉਤਰਦਾ, ਜਦ 2 ਰੁਪਏ ਫੜਾਏ ਰਿਕਸ਼ੇ ਵਾਲੇ ਨੂੰ, ਭੱਜ ਕੇ ਅਮਰ ਸਿੰਘ ਚਮਕੀਲੇ ਕੋਲ ਆ ਵੀ ਆ ਦੇਖਾਂ। ਮੈਂ ਕਿਹਾ ਵੀ ਗੀਤ ਲਿਖਿਆ ਨਵੇਂ, ਮੈਂ ਕਿਹਾ ਥਾਟ ਦੇ ਉੱਤੇ ਲਿਖ ਕੇ ਲੈ ਕੇ ਆਂਦਾ। ਪੜ੍ਹਿਆ, ਪੜ੍ਹ ਕੇ ਜਦ ਹੀ ਇਹਨੇ ਮੈਨੂੰ ਜੱਫੀ 'ਚ ਲੈ ਲਿਆ। ਕਹਿੰਦਾ ਇਹ ਤਾਂ ਕਹਿੰਦਾ ਵੀ ਕਹਿੰਦਾ ਸਵਰਨ ਸਿੰਘ ਗੀਤ ਕਹਿੰਦਾ ਤੈਨੂੰ ਵੀ ਕਹਿੰਦਾ ਅਮਰ ਕਰੂ ਤੇ ਮੈਨੂੰ ਵੀ ਅਮਰ ਕਰ ਦੂਗਾ। ਬਸ ਉਸੇ ਦਿਨ ਤੋਂ ਜੀ ਦੂਜੇ ਦਿਨ ਚਲੇ ਗਏ ਇਹਦੀ ਮੋਟਰ ਤੇ ਜਾ ਕੇ ਕੰਪੋਜੀਸ਼ਨ ਬੁਲਾਈ। 2-2.5 ਘੰਟੇ ਲਾਤੇ। ਲੋ ਇੱਕ ਮੈਂ ਹੋਰ ਤੁਹਾਨੂੰ ਦੱਸਦਾ, ਮੈਂ ਤਾਂ ਇਹ ਗੀਤ ਲਿਖਿਆ ਸੀਗਾ ਅਮਰ, ਜਿਹੜਾ ਕੁਲਦੀਪ ਮਾਨਕ ਦਾ ਗੀਤ ਸੀਗਾ ਰਾਂਝਾ ਜੋਗੀ ਹੋ ਗਿਆ ਕੰਨੀ ਮੁੰਦਰਾ ਪਾਈਆਂ, ਉਸ ਤਰਜ਼ ਤੇ ਲਿਖਿਆ ਸੀ ਮੈਂ। ਨਵਾਂ ਇਹ ਗੀਤਕਾਰ ਲਿਖਿਆ ਸੀ, ਕੋਲੋਂ ਨਵੀਆਂ ਮਤਲਬ ਜਿਹੜੀਆਂ ਸੀਗੀਆਂ ਕੰਪੋਜੀਸ਼ਨਾਂ ਦੇ ਲਿਖਣੇ ਨਹੀਂ ਸੀ ਆਉਂਦੇ, ਮੈਂ ਤਾਂ ਉਸ ਤਰਜ਼ ਤੇ ਲਿਖਿਆ ਸੀ। ਰਾਂਝਾ ਜੋਗੀ ਹੋ ਗਿਆ ਕੰਨੀ ਮੁੰਦਰਾ ਪਾਈਆਂ, ਚੌਧਰ ਛੱਡੀ ਪਿੰਡ ਦੀ ਛੱਡੀਆਂ ਭਰਜਾਈਆਂ ਹਾਂਜੀ। ਅਮਰ ਸਿੰਘ ਚਮਕੀਲੇ ਨੇ ਫਿਰ ਜਦੋਂ ਕੰਪੋਜੀਸ਼ਨ, ਮੈਂ ਨਹੀਂ ਇਹਨੂੰ ਦੱਸਿਆ ਵੀ ਮੈਂ ਇਸ ਤਰਜ਼ ਤੇ ਲਿਖਿਆ ਗੀਤ। ਜਦ ਇਹਨੇ ਕੰਪੋਜੀਸ਼ਨ, ਬਾਈ ਵਾਹ ਕਿਆ ਬਾਤ ਹੈ, ਇਹ ਵੀ ਖੜਿਆ ਤੇਰੇ, ਕੋਈ ਤੋੜ ਨਹੀਂ, ਕੋਈ ਮੈਨੂੰ ਲੱਗਦਾ ਲਫ਼ਜ਼ ਨਹੀਂ ਇਸ ਦੀ ਸਿਫਤ ਕਰਨ ਵਾਸਤੇ ਇਸ ਗੀਤ। ਹਾਂਜੀ। ਵਾਹ ਕਮਾਲ। ਪਰ ਇਹਦੇ ਨਾਲ ਹੀ ਫਿਰ ਅਗਲੀ ਗੱਲ ਵੀ ਜੁੜਦੀ ਹੈ ਸਿਵੀਆ ਸਾਹਿਬ, ਮਾਫੀ ਵੀ ਮੰਗ ਲਈ, ਬਾਬਿਆਂ ਨੇ ਮਾਫ ਵੀ ਕਰਤਾ। ਹਾਂਜੀ, ਜਿਹੜੀ ਗੱਲ ਧਾਰਮਿਕ ਗੀਤਾਂ ਵਾਲੀ, ਉਹ ਵੀ ਇੱਕ ਰਿਕਾਰਡ ਤੋਂ ਬਾਅਦ ਦੂਜਾ ਰਿਕਾਰਡ ਵੀ ਹੋ ਗਿਆ। ਲੋਕਾਂ ਨੇ ਮੰਨ ਵੀ ਲਿਆ ਕਿ ਚਮਕੀਲਾ ਸੁਧਰ ਗਿਆ। ਹਾਂਜੀ, ਪਰ ਫੇਰ ਮਾਰਤਾ। ਦੇਖੋ ਜੀ, ਗੱਲ ਹੈਗੀ ਇਹ ਬਈ ਜਦੋਂ ਅਮਰ ਸਿੰਘ ਚਮਕੀਲੇ ਨੇ ਮੇਰੇ ਗੀਤ ਰਿਕਾਰਡ ਕਰਾਤੇ, ਮੈਂ ਤਕਰੀਬਨ ਕਾਫੀ ਸਟੇਜਾਂ ਤੇ ਮੈਨੂੰ ਆਪਣੇ ਨਾਲ ਲੈ ਜਾਂਦਾ ਸੀ ਜੀ। ਖਾਸ ਕਰ ਜਦੋਂ ਬਾਰਡਰ ਦੇ ਸਾਈਡ ਦੇ ਉੱਤੇ ਪ੍ਰੋਗਰਾਮ ਹੁੰਦੇ ਸੀ, ਤਰਨਤਾਰਨ ਵਾਲੇ ਪਾਸੇ, ਤਰਨਤਾਰਨ, ਗੁਰਦਾਸਪੁਰ, ਫਿਰੋਜ਼ਪੁਰ ਤੇ ਅੰਮ੍ਰਿਤਸਰ ਸਾਈਡ, ਜਦੋਂ ਇਹ ਮੈਨੂੰ ਨਾਲ ਲੈ ਜਾਂਦਾ ਹੁੰਦਾ ਸੀਗਾ। ਤੇ ਮੈਂ ਤੁਹਾਨੂੰ ਦੱਸਾਂ ਬਈ 2-3 ਗੀਤਾਂ ਤੇ ਮੈਂ ਕਾਟਾ ਮਾਰਤਾ ਸੀ ਵੀ ਤੂੰ ਇਹ ਗੀਤ ਨਹੀਂ ਲਾਉਣੇ, ਚਾਹੇ ਜਿੰਨੀ ਮਰਜ਼ੀ ਕੋਈ ਤੈਨੂੰ ਡਿਮਾਂਡ ਆਈ ਸਟੇਜ ਤੇ। ਹਾਂ, ਤੇ ਉਹ ਗੀਤ ਸੀਗੇ 7 ਦਿਨ ਸਹੁਰਿਆਂ ਦੇ ਘਰ ਰਹਿ ਕੇ ਆਈ। ਮੈਂ ਕਿਹਾ ਵੀ ਤੂੰ ਇਹ ਗੀਤ ਨਹੀਂ ਲਾਉਣਾ। ਮੈਂ ਕਿਹਾ ਇੱਕ ਵੀ ਤੂੰ ਗੀਤ ਨਹੀਂ ਲਾਉਣਾ। ਉਹ ਤੱਕਦਾ ਰਹੇ, ਮੈਂ ਸਿਖਰ ਦੁਪਹਿਰੇ ਨਹਾਉਂਦੀ ਸੀ, ਚਾਹੇ ਤੈਨੂੰ ਕਰੋੜਾਂ ਰੁਪਈਆ ਦੇਵੇ, ਤੂੰ ਇਹ ਗੀਤ ਨਹੀਂ ਲਾਉਣਾ। ਜੇ ਗੀਤ ਲਾਏਗਾ ਤਾਂ ਮੈਂ ਤੇਰੇ ਨਾਲ ਸਟੇਜ ਤੇ ਨਹੀਂ ਆਉਣਾ ਹੈਗਾ। ਤੇ ਇੱਕ ਗੀਤ ਸੀਗਾ ਜੀ, ਤੇਰੀ ਮਾਂ ਦੀ ਤਲਾਸ਼ੀ ਲੈਣੀ ਨਹੀਂ ਬਾਪੂ ਸਾਡਾ ਗੁੰਮ ਹੋ ਗਿਆ। ਇਹ ਗੀਤ ਮੈਂ ਮੰਨਦਾ ਵੀ ਚਮਕੀਲੇ ਦੇ ਇਹ ਸੱਭਿਆਚਾਰ ਗੀਤ ਨਹੀਂ ਕਹੇ ਜਾ ਸਕਦੇ। ਇਹਨਾਂ ਤੇ ਕਿੰਤੂ ਪਰੰਤੂ ਜੇ ਕਿਸੇ ਦਾ ਵੀ ਸੀ, ਚਾਹੇ ਲੋਕਾਂ ਦਾ ਚਾਹੇ ਕਲਾਕਾਰਾਂ ਦਾ, ਉਹ ਸੱਚਾ ਸੀ। ਪਰ ਇਹਨਾਂ ਗੀਤਾਂ ਤੋਂ ਹਟ ਕੇ ਕੋਈ ਵੀ ਗੀਤ ਅਮਰ ਸਿੰਘ ਚਮਕੀਲੇ ਦਾ ਇਦਾਂ ਦਾ ਹੈ ਨਹੀਂ ਸੀ ਜਿਹਨੂੰ ਆਪਾਂ ਬਲਗਰ ਕਹੀਏ। ਦੇਖੋ ਸਾਰੇ ਕਲਾਕਾਰਾਂ ਨੇ ਗਾਏ ਨੇ, ਹੁਣ ਤਾਂ ਜਮਾ ਹੀ ਸਰਿਆ ਪਿਆ, ਪਿੱਛੇ ਵੀ ਬਹੁਤ ਗਾਏ ਨੇ। ਅਮਰ ਸਿੰਘ ਚਮਕੀਲੇ ਦੇ ਵਿੱਚ ਸਿਰਫ ਇਹ ਸੀ ਵੀ ਅਮਰ ਸਿੰਘ ਚਮਕੀਲਾ ਉਹ ਗਾਉਂਦਾ ਸੀ ਜੋ ਪੰਜਾਬ ਦਾ ਕਲਚਰ ਕਹਿ ਰਿਹਾ ਸੀ। ਅਮਰ ਸਿੰਘ ਚਮਕੀਲੇ ਦੇ ਵਿੱਚ ਦਿਓਰ ਭਾਬੀ ਦੀ ਛੇੜਛਾੜ, ਜੇਠ ਭਰਜਾਈ ਦੀ ਛੇੜਛਾੜ ਹੈ ਜੀ, ਅਮਲੀ ਘਰ ਵਾਲੇ ਦੀ ਆਪਣੀ ਘਰ ਵਾਲੀ ਦੇ ਨਾਲ ਗੱਲਬਾਤ, ਤੇ ਮੁੰਡੇ ਕੁੜੀ ਦੇ ਆਸ਼ਕੀ ਮਸ਼ੂਕੇ ਦੇ, ਉਹ ਸਾਰੇ ਬੜੇ ਵਧੀਆ। ਪਰ ਸਿਵੀਆ ਸਾਹਿਬ, ਇਹ ਬਹੁਤ ਵੱਡਾ ਐਲੀਗੇਸ਼ਨ ਹੈ ਚਮਕੀਲੇ ਤੇ ਕਿ ਉਹਨੇ ਲੱਚਰਤਾ ਪਰੋਸੀ ਹੈ ਤੇ ਉਹਨੇ ਜਿਹੜੇ ਪਵਿੱਤਰ ਰਿਸ਼ਤੇ ਆ ਉਹਨਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ। ਦੇਖੋ ਜੀ, ਦੱਸੋ ਮੈਨੂੰ ਕਿਹੜੇ ਪਵਿੱਤਰ ਰਿਸ਼ਤੇ ਨੂੰ ਗਲਤ ਨਾ ਤੁਸੀਂ? ਨਹੀਂ, ਜੇ ਜੀਜੇ ਸਾਲੀ ਨੂੰ ਤੁਸੀਂ ਕਰਨਾ, ਜਾਂ ਜਿਹੜੀ ਨਣਦ ਭਰਜਾਈ ਵਾਲੀ ਗੱਲ, ਜਾਂ ਇੱਕ ਹੋਰ ਗੀਤ ਸੀਗਾ ਜਿਹੜਾ ਉਹ ਵੈਲੀ ਕਾਹਦਾ,
ਹੈਨਾ, ਤੁਹਾਡੇ ਪਤਾ ਹੀ ਹੈ ਤੁਹਾਨੂੰ ਹਾਂਜੀ ਹਾਂਜੀ ਕਿ ਕੋੜੀ ਹੈ ਜਹਾਨ ਦਾ, ਇਦਾਂ ਦੇ ਗੀਤ ਕੁਛ ਜਿਹੜੇ ਗੀਤ ਮੈਂ ਮੰਨਦਾ ਨਹੀਂ, ਪਰ ਜੀਜੇ ਸਾਲੀ ਵਾਲਾ ਤਾਂ ਕੋਈ ਗੀਤ ਨਹੀਂ ਗਲਤ ਹੋਇਆ। ਜੀਜੇ ਸਾਲੀ ਦੇ ਤਾਂ ਜੀਜਾ ਸਾਲੀਆਂ ਇਹੋ ਜਿਹੇ ਮਜ਼ਾਕ ਕਰ ਦਿੰਦੀਆਂ ਨੇ, ਜਦੋਂ ਆਪਾਂ ਵੀ ਘਰਾਂ ਵਿੱਚ ਜਾਂਦੇ ਹਾਂ ਚਮਕੀਲੇ ਨੇ ਤਾਂ ਇਹੋ ਜਿਹੇ ਗੀਤ ਵੀ ਨਹੀਂ ਗਾਏ ਹੈਗੇ। ਜੀਜਾ ਸਾਲੀ ਦਾ ਤਾਂ ਮਜ਼ਾਕ ਬਣਿਆ ਹੋਇਆ ਦੁਨੀਆ ਤੇ। ਉਹ ਗੱਲ ਤੇ ਇਤਰਾਜ਼ ਹੈ ਨਹੀਂ ਕਿ ਉਹ ਵੈਲਿਕਾ ਦਾ ਕੋੜੀ ਹੈ ਜਹਾਨ ਦਾ ਜਿਹੜਾ ਗੀਤ ਸੀਗਾ ਉਹ ਤੁਹਾਨੂੰ ਲੱਗਦਾ ਵੀ ਗਲਤ ਹੈ ਗੀਤ? ਹਾਂ ਮੈਂ ਮੰਨਦਾ ਜੀ ਗਲਤ ਆ ਉਹ ਗੀਤ। ਮੈਂ ਪਰ ਜੇ ਉਹਨੂੰ ਕਹੀਏ ਵੀ ਬਹੁਤ ਜ਼ਿਆਦਾ ਗਲਤ, ਬਹੁਤ ਜ਼ਿਆਦਾ ਵੀ ਗਲਤ ਨਹੀਂ ਹੈਗਾ। ਹਾਂ ਠੀਕ ਆ ਵੀ ਉਹਦੇ ਵਿੱਚ ਜਿਹੜਾ ਉਹਨੇ ਜਿਹਨੇ ਲਾਲ ਪਰੀ ਨਾ ਪੀਤੀ ਰੰਨ ਕੁੱਟ ਕੇ ਸਿੱਧੀ ਨਾ ਕੀਤੀ, ਹਾਂਜੀ, ਜਿਹਨੇ ਨਸ਼ਾ ਪਾਣੀ ਨਾ ਕਰਨਾ, ਜਿਹਨੇ ਨਸ਼ਾ ਪਾਣੀ ਪੀਣਾ ਉਸ ਭੜੂਏ ਦਾ ਕੀ ਜੀਣਾ, ਕੰਡਾ ਖਿੱਚਿਆ ਨਾ ਜਿਹਨੇ ਭੈਣ ਦੀ ਨਾਨ ਦਾ, ਉਹ ਇਹ ਲਾਈਨਾਂ ਇੰਨੀਆਂ ਕਿ ਗਲਤ ਨੇ। ਬਾਕੀ ਗੀਤ ਦੇ ਵਿੱਚ ਕੋਈ ਇਹੋ ਜਿਹੀ ਗਲਤ ਨਹੀਂ ਹੈਗੀ। ਗਲਤ ਨੇ ਪਰ ਐਡਾ ਵੀ ਗਲਤ ਨਹੀਂ ਹੈਗਾ ਵੀ ਜੇ ਕਹੀਏ ਵੀ ਉਹਦੀ ਮੌਤ ਦੀ ਸਜ਼ਾ ਹੋਵੇ। ਹੁਣ ਜੇ ਇੱਕ ਬੰਦਾ ਚੋਰੀ ਕਰਦਾ ਉਹਨੂੰ ਫਾਇਦਾ ਤਾਂ ਨਹੀਂ ਆਪਾਂ ਲਾ ਸਕਦੇ। ਨਹੀਂ ਤੁਸੀਂ ਜਿਹੜੀ ਗੱਲ ਮਤਲਬ ਜਿਹੜੀ ਗੱਲ ਲੱਚਰਤਾ ਵਾਲੀ ਹੈ ਕਿ ਉਸ ਵੇਲੇ ਲੱਚਰਤਾ ਵਾਲੀ ਗੱਲ ਚਮਕੀਲੇ ਤੇ ਐਲੀਗੇਸ਼ਨ ਲੱਗੇ, 3-4 ਗੀਤ ਜਾਂ ਹੋਰ ਜ਼ਿਆਦਾ ਵੀ ਗੀਤ ਇਸ ਤਰ੍ਹਾਂ ਦੇ ਗਾਏ ਹੋਣੇ ਚਮਕੀਲੇ ਨੇ। ਚਲੋ ਉਹ ਦੌਰ 'ਚ ਹੋਰ ਵੀ ਗਾਇਕਾਂ ਨੇ ਇਸ ਤਰ੍ਹਾਂ ਦੇ ਗੀਤ ਗਾਏ, ਬਹੁਤ ਜ਼ਿਆਦਾ ਗਾਏ ਨੇ ਜੀ, ਪਰ ਮਾਰਿਆ ਚਮਕੀਲਾ ਗਿਆ ਸਿਰਫ। ਹਾਂ ਉਹ ਤਾਂ ਮਾਰਿਆ ਗਿਆ ਚਮਕੀਲਾ ਕਿਉਂਕਿ ਬਾਕੀ ਸਾਰਿਆਂ ਦੇ ਭਾਂਡੇ ਮੁੱਦੇ ਵੱਜ ਚੁੱਕੇ ਸੀ। ਇੱਕ ਹੋਰ ਵੀ ਕਾਰਨ ਸੀਗਾ ਕਿਉਂਕਿ ਇਹ ਤੇ ਮੋਨੋਪੋਲੀ ਜਿਹੜੀ ਸੀਗੀ ਉਸ ਟਾਈਮ ਇਹਨਾਂ ਦੇ ਵਿੱਚ ਜਾਂ ਤਾਂ ਜ਼ਿਮੀਂਦਾਰਾਂ ਦੇ ਸਿੰਗਰਾਂ ਦੀ ਸੀਗੀ ਜਾਂ ਹੋਰ ਮਤਲਬ ਉੱਚ ਦਰਜੇ ਦੀ ਕੈਟਾਗਰੀ ਦੇ। ਚਮਕੀਲੇ ਨੂੰ ਇੱਕ ਮਾਰਨ ਦਾ ਕਾਰਨ ਵੀ ਇਹ ਸੀ ਵੀ ਇਹ ਦਲਿਤ ਹੋ ਕੇ ਸਾਡੇ ਪੱਤਰੇ, ਸਾਡੇ ਭਾਂਡੇ ਸਾਫ਼ ਕਰ ਗਿਆ, ਸਾਡੇ ਜਿਹੜੇ ਰਿਜ਼ਕ ਸੀ ਉਹਨਾਂ ਨੂੰ ਜਮੇ ਜ਼ੀਰੋ ਕਰਤਾ। ਇੱਕ ਰੀਜ਼ਨ ਇਹ ਵੀ ਸੀ ਅਮਰ ਸਿੰਘ ਚਮਕੀਲੇ ਨੂੰ ਮਾਰਨ ਦਾ। ਅਮਰ ਸਿੰਘ ਚਮਕੀਲਾ ਜੇ ਕਿਤੇ ਰਾਇਲ ਫੈਮਿਲੀ ਦੇ ਨਾਲ ਜੁੜਿਆ ਹੁੰਦਾ ਕਿਸੇ ਦੀ ਜ਼ਰੂਰਤ ਨਹੀਂ ਸੀ ਪੈਣੀ ਅਮਰ ਸਿੰਘ ਚਮਕੀਲੇ ਦੇ ਉੱਤੇ ਜਿਹੜਾ ਬਲਗਰ ਦਾ ਸਟਿਗਮਾ ਲਾਉਣ ਦਾ। ਤੁਸੀਂ ਮੰਨਦੇ ਨਹੀਂ ਹੈਗੇ ਕਿ ਖਾੜਕੂਆਂ ਨੇ ਮਾਰਿਆ ਚਮਕੀਲਾ? ਨਾ ਮੈਂ ਨਹੀਂ ਮੰਨਦਾ ਖਾੜਕੂਆਂ ਨੇ ਮਾਰਿਆ, ਕਿਉਂਕਿ ਜਿਹੜੇ ਖਾੜਕੂ ਸਿੰਘ ਨੇ, ਖਾੜਕੂ ਸਿੰਘ ਜਿਹੜੇ ਹੁੰਦੇ ਨੇ ਉਹ ਹੁੰਦੇ ਨੇ ਤੇ ਜਿਹੜੇ ਲਲਕਾਰ ਕੇ ਰਣ ਦੇ ਵਿੱਚ ਬੈਰੀ ਨੂੰ ਮਾਰਦੇ ਨੇ। ਖਾੜਕੂ ਸਿੰਘਾਂ ਤੋਂ ਤਾਂ ਅਮਰ ਸਿੰਘ ਚਮਕੀਲੇ ਨੇ ਮਾਫੀ ਮੰਗ ਲਈ ਸੀਗੀ। ਤੇ ਦੂਸਰੀ ਗੱਲ, ਖਾੜਕੂ ਸਿੰਘ ਜਿਹੜੇ ਨੇ ਉਹ ਕਦੇ ਵੀ ਔਰਤ ਤੇ ਨਹੀਂ ਵਾਰ ਕਰਦੇ, ਖਾੜਕੂ ਸਿੰਘ ਕਦੇ ਵੀ ਨਿਹੱਥੇ ਤੇ ਨਹੀਂ ਵਾਰ ਕਰਦੇ, ਹਾਂਜੀ। ਤੇ ਖਾੜਕੂ ਸਿੰਘ ਤੇ ਜਿਹੜੇ ਹੈਗੇ ਜੀ ਹੁਣ ਜਦੋਂ ਅਮਰ ਸਿੰਘ ਚਮਕੀਲੇ ਉਹਨਾਂ ਤੇ ਵਾਰ ਹੋਇਆ, ਇਹ ਤਾਂ ਕਾਰ ਚੋਂ ਬਾਹਰ ਹੀ ਨਿਕਲਣ ਜਦੋਂ ਇਹਦੀ ਗੋਲੀ ਵੱਜੀ ਆ ਦੂਸਰੀ ਦੇ ਅਮਰਜੋਤ ਦੇ, ਉਹੀ ਤਾਂ ਲੱਤ ਜੇ ਕਾਰ ਦੇ ਵਿੱਚ ਹੀ ਸੀਗੀ ਜਦ ਗੋਲੀ ਮਾਰਤੀ ਡਿੱਗ ਪਈ ਜਦੋਂ ਥੱਲੇ। ਅਮਰ ਚਮਕੀਲਾ ਤਾਂ ਬਾਹਰ। ਪਰ ਕਿੰਨੀਆਂ ਹੀ ਜਥੇਬੰਦੀਆਂ ਨੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਸੋਧਿਆ ਚਮਕੀਲਾ, ਜ਼ਿੰਮੇਵਾਰੀ ਲਈ ਹੈ। ਉਸ ਟਾਈਮ 14 ਬੰਦਿਆਂ ਨੇ ਜ਼ਿੰਮੇਵਾਰੀ ਲੈ ਲਈ ਸੀ, ਮਾਰਨ ਵਾਲੇ ਤਾਂ 4 ਸੀਗੇ, 14 ਨੇ ਜ਼ਿੰਮੇਵਾਰੀ ਲੈ ਲਈ ਸੀ। ਹਰੇਕ ਬੰਦਾ ਆਪਣੇ ਆਪ ਨੂੰ ਉਹ ਕਰਨ ਵਾਸਤੇ ਜ਼ਿੰਮੇਵਾਰੀ ਲਈ ਜਾਂਦਾ ਸੀਗਾ। ਕਦੇ ਜਿਨ੍ਹਾਂ ਤੋਂ ਮਾਫੀ ਮੰਗੀ ਸੀਗੀ ਉਹਨਾਂ ਬਾਬਿਆਂ ਨੇ ਕਲੀਅਰ ਕੀਤਾ ਵੀ ਨਹੀਂ ਸਾਡਾ ਕੰਮ ਨਹੀਂ ਸੀਗਾ ਇਹ। ਸੁਣੋ ਫਿਰ, ਹਾਂਜੀ, ਜਦੋਂ ਇਹ ਕੰਮ ਹੋ ਗਿਆ, ਜਦੋਂ ਇਹ ਕਾਰਾ ਹੋ ਗਿਆ ਸਿੰਘ ਚਮਕੀਲੇ ਦਾ, ਤਾਂ ਜਦੋਂ ਸੰਸਕਾਰ ਹੋਇਆ, ਜਿਸ ਦਿਨ ਸੰਸਕਾਰ ਹੁੰਦਾ, ਸੰਸਕਾਰ ਕਰਨ ਵਾਲੇ ਵੀ ਅਸੀਂ, ਡੈੱਡ ਬੋਡੀਜ਼ ਲੈ ਕੇ ਆਉਣ ਵਾਲੇ ਵੀ ਅਸੀਂ, ਕਲਾਕਾਰ ਤੇ ਬਾਕੀ ਜਿਹੜੇ ਪ੍ਰਸ਼ੰਸਕੀ ਤਾਂ ਬਹੁਤ ਦੂਰ ਖੜੇ ਸੀ। ਸੰਸਕਾਰ ਕਰਨ ਵੇਲੇ ਤਾਂ ਕੋਈ ਵੀ ਨੇੜੇ ਨਹੀਂ ਲੱਗਿਆ ਹੈਗਾ। ਮੇਰੇ ਕੋਲ ਫੋਟੋਗ੍ਰਾਫ ਵੀ ਪਈਆਂ ਨੇ। ਹੁਣ ਜੇ ਮੈਨੂੰ ਪਤਾ ਹੁੰਦਾ ਤੁਹਾਡਾ ਵੀ ਤੁਸੀਂ ਆਪਣਾ ਬੈਲ ਪਲਾਂਟ ਪ੍ਰੋਗਰਾਮ, ਮੈਂ ਫੋਟੋਗ੍ਰਾਫਸ ਲਾ ਕੇ ਰੱਖਦਾ, ਤੁਹਾਨੂੰ ਸਾਹਮਣੇ ਦਿਖਾ ਦਿੰਦਾ ਫੋਟੋਗ੍ਰਾਫ ਵੀ। ਆ ਦੇਖੋ ਇਹਦੀਆਂ ਡੈੱਡ ਬੋਡੀਜ਼ ਅਸੀਂ। ਚਲੋ ਇੱਕ ਦੱਸੋ ਵੀ ਜਿਹੜਾ ਵਿੱਚ ਵਾਲਾ ਪੀਰੀਅਡ ਸੀਗਾ ਜਦੋਂ ਮਾਫੀ ਮੰਗੀ, ਇਹ ਗੱਲ ਰਹਿ ਗਈ ਜੀ ਪੂਰੀ ਹੋਣ ਤੇ। ਠੀਕ ਹੈ, ਸੰਸਕਾਰ ਹੋ ਗਿਆ। ਸੰਸਕਾਰ ਹੋਣ ਤੋਂ ਬਾਅਦ ਅਸੀਂ ਜਦੋਂ ਆਪਣੇ ਪਿੰਡ ਆ ਗਏ, ਆਪਣੇ ਪਿੰਡ ਮੈਂ ਇੱਥੇ ਉੱਪਲਾਂ ਆ ਗਿਆ, ਤਾਂ ਦੂਸਰੇ ਦਿਨ ਜਦੋਂ ਅਸੀਂ ਮਤਲਬ ਫੁੱਲ ਚੁਗਣ ਜਾਣਾ ਸੀਗਾ, ਤਾਂ ਮੈਨੂੰ ਪਿੰਡ ਵਾਲਿਆਂ ਨੇ ਤੇ ਉਹਨਾਂ ਦੇ ਘਰਦਿਆਂ ਨੇ ਦੱਸਿਆ ਵੀ ਇੱਥੇ ਸਿੰਘ ਆਏ ਸੀਗੇ। ਉਹ ਉੱਥੇ ਦੁਗਰੀ ਜਿੱਥੇ ਦਾ ਸੰਸਕਾਰ ਆ, ਉਹ ਕਹਿੰਦੇ ਸੀ ਵੀ ਸਾਨੂੰ ਤੁਸੀਂ ਦੱਸੋ ਵੀ ਇਹ ਕਿਹਨਾਂ ਨੇ ਕਾਰਾ ਕੀਤਾ, ਵੀ ਅਸੀਂ ਉਸ ਫੈਮਿਲੀ ਦੀ ਫੈਮਿਲੀ ਰੋੜ ਦਾਂਗੇ ਉਹਨਾਂ ਦੀ। ਅੱਛਾ, ਹਾਂ, ਇਹ ਸਾਨੂੰ ਉੱਥੇ ਪਿੰਡ ਦੇ ਮੋਹਤਬਰ ਬੰਦਿਆਂ ਨੇ ਵੀ ਦੱਸਿਆ ਸੀਗਾ। ਮੈਂ ਕਿਹਾ ਵੀ ਭੋਗ ਪੈ ਲੈਣ ਦੋ, ਵੀ ਸਾਡੇ ਤਾਂ ਵੈਸੇ ਹੀ ਸਾਣ ਮਰ ਗਏ, ਵੀ ਫਿਰ ਦੇਖਾਂਗੇ ਵੀ ਇਹ ਕਹਾਣੀ ਕਿਹਦੀ ਹੈ ਕਿਹਦੀ ਨਹੀਂ। ਤੇ ਫਿਰ ਜਿਹੜੇ ਬੰਦੇ ਉੱਥੇ ਬੈਠੇ ਸੀਗੇ, 2 ਬੰਦੇ ਸਾਨੂੰ ਉੱਥੇ ਜਦੋਂ ਅਸੀਂ ਬਾਬਾ ਬਸੰਤ ਸਿੰਘ ਜਫਰਵਾਲ ਉਹਨਾਂ ਦੇ 5 ਮੈਂਬਰੀ ਕਮੇਟੀ ਨਾਲ ਮਿਲ ਗਏ, 2 ਬੰਦੇ ਸਾਨੂੰ ਆ ਕੇ ਬਾਹਰ ਵੀ ਮਿਲੇ ਸੀਗੇ, ਆ ਕੇ ਜਿਹੜੇ ਮਤਲਬ ਸਾਡੇ ਦੋਸਤ ਬਣ ਗਏ ਸੀ। ਉਹ ਵੀ ਫਿਰ ਬਾਅਦ ਦੇ ਵਿੱਚ ਇੱਥੇ ਮੈਨੂੰ ਆ ਕੇ ਮਿਲੇ ਸੀ। ਕਹਿੰਦੇ ਯਾਰ ਦੱਸੋ ਕਿਹੜਾ ਵੀ ਐਡਾ ਭਗਤ ਬੰਦਾ ਜਿਹਨੇ ਮਾਰ ਕੇ ਰੱਖਤਾ, ਵੀ 9 ਖਾੜਕੂਆਂ ਦਾ ਬਦਨਾਮ ਕਰਤਾ। ਮੈਂ ਕਿਹਾ ਜੀ ਖਾੜਕੂਆਂ ਦਾ ਬਦਨਾਮ, ਖਾੜਕੂ ਚੌੜੇ ਹੋ ਤਾਂ ਲੈ ਰਹੇ ਨੇ, ਜ਼ਿੰਮੇਵਾਰੀਆਂ ਲੈ ਰਹੇ ਹੈਗੇ। ਤੇ ਮੈਂ ਕਿਹਾ ਵੀ ਉਹਨਾਂ ਦਾ ਤਾਂ ਕੰਮ ਨਹੀਂ, ਕੰਮ ਤਾਂ ਪਰ ਅੱਜ ਤੱਕ ਖਬਰਾਂ ਤਾਂ ਇਹੀ ਨੇ ਕਿ ਚਮਕੀਲੇ ਨੂੰ ਜੀ ਲਹਿਰ ਦੇ ਵਿੱਚ ਖਾੜਕੂਆਂ ਨੇ ਸੋਧਤਾ ਸੀ। ਖਾੜਕੂਆਂ ਦਾ ਦੇਖੋ ਜੀ, ਮੈਂ ਦੱਸਦਾ ਵੀ ਖਾੜਕੂ ਕਦੇ ਹੱਥੇ ਤੇ ਵਾਰ ਨਹੀਂ ਕਰਦਾ। ਨਹੀਂ, ਫਿਰ ਕਿਹਨੇ ਮਾਰਤਾ ਚਮਕੀਲਾ? ਉਹਦੇ ਵਾਸਤੇ ਇਨਵੈਸਟੀਗੇਸ਼ਨ ਚੱਲ ਰਹੀ ਆ, ਕਦੇ ਤੁਹਾਨੂੰ ਵਕਤ ਆਊ ਦੱਸਾਂਗੇ ਸਾਰਾ ਕੁਝ। ਨਹੀਂ, ਹੁਣ ਤਾਂ ਦੇਖੋ 88 ਦੀ ਗੱਲ ਹੈ ਤੇ 2020 ਚੱਲਦਾ ਹੈ। ਇਉਂ ਤਾਂ ਫਿਰ 29 ਸਾਲ ਹੋ ਗਏ, ਮੁਲਤਾਨੀ ਦਾ ਕੇਸ ਹੁਣ ਖੁੱਲ ਰਿਹਾ। ਅੱਛਾ, ਉਦੋਂ ਵੀ ਤਾਂ ਜਾਂਚ ਕੋਈ ਆਈ ਹੋਣੀ ਨਾ? ਕਿਸੇ ਨੇ ਜਾਂਚ ਕੀਤੀ ਹੋਈ ਨਹੀਂ ਜੀ, ਨਾ
ਕਿਸੇ ਨੇ ਕੋਈ ਜਾਂਚ ਨਹੀਂ ਪਰਿਵਾਰ ਨੇ ਨਹੀਂ ਕੋਈ ਮੈਂ ਕਢਾ ਕੇ ਲਿਆਇਆ ਸੀਗਾ FIR ਅਮਰ ਸਿੰਘ ਚਮਕੀਲੇ ਦੀ ਆਪਣੇ ਫਲੌਰ ਥਾਣੇ ਤੋਂ। ਡੈਡ FIR ਪਈ ਆ, ਕੋਈ ਇਨਵੈਸਟੀਗੇਸ਼ਨ ਨਹੀਂ, ਨਥਿੰਗ, ਕੋਈ ਕੁਝ ਨਹੀਂ ਹੋਇਆ ਹੈਗਾ। ਪਰਚੇ ਦਰਜ ਤਾਂ ਹੋਏ, ਪਰਚਾ ਤਾਂ ਦਰਜ ਹੋਇਆ ਜੀ ਬਗੈਰ ਅਣਪਛਾਤਿਆਂ ਤੇ ਬਸ। ਹਾਂ, ਅਨਨੇਮ ਤੇ ਪਰਚਾ ਦਰਜ ਹੋਇਆ ਜੀ, ਕਿਸੇ ਨੇਮ ਹੀ ਨਹੀਂ ਸੀਗਾ। ਅੱਛਾ, ਥੋੜਾ ਜਿਹਾ ਫੇਰ ਪਿੱਛੇ ਚੱਲਦੇ ਹਾਂ। ਮੇਰਾ ਸਵਾਲ ਵਿੱਚ ਰਹਿ ਗਿਆ ਕਿ ਜਦੋਂ ਤੋਂ ਮਾਫੀ ਮੰਗ ਲਈ, ਤੁਸੀਂ ਕਹਿਤਾ ਵੀ ਸਟੇਜਾਂ ਤੋਂ ਬਲਗਰ ਗੀਤ ਗਾਉਣੇ ਨਹੀਂ ਹੈਗੇ, ਨਹੀਂ ਗਾਉਣੇ, ਤੇ ਕੋਈ ਨਵਾਂ ਰਿਕਾਰਡ ਨਹੀਂ ਕਰਾਉਣਾ ਹੋਇਆ, ਨਵਾਂ ਰਿਕਾਰਡਿੰਗ ਕਰਨਾ। ਹਾਂ, ਫਿਰ ਇਹ ਪੱਕੇ ਰਹੇ ਉਸ ਗੱਲ ਤੇ ਪੱਕੇ ਰਹੇ। ਜਿਹੜਾ ਗੀਤ ਸੀਗਾ ਉਹ ਤੱਕਦਾ ਰਹੇ ਜਿਵੇਂ ਸਿਖਰ ਦੁਪਹਿਰੇ ਨਹਾਉਂਦੀ ਸੀ, ਰਿਕਾਰਡ ਹੋ ਚੁੱਕਿਆ ਸੀਗਾ। ਉਹ ਪਹਿਲਾਂ ਆ ਗਿਆ ਸੀਗਾ? ਨਹੀਂ, ਅਜੇ ਆਇਆ ਨਹੀਂ ਸੀਗਾ। ਅੱਛਾ, ਰਿਕਾਰਡ ਹੋ ਚੁੱਕਿਆ ਸੀ, ਅਜੇ ਰਿਲੀਜ਼ ਨਹੀਂ ਸੀ ਹੋਇਆ। ਜਦੋਂ ਆਏ ਅਸੀਂ, ਮਤਲਬ ਮਾਫੀ ਮੰਗ ਕੇ ਆਏ, ਤਾਂ ਆਉਂਦਿਆਂ ਨੇ ਹੀ ਅਸੀਂ ਇੱਕ HMB ਕੰਪਨੀ ਨੂੰ ਨੋਟਿਸ ਕੱਢਿਆ ਵੀ ਆ ਜਿਹੜਾ ਗੀਤ ਆ ਨਹੀਂ ਉਹ ਤੱਕਦਾ ਰਿਹਾ ਜਿਵੇਂ ਸਿਖਰ ਦੁਪਹਿਰੇ ਨਹਾਉਂਦੀ ਸੀ, ਵੀ ਤੁਸੀਂ ਇਹ ਜਿਹੜਾ ਹੈਗਾ ਇਹ ਰਿਲੀਜ਼ ਨਾ ਕਰਿਓ, ਵੀ ਇਹਦੀ ਜਗ੍ਹਾ ਤੇ ਮੈਂ ਹੋਰ ਗੀਤ ਰਿਕਾਰਡ ਕਰਾ ਕੇ ਜਾਵਾਂ। ਉਹਦੀ ਜਗ੍ਹਾ ਤੇ ਅਸੀਂ ਗੀਤ ਦੋਹਾਂ ਨੇ, ਮੈਂ ਤੇ ਅਮਰ ਸਿੰਘ ਚਮਕੀਲੇ ਨੇ ਮਿਲ ਕੇ ਲਿਖਿਆ ਸੀ। ਝੱਗਾ ਚੱਕ ਚੌਧਰੀ ਕਹਿੰਦੇ ਗੁੰਡੀ ਰੰਨ ਪ੍ਰਧਾਨ, ਬਾਗੀ ਮਾੜੀ ਬੈਓ ਲੋਕੋ ਬਾਓਏ ਲੋਕੋ ਨਿਗਰ ਗਿਆ ਜਹਾਨ, ਭਾਈ ਨੂੰ ਭਾਈ ਮਾਰੇ ਰੱਬਾ ਤੇਰੇ ਰੰਗ ਨਿਆਰੇ। ਨਹੀਂ, ਪਰ ਉਹ ਗੀਤ ਤਾਂ ਅੱਜ ਵੀ ਰਿਕਾਰਡਡ ਹੈ ਨਾ। ਸੁਣੋ ਹੁਣ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਕੀਤਾ ਬੜਾ ਫਰਾਡ। ਚਮਕੀਲੇ ਨਾਲ ਵੀ ਸਾਡੇ ਨਾਲ ਫਰਾਡ ਹੋਇਆ। ਤੁਸੀਂ ਜਿਹੜੀ ਕੈਸਟ ਚੱਕ ਲੈ ਲਿਓ, ਜਿਹੜੀ ਇਹਦੀ ਲਾਸਟ ਕੈਸਟ ਜਿਹੜੀ ਸੀਗੀ ਜਿਹਦੇ ਵਿੱਚ ਯਾਦ ਆਵੇ ਬਾਰ-ਬਾਰ ਦੇ ਵਿੱਚ, ਜਿਹੜਾ ਇਹ ਨਾ ਜਿਹੜਾ ਗੀਤ ਸੀਗਾ ਜਿਹਦੇ ਵਿੱਚ ਉਹ ਸੀਗਾ ਤੁਸੀਂ ਦੇਖਿਓ ਉਹਦੇ ਉੱਤੇ ਉਹ ਤੱਕਦਾ ਰਿਹਾ ਨਹੀਂ ਲਿਖਿਆ, ਉਹਦੇ ਉੱਤੇ ਲਿਖਿਆ ਝੱਗਾ ਚੱਕ ਚੌਧਰੀ। ਅੱਛਾ, ਜਿਹੜਾ ਟਾਈਟਲ ਤੇ ਤਾਂ ਲਿਖਤਾ, ਲੇਕਿਨ ਗੀਤ ਵਿੱਚ ਉਹੀ ਕਰਤਾ, ਮਤਲਬ ਉਹ ਨਹੀਂ ਕਰਤਾ, ਕੱਢਿਆ ਨਹੀਂ ਇਸ ਗੀਤ। ਇਹਨੇ ਤਾਂ ਆਪਣਾ ਫਰਜ਼ ਨਿਭਾਤਾ ਸੀ, ਹੁਣ ਕੰਪਨੀ ਵਾਲੇ ਨੇ ਉਹ ਨਹੀਂ ਕੀਤਾ ਤਾਂ ਤੇ ਸਟੇਜਾਂ ਤੇ ਫਿਰ ਉਹ ਗੀਤ ਨਹੀਂ ਗਾਏ? ਨਾ ਜੀ, ਨਾ ਸਟੇਜਾਂ ਤੇ ਨਹੀਂ ਸੀ ਗਾਏ। ਅੱਛਾ, ਪਰ ਤੁਹਾਨੂੰ ਇਸ ਕਰਕੇ ਲੱਗਦਾ ਹੈ ਕਿ ਬਹੁਤ ਸਾਰੇ ਇਹ ਵੀ ਬਹੁਤ ਦੇਰ ਦਾ ਰੌਲਾ ਪਈ ਜਾਂਦਾ ਕਿ ਸ਼ਾਇਦ ਸਾਥੀ ਕਲਾਕਾਰਾਂ ਦੀ ਵੀ ਇਹਦੇ ਵਿੱਚ ਕੋਈ ਇਨਵੋਲਵਮੈਂਟ ਸੀਗੀ? ਦੇਖੋ ਜੀ, ਆਪਣੀ ਇੰਟਰਵਿਊ ਆ ਵਰਲਡ ਵਾਈਡ ਜਾਣੀਆਂ, ਬਹੁਤ ਕਲਾਕਾਰ ਨੇ ਜਿਹੜੇ ਇਹਨੂੰ ਅਮਰ ਸਿੰਘ ਚਮਕੀਲੇ ਨੂੰ ਕੋਲ ਬਹਿ ਕੇ ਦਾਰੂ ਵੀ ਪੀਂਦੇ ਸੀ, ਪਰ ਇਹਦੇ ਨਾਲ ਨਫ਼ਰਤ ਵੀ ਰਚ ਕੇ ਕਰਦੇ ਸੀ। ਇਨਵੈਸਟੀਗੇਸ਼ਨ ਹੋ ਰਹੀ ਆ, 50% ਤੋਂ ਉੱਪਰ ਗੱਲਬਾਤ ਪਹੁੰਚ ਚੁੱਕੀ ਆ। ਕਿਤਾਬ ਮੇਰੀ ਸਾਰੀ ਲਿਖੀ ਜਾ ਚੁੱਕੀ ਆ। ਸੱਚ ਸਾਹਮਣੇ ਆਊਗਾ? ਸੱਚ ਸਾਹਮਣੇ ਆਊਗਾ। ਲਿਖ ਰਹੇ ਹੋ ਜੀਵਨ ਕਥਾ? ਸਭ ਕੁਝ ਲਿਖ ਲਿਆ, ਸਿਰਫ ਆਹੀ ਮੈਟਰ ਰਹਿੰਦਾ। ਜਦੋਂ ਇਹ ਆ ਗਿਆ ਤੇ ਬਕਾਇਦਾ ਜਿਹੜੇ ਬੰਦਿਆਂ ਤੋਂ ਇਨਵੈਸਟੀਗੇਸ਼ਨ ਚੱਲ ਰਹੀ ਹੈ, ਕੁਝ ਪੁਲਿਸ ਮੁਲਾਜ਼ਮ ਨੇ ਜਿਹੜੇ ਕਹਿੰਦੇ ਨੇ ਸਾਨੂੰ ਵੀ ਸਾਡਾ ਨਾਂ ਤੁਸੀਂ ਉਹ ਨਹੀਂ ਉਜਾਗਰ ਨਾ ਕਰੋ, ਹਾਈ ਅਫੀਸਰ ਤੱਕ ਬੰਦੇ ਹੈਗੇ ਆ। ਅੱਛਾ, ਤੁਹਾਨੂੰ ਵੀ ਕਦੇ ਧਮਕੀਆਂ ਆਈਆਂ ਇਸ ਮਾਮਲੇ 'ਚ? ਹਾਂਜੀ, ਮੈਨੂੰ ਵੀ ਬਹੁਤ ਧਮਕੀਆਂ ਆਈਆਂ। ਤੁਸੀਂ ਤੁਹਾਡਾ ਦਾੜਾ ਪ੍ਰਕਾਸ਼ ਸੀਗਾ ਫਿਰ ਉਸ ਵੇਲੇ? ਹਾਂਜੀ, ਦਾੜਾ ਪ੍ਰਕਾਸ਼ ਸੀਗਾ ਜੀ। ਮੈਨੂੰ ਫਿਰ ਉਹਦਾ ਮੈਂ ਇਹਦਾ ਵੀ ਰੀਜ਼ਨ ਕਿਤਾਬ ਦੇ ਵਿੱਚ ਲਿਖਿਆ ਹੈ ਵੀ ਮਤਲਬ ਕਿਉਂਕਿ ਅਮਰ ਸਿੰਘ ਚਮਕੀਲੇ ਦੇ ਕਈ ਦੂਸਰੇ ਗੀਤ ਵੀ ਮੈਂ ਲਿਖੇ ਹੋਏ ਨੇ, ਫਿਰ ਇਸ ਕਰਕੇ ਮੈਂ ਨਾਂ ਨਹੀਂ ਸੀ ਉਹਦੇ ਵਿੱਚ ਪਾਉਂਦਾ ਵੀ ਕੱਲ ਨੂੰ ਇਹ ਕਹਿਣਗੇ ਵੀ ਤੂੰ ਦਾੜਾ ਪ੍ਰਕਾਸ਼ ਹੋ ਕੇ ਤੂੰ ਇਦਾਂ ਦੇ ਗੀਤ ਲਿਖਦਾ ਹੈਗਾ। ਕਿਹੜਾ ਗੀਤ ਸੀਗਾ ਕੋਈ ਇਦਾਂ ਦਾ? ਨਹੀਂ, ਮੈਂ ਉਹ ਨਹੀਂ ਦੱਸਣਾ। ਭਰਾ ਮੇਰਾ ਚਲੇ ਗਿਆ, ਹੁਣ ਮੈਂ ਉਹਦਾ ਮਤਲਬ ਮਿੱਟੀ ਨੂੰ ਬਦਨਾਮ ਨਹੀਂ ਕਰਨਾ ਚਾਹੁੰਦਾ। ਵਧੀਆ ਗੀਤ ਨੇ, ਨਹੀਂ ਕੋਈ ਹੋਰ ਨਹੀਂ। ਠੀਕ ਹੈ, ਤੁਸੀਂ ਮੈਂ ਜ਼ਿਕਰ ਕੀਤਾ। ਫਿਰ ਤੁਸੀਂ ਥੋੜਾ ਜਿਹਾ ਅੰਡਰਗਰਾਉਂਡ ਰਹੇ ਉਸ ਤੋਂ ਬਾਅਦ? ਹਾਂਜੀ, ਮੈਨੂੰ ਕਾਫੀ ਚਿਰ ਅੰਡਰਗਰਾਉਂਡ ਰਹਿਣਾ ਪਿਆ। ਕਈ ਸਾਲ? ਹਾਂ, ਬਹੁਤ ਸਾਲ ਰਹਿਣਾ ਪਿਆ। ਮੈਂ ਮਤਲਬ ਡਰ ਲੱਗਦਾ ਸੀਗਾ। ਅੱਛਾ, ਚਲੋ ਇੱਕ ਹੋਰ ਗੱਲ ਸੀਗੀ ਕਿ ਜਿਸ ਦਿਨ ਇਹ 8 ਮਾਰਚ 1988 ਦੀ ਗੱਲ ਹੈ, ਪ੍ਰੋਗਰਾਮ ਸੀਗਾ ਕਿਹੜਾ ਮਹਿਸਮਪੁਰਾ ਪਿੰਡ ਹੈ? ਮਹਿਸਮਪੁਰ ਪਿੰਡ ਜੀ। ਠੀਕ ਹੈ, ਤੇ ਤੁਸੀਂ ਉਦੋਂ ਕਿੱਥੇ ਸੀ? ਤੁਹਾਨੂੰ ਕਦੋਂ ਖਬਰ ਮਿਲੀ? ਮੈਂ ਜੀ ਉਦੋਂ ਡਿਊਟੀ ਤੇ ਹੀ ਸੀਗਾ ਤੇ ਮੈਨੂੰ 3 ਵਜੇ ਪਤਾ ਲੱਗਿਆ। 3 ਵਜੇ ਜਦੋਂ ਮੈਨੂੰ ਪਤਾ ਲੱਗਿਆ, ਫੋਨ ਆਇਆ ਕਿਸੇ ਦਾ? ਹਾਂ, ਫੋਨ ਆ ਗਿਆ ਜੀ ਵੀ ਆਹ ਗੱਲਬਾਤ ਹੋ ਗਈ। ਯਕੀਨ ਹੋਇਆ ਤੁਹਾਨੂੰ? ਨਹੀਂ, ਯਕੀਨ ਨਹੀਂ ਹੋਇਆ। ਫਿਰ ਉੱਥੋਂ ਮੈਂ ਛੁੱਟੀ ਲਈ, ਛੁੱਟੀ ਲੈ ਕੇ ਗੱਡੀ ਕਰਕੇ ਅਸੀਂ ਗਏ ਤੇ ਜਦ ਦੇਖਿਆ ਵੀ ਉੱਥੇ 4 ਲਾਸ਼ਾਂ ਪਈਆਂ ਸੀਗੀਆਂ। 2 ਇਹਨਾਂ ਦੀਆਂ, ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਕੌਰ ਦੀਆਂ, ਤੇ ਪੇਟੀ ਮਾਸਟਰ ਹਰਜੀਤ ਗਿੱਲ ਤੇ ਢੋਲਕ ਮਾਸਟਰ ਦੇ। ਕਾਫੀ ਗੋਲੀਆਂ ਲੱਗੀਆਂ ਸੀ? ਹਾਂਜੀ, ਹੁਣ ਅਮਰ ਸਿੰਘ ਚਮਕੀਲੇ ਦਾ ਇੱਥੇ ਬਰਸਟ ਮਾਰਿਆ ਪਿਆ ਦੀ ਵਿਚਾਰੇ ਦੇ ਪੂਰੇ। ਅਮਰਜੋਤ ਦੇ 3 ਗੋਲੀਆਂ ਲੱਗੀਆਂ। ਤੁਸੀਂ ਡੈੱਡ ਬੋਡੀ ਵੀ ਸਾਂਭੀਆਂ ਉੱਥੇ ਜਾ ਕੇ? ਹਾਂਜੀ, ਫਿਰ ਚੱਕੀਆਂ ਤਾਂ ਪੁਲਿਸ ਨੇ ਦੀ, ਪਰ ਨਾਲ ਅਸੀਂ ਹੈਲਪ ਕਰਵਾਈ ਲੈ ਕੇ ਫਲੋਰ ਸਿਵਲ ਹਸਪਤਾਲ ਫਲੋਰ ਤੋਂ ਜਮਾਲਪੁਰ ਤੱਕ ਅਸੀਂ ਫਿਰ ਲੈ ਕੇ ਆਏ ਸੀ। ਸੰਸਕਾਰ ਦੁਗਰੀ ਜਾ ਕੇ ਕੀਤਾ ਸੀ। ਤੁਹਾਡੀ ਸਾਂਝ ਕਿੰਨੇ ਸਾਲ ਰਹੀ ਚਮਕੀਲੇ ਦੇ? ਮੇਰੀ ਸਾਂਝ ਚਮਕੀਲੇ ਦੇ ਮਰਨ ਤੱਕ ਪਿੱਛੋਂ ਤੋਂ ਲੈ ਕੇ 2.5 ਸਾਲ ਰਹੀ। 2.5 ਸਾਲ? ਪਰ ਤੁਸੀਂ ਬਹੁਤ ਨੇੜੇ ਰਹੇ ਉਹਨਾਂ ਦੇ? ਹਾਂਜੀ, ਤਕਰੀਬਨ ਰੋਜ਼ ਹੀ ਡੇਲੀ ਮਿਲਦੇ ਹੁੰਦੇ ਸੀਗੇ ਜੀ, ਕੋਈ ਗੱਲਬਾਤ ਨਹੀਂ ਇਹ ਜੀ। ਚਮਕੀਲਾ ਕਿਵੇਂ ਦਾ, ਜਿਵੇਂ ਤੁਸੀਂ ਦੱਸਦੇ ਹੋ ਵੀ ਡਰਦਾ ਵੀ ਸੀਗਾ, ਸਾਊ ਬੰਦਾ ਵੀ ਸੀ? ਦੇਖੋ, ਚਮਕੀਲੇ ਦੀ ਗਾਇਕੀ ਦੇ ਵਿੱਚ ਚਮਕੀਲਾ ਬੱਬਰ ਸ਼ੇਰ ਸੀ। ਚਮਕੀਲੇ ਦਾ ਸਬਸਟੀਟਿਊਟ ਇਸ ਦੁਨੀਆ ਤੇ ਮੁੜ ਕੇ ਨਹੀਂ ਆ ਸਕਦਾ, ਕਿਉਂਕਿ
ਜਿਨ੍ਹਾਂ ਬੰਦਿਆਂ ਨੇ ਅਮਰ ਸਿੰਘ ਚਮਕੀਲੇ ਦਾ ਕਤਲ ਕੀਤਾ, ਜੇ ਕਿਤੇ ਉਹ ਬੰਦੇ ਅਮਰ ਸਿੰਘ ਚਮਕੀਲੇ ਨੂੰ ਮਿਹਨਤ ਕਰਦੇ ਨੂੰ ਦੇਖਦੇ, ਮੈਂ ਗਾਰੰਟੀ ਨਾਲ ਕਹਿਣਾ ਵੀ ਉਹਨਾਂ ਦੀ ਆਤਮਾ ਨੇ ਇਜਾਜ਼ਤ ਨਹੀਂ ਦਿੱਤੀ ਦੇਣੀ ਅਮਰ ਸਿੰਘ ਚਮਕੀਲੇ ਦੀ ਗੋਲੀ ਮਾਰਨੀ। ਦੇਖੋ, ਪਹਿਲਾਂ ਤਾਂ ਅਮਰ ਸਿੰਘ ਚਮਕੀਲਾ ਸੀ ਜਿਹੜਾ ਬਹੁਤ ਹੀ ਨਹਾਇਤ ਗਰੀਬੀ ਦੀ ਲਾਈਫ ਦੇ ਵਿੱਚੋਂ ਉੱਠਿਆ। 3 ਭਰਾ ਸੀ ਇਹ, 2 ਭੈਣਾਂ ਸੀ। ਵੱਡੀਆਂ 2 ਭੈਣਾਂ ਵਿਆਹ ਗਈਆਂ, ਮਾਤਾ ਦੀ ਡੈਥ ਹੋ ਗਈ। ਅਮਰ ਸਿੰਘ ਚਮਕੀਲੇ ਨੂੰ ਛੋਟੀ ਉਮਰ ਦੇ ਵਿੱਚ ਹੀ ਵਿਆਹ ਕਰਾਉਣਾ ਪਿਆ, ਜਦੋਂ ਇਹ ਅਜੇ ਰਾਈਟਰ ਵੀ ਨਹੀਂ ਸੀ ਬਣਿਆ। ਅਮਰ ਸਿੰਘ ਚਮਕੀਲੇ ਨੂੰ ਇੰਨਾ ਪਤਾ ਸੀ ਵੀ ਮਜ਼ਦੂਰੀ ਕਰਕੇ ਤਾਂ ਮੈਂ ਐਡੇ ਪਰਿਵਾਰ ਨੂੰ ਪਾਲ ਨਹੀਂ ਸਕਦਾ। ਇਹਨੇ ਵਿਚਾਰੇ ਨੇ ਫਿਰ ਆਪਣੇ ਫਾਈਨੈਂਸ਼ੀਅਲ ਏਡ ਵਾਸਤੇ ਇਹਨੇ 18 ਘੰਟੇ ਫਲੈਟਾਂ ਦੇ ਵਿੱਚ ਵੀ ਕੰਮ ਕੀਤਾ, ਫਲੈਟਸ, ਹੌਜ਼ਰੀ, ਚੁੰਨੀਆਂ ਵੀ ਰੰਗੀਆਂ, ਟਾਇਰਾਂ ਨੂੰ ਪੈਂਚਰ ਵੀ ਲਾਏ, ਬਹੁਤ ਸੰਘਰਸ਼ ਕੀਤਾ। ਤੇ ਫਿਰ ਇਹ ਜਾ ਕੇ 2-3 ਸਾਲ ਹਰਚਰਨ ਗਰੇਵਾਲ ਦੇ ਕੋਲ ਜਾ ਕੇ ਸੇਵਾ ਕਰਦਾ ਰਿਹਾ। ਸਟੇਜ ਕੌਨਫੀਡੈਂਸ ਤਾਂ ਇਹਨੂੰ ਹਰਚਰਨ ਸਿੰਘ ਗਰੇਵਾਲ ਦੇ ਸਟੇਜਾਂ ਤੋਂ ਹੀ ਆ ਗਿਆ ਸੀ। ਜਦੋਂ ਤੱਕ ਇਹ ਆਪਣੇ ਸੁਰਿੰਦਰ ਸ਼ਿੰਦਾ ਜੀ ਦੇ ਖੇਮੇ ਦੇ ਵਿੱਚ ਜਾਂਦਾ, ਜਦ ਤੱਕ ਤਾਂ ਇਹ ਪਰਪੱਕ ਫਿਰ ਤਾਂ ਨਾਲ ਪ੍ਰੋਗਰਾਮ ਵੀ ਲਾਉਣ, ਸਟੇਜ ਤੇ ਵੀ। ਅੱਛਾ, ਇੱਕ ਇਹ ਵੀ ਸੁਣਿਆ ਸੀਗਾ ਕਿ ਉਸ ਤੋਂ ਬਾਅਦ ਕਈ ਹੋਰ ਵੀ ਮੌਤਾਂ ਹੋਈਆਂ ਪਰਿਵਾਰ 'ਚ ਚਮਕੀਲੇ ਹੋਰਾਂ ਦੀਆਂ। ਹਾਂਜੀ, ਦੇਖੋ ਜਦੋਂ ਅਮਰ ਸਿੰਘ ਚਮਕੀਲੇ ਦੀ ਡੈਥ ਹੋ ਜਾਂਦੀ ਹੈ ਜਿਸ ਦਿਨ, ਉਸ ਤੋਂ 1.5 ਮਹੀਨੇ ਬਾਅਦ ਫਿਰ ਇਹਦਾ ਬੇਟਾ ਅਮਰਜੋਤ ਦਾ, ਜਿਹੜਾ ਜਿਹਦੀ ਉਮਰ ਸੀਗੀ ਉਸ ਟਾਈਮ 20 ਦਿਨਾਂ ਦਾ ਸੀ ਜਿੱਦਣ ਇਹਨਾਂ ਦੀ ਡੈਥ ਹੋਈ ਆ। 20 ਨਹੀਂ, ਘੱਟ ਹੀ ਸੀਗੇ, 15 ਦਿਨਾਂ ਦਾ ਸੀਗਾ। ਅੱਛਾ ਜੀ। ਹਾਂ, ਜਦੋਂ ਅਮਰਜੋਤ ਦੀ ਡੈਥ ਹੋਈ, ਲੋਕ ਕਹਿੰਦੇ ਨੇ ਅਮਰਜੋਤ ਪ੍ਰੈਗਨੈਂਟ ਦੀ ਐਟ ਦੀ ਟਾਈਮ ਆਫ ਡੈਥ, ਗਲਤ ਗੱਲ ਆ। 15 ਦਿਨ ਦਾ ਬੱਚਾ ਸੀ, ਹੋ ਚੁੱਕਿਆ ਸੀਗਾ ਬੱਚਾ, ਜਿੱਪੂ ਜੈਮਨ ਚਮਕੀਲੇ ਤੋਂ ਛੋਟਾ। 1.5 ਮਹੀਨੇ ਬਾਅਦ ਨਾ ਸੰਭਾਲੀ ਕਰਕੇ ਉਹ ਵਿਚਾਰੇ ਦੀ ਉਹਦੀ ਡੈਥ ਹੋ ਗਈ। ਜਿਹੜਾ ਛੋਟਾ ਬੱਚਾ ਸੀ ਅਮਰਜੋਤ ਤੇ ਚਮਕੀਲੇ ਦਾ, ਛੋਟਾ ਡੈਥ ਹੋ ਗਿਆ। ਫਿਰ ਇਹ ਜਿਹੜਾ ਅਮਰ ਸਿੰਘ ਚਮਕੀਲੇ ਦਾ ਭਰਾ ਸੀ ਲਸ਼ਕਰ ਸਿੰਘ, ਬਹੁਤ ਸੂਝਵਾਨ ਮੁੰਡਾ ਸੀਗਾ। ਉਹਨੇ ਜਦ ਦੇਖਿਆ ਵੀ ਮੇਰਾ ਐਡਾ ਵੱਡਾ ਸਟਾਰ ਭਰਾ ਮਾਰਿਆ ਗਿਆ, ਤੇ ਭੋਗ ਤੋਂ 2 ਦਿਨਾਂ ਬਾਅਦ ਇਹਨਾਂ ਦੇ ਅਮਰ ਸਿੰਘ ਚਮਕੀਲੇ ਉਹਨਾਂ ਦੇ ਘਰ ਦੇ ਕੋਲੋਂ ਦੀ ਲਾਈਨ ਲੰਘਦੀ ਹੈ, ਤੇ ਉਹਦੇ ਨਹਿਰ ਦੇ ਗੱਡੀ ਦੇ ਅੱਗੇ ਛਾਲ ਮਾਰ ਕੇ ਉਹਨੇ ਸੁਸਾਈਡ ਕਰ ਲਿਆ ਜੀ। ਫਿਰ ਇਹਦਾ ਭਰਾ ਪਿਤਾ ਜੀ ਸਰਦਾਰ ਹਰੀ ਸਿੰਘ ਬਹੁਤ ਉੱਚਾ ਲੰਮਾ ਜਵਾਨ ਬੰਦਾ ਸੀਗਾ, ਸ਼ੌਕ ਲੱਗ ਗਿਆ ਦਿਮਾਗ ਨੂੰ, ਉਹ ਪਾਗਲ ਹੋ ਗਿਆ ਜੀ। ਇੰਨਾ ਪਾਗਲ ਹੋ ਗਿਆ, ਉਹ ਜਦੋਂ ਅਸੀਂ ਆਏ ਜਾਣੇ ਨੇ ਸਿਵਿਆ ਚਮਕੀਲੇ ਨੂੰ ਕਿੱਥੇ ਛੱਡ ਆਂਦਾ, ਪਿਤਾ ਜੀ ਕਹਿੰਦੇ ਰਹਿੰਦੇ। ਹਾਂ, ਚਾਚਾ ਜੀ ਕਹਿੰਦਾ ਹੁੰਦਾ ਸੀ, ਚਾਚਾ ਜੀ ਕਹਿੰਦਾ, ਆਪਣੇ ਡੈਡੀ ਨੂੰ ਚਾਚਾ ਜੀ ਕਹਿੰਦਾ ਹੁੰਦਾ। ਮੈਂ ਵੀ ਉਹਦੀ ਰੀਸ ਚਾਚਾ ਜੀ ਕਹਿਣ ਲੱਗਿਆ ਸੀਗਾ, ਉਹ ਚਮਕੀਲੇ ਨੂੰ ਕਿੱਥੇ ਛੱਡ ਆਂਦਾ, ਚਮਕੀਲਾ ਆਊਗਾ, ਚਿੰਤਾ ਨਾ ਕਰੋ ਤੁਸੀਂ, ਪ੍ਰੋਗਰਾਮ ਲਾਉਣ ਗਿਆ ਕਿਤੇ ਆਊਗਾ। ਉਹਨੂੰ ਹਾਲਾਂਕਿ ਹਫ਼ਤੇ ਹੀ ਸੰਸਕਾਰ ਹੋਇਆ, ਮਤਲਬ ਇੰਨਾ ਮੈਂਟਲੀ ਦਿਮਾਗ ਤੇ ਅਸਰ ਹੋ ਗਿਆ। ਹਾਂ, 6 ਮਹੀਨਿਆਂ ਦਾ ਵਿਚਾਰਾ। ਤੁਹਾਨੂੰ ਵੀ ਬਹੁਤ ਸਦਮਾ ਲੱਗਿਆ ਹੋਣਾ, ਬਹੁਤ ਜਿਗਰੀ ਯਾਰ, ਬਹੁਤ ਕਰੀਬੀ। ਮਤਲਬ ਲੱਗਣਾ ਇਹਦੀ ਵੀ ਕਿੱਥੇ ਅਸੀਂ ਅੱਜ ਕੱਲ੍ਹ, ਕਿੱਥੇ ਉਹਨਾਂ ਦੀ, ਕਿੱਥੇ ਸਾਡੀ ਚੜ੍ਹਾਈ ਦਿਨੋਂ ਦਿਨ ਕਰਨ ਵਾਲਾ ਬੰਦਾ ਸਾਡਾ, ਮਤਲਬ ਜਿਹਦੇ ਉੱਤੇ ਰੁੱਖ ਤੇ ਹੁਣ ਬੰਦੇ ਦੇ ਆਲਣੇ ਰੁੱਖ ਦੀ ਜੜ੍ਹਾਂ ਕੱਟੀ ਜਾਣ। ਉਹ ਜਾਨਵਰਾਂ ਨੂੰ ਕੀ ਹੋਇਆ, ਉਸ ਦਾ ਜਾਨਵਰ ਸੀ ਉਸ ਟਾਈਮ ਉਹਦੇ ਉੱਤੇ, ਤੇ ਸਾਲ ਤੋਂ ਵੈਸੇ ਹੀ ਸਾਣ ਮਾਰੇ ਰਹੇ ਵੀ ਆ ਗੱਲ ਕੀ ਹੋ ਗਈ ਯਾਰ। ਹੁਣ ਰੱਬ ਨੇ ਕਿਸਮਤ ਦੇ ਕਬਾੜ ਖੋਲ੍ਹੇ ਦੀ ਕਹਾਣੀ ਹੋ ਗਈ, ਦਿਮਾਗ ਦੇ ਵਿੱਚ ਹੋ ਗਿਆ ਦੋ ਤਰ੍ਹਾਂ ਦਾ ਦਿਮਾਗ ਦੇ ਵਿੱਚ ਡਿਪਰੈਸ਼ਨ ਚੱਲ ਰਿਹਾ। ਇੱਕ ਤਾਂ ਵੀ ਇਹ ਕੀ ਗੱਲ ਹੋ ਗਿਆ, ਦੂਜਾ ਇਹ ਕਿ ਵੀ ਹੁਣ ਸਾਡਾ ਨੰਬਰ ਲੱਗੂਗਾ, ਵੀ ਅਸੀਂ ਉਹਦੇ ਆੜੀ ਹੈਗੇ ਆ। ਇਦਾਂ ਨਹੀਂ, ਮਤਲਬ ਕਈ ਚੀਜ਼ਾਂ ਜੋ ਡਰ ਕੇ ਜਾਣੀ ਉਹ ਦਿਨ ਬਹੁਤ ਔਖੇ ਕੱਟੇ ਹੈਗੇ। ਤੁਹਾਨੂੰ ਲੱਗਦਾ ਵੀ ਸੱਚ ਸਾਹਮਣੇ ਆਉਣਾ ਚਾਹੀਦਾ ਦੁਨੀਆ, ਇੱਕ ਤਾਂ ਜਿਹੜਾ ਲੱਚਰਤਾ ਵਾਲਾ ਟੈਗ ਹੈ ਉਹ ਵੀ ਕਲੀਅਰ ਹੋਣਾ ਚਾਹੀਦਾ, ਤੇ ਦੂਜਾ ਜਿਨ੍ਹਾਂ ਨੇ ਮਾਰਿਆ ਉਹ ਦੋਸ਼ੀ ਵੀ ਸਾਹਮਣੇ ਆਉਣੇ ਚਾਹੀਦੇ। ਦੇਖੋ ਜੀ, ਮੈਂ ਮਰਨ ਤੋਂ ਪਹਿਲਾਂ ਇਹ ਸੱਚ ਸਾਹਮਣੇ ਰੱਖ ਕੇ ਜਾਊਂ। ਸਾਰਾ ਕੁਝ ਤਕਰੀਬਨ ਹੋ ਚੁੱਕਿਆ, ਜਾਣੀ ਸਭ ਦੁਨੀਆ ਦੇ ਸਾਹਮਣੇ ਆਊਗਾ ਜੀ। ਚਲੋ, ਬਹੁਤ ਧੰਨਵਾਦ ਸਵਰਨ ਸਿਵਿਆ ਜੀ ਗੱਲਬਾਤ ਕਰਨ ਦੇ ਲਈ। ਸੋ ਅਮਰ ਸਿੰਘ ਚਮਕੀਲਾ ਹੋਰਾਂ ਦੀ ਜ਼ਿੰਦਗੀ ਬਾਰੇ, ਕਿਉਂਕਿ ਬਹੁਤ ਨੇੜੇ ਰਹੇ ਨੇ ਸਵਰਨ ਸਿਵਿਆ, ਬਹੁਤ ਸਾਰੇ ਧਾਰਮਿਕ ਗੀਤ ਜਿਹੜੇ ਬਹੁਤ ਜ਼ਿਆਦਾ ਮਕਬੂਲ ਹੋਏ, ਤੇ ਇਹ ਗੱਲ ਕਿ ਖਾੜਕੂ ਸਿੰਘਾਂ ਦੇ ਨਾਲ ਮੁਲਾਕਾਤ ਵੀ ਹੋਈ, ਮਾਫੀ ਵੀ ਮੰਗ ਲਈ, ਪਰ ਫਿਰ ਵੀ ਅਮਰ ਸਿੰਘ ਚਮਕੀਲੇ ਨੂੰ ਮਾਰ ਦਿੱਤਾ ਗਿਆ। ਉਹ ਕੌਣ ਲੋਕ ਸਨ, ਉਹ ਹਾਲੇ ਵੀ ਬੁਝਾਰਤ ਹੈ। ਕਦੋਂ ਇਸ ਦਾ ਸੱਚ ਸਾਹਮਣੇ ਆਊਗਾ, ਇਹ ਦੇਖਣਾ ਦਿਲਚਸਪ ਹੋਵੇਗਾ। ਫਿਲਹਾਲ ਕੈਮਰਾਮੈਨ ਦਰਸ਼ਨ ਦਰਸ਼ੀ ਦੇ ਨਾਲ ਰਣਬੀਰ ਸਿੰਘ ਰਾਣਾ।